ਸੁਚੇਤਕ ਸਟੂਡੀਓ ਦੇ ਥੀਏਟਰ ਪ੍ਰਾਈਮ ਟਾਈਮ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ। ਥੀਏਟਰ ਪ੍ਰਾਈਮ ਟਾਈਮ ਇਸ ਮਕਸਦ ਨਾਲ ਸ਼ੁਰੂ ਕੀਤਾ ਗਿਆ ਕਿ ਕੁਝ ਸਵਾਲ ਉਠਾਏ ਜਾਣ, ਕੁਝ ਸਵਾਲਾਂ ਦੇ ਜਵਾਬ ਲੱਭੇ ਜਾਣ, ਕੁਝ ਸਵਾਲ ਪੈਦਾ ਕੀਤੇ ਜਾਣ ਤਾਂ ਕਿ ਅਸੀਂ ਸਵਾਲਾਂ ਤੇ ਜਵਾਬਾਂ ਦੀ ਇੱਕ ਲੜੀ ਦੇ ਵਿੱਚੋਂ ਆਉਣ ਵਾਲੇ ਭਵਿੱਖ ਦਾ ਕੋਈ ਬਲੂਪ੍ਰਿੰਟ ਤਿਆਰ ਕਰ ਸਕੀਏ। ਜਦੋਂ ਅਸੀਂ ਪੰਜਾਬੀ ਰੰਗਮੰਚ ਤੇ ਨਾਟਕ ਦੀ ਗੱਲ ਕਰਦੇ ਹਾਂ ਤਾਂ ਅਕਸਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਇਹ ਲਹਿਰਾਂ ਦਾ ਰੰਗਮੰਚ ਹੈ। ਲਹਿਰਾਂ ਦੇ ਰੰਗਮੰਚ ਨੂੰ ਬੜਾ ਵੱਡਾ ਸਹਾਰਾ ਹੁੰਦਾ ਉਹਨਾਂ ਲਹਿਰਾਂ ਦਾ ਜਿਹੜੀਆਂ ਲਹਿਰਾਂ ਉਸ ਨੂੰ ਸਪੋਰਟ ਕਰਦੀਆਂ, ਪਰ ਲਹਿਰਾਂ ਦੇ ਰੰਗਮੰਚ ਨੂੰ ਇੱਕ ਬਹੁਤ ਵੱਡੀ ਚੁਣੌਤੀ ਵੀ ਹੁੰਦੀ ਹੈ। ਉਹ ਚੁਣੌਤੀ ਹੁੰਦੀ ਹੈ ਸੱਤਾ ਦੀ, ਸਰਕਾਰ ਦੀ, ਈਵਨ ਧਰਮ ਦੀ ਸੱਤਾ ਦੀ ਵੀ ਚੁਣੌਤੀ ਹੁੰਦੀ ਹੈ। ਔਰ ਜਿਹੜੇ ਲੋਕ ਉਸ ਚੁਣੌਤੀ ਨੂੰ ਸਵੀਕਾਰ ਕਰਦੇ ਨੇ ਉਹਨਾਂ ਨੂੰ ਵਕਤ ਬਾ ਵਕਤ ਕਿਸੇ ਨਾ ਕਿਸੇ ਤਰ੍ਹਾਂ ਦੀ ਸੰਕਟ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ ਜਾਂ ਘੱਟੋ ਘੱਟ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੇਸ ਕਰਨਾ ਪੈਂਦਾ। ਅੱਜ ਅਸੀਂ ਜਿਨ੍ਹਾਂ ਦੀ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਸਵਾਲ ਕਰਨੇ ਨੇ ਜਾਂ ਜਿਨ੍ਹਾਂ ਦੇ ਕੋਲੋਂ ਅਸੀਂ ਕੁਝ ਸਵਾਲਾਂ ਦੇ ਜਵਾਬ ਲੱਭਣ ਦੇ ਯਤਨ ਕਰਨੇ ਨੇ, ਉਹ ਸਾਡੇ ਰੰਗਕਰਮੀ, ਸਾਡੇ ਨਾਟਕਕਾਰ ਹਨ ਔਰ ਉਹਨਾਂ ਕੋਲੇ ਬਹੁਤ ਸਾਰਾ ਸਾਡੇ ਇਤਿਹਾਸ ਦਾ ਮਸਾਲਾ ਹੈ। ਬਚਪਨ ਦੇ ਦਿਨਾਂ ਦੀ ਗੱਲ ਜੇ ਅਸੀਂ ਛੱਡ ਵੀ ਦਈਏ, ਉਹਨਾਂ ਦਾ ਬਚਪਨ ਵੀ ਬੜਾ ਸੰਘਰਸ਼ਾਂ ਵਾਲਾ ਬਚਪਨ ਰਿਹਾ, ਪਰ ਉਹਨਾਂ ਦੇ ਅਸੀਂ ਜੇ ਰੰਗਮੰਚ ਦੇ ਸੰਘਰਸ਼ ਦੀ ਵੀ ਗੱਲ ਕਰਾਂਗੇ ਤਾਂ ਬਹੁਤ ਵੱਡਾ ਸੰਘਰਸ਼ ਹੈ। ਜਦੋਂ ਉਹਨਾਂ ਨੇ ਹਾਲੇ ਨਾਟਕ ਦੀ ਦੁਨੀਆ ਵਿੱਚ ਪੈਰ ਹੀ ਰੱਖਿਆ ਸੀ, ਹਾਲੇ ਕਲਮ ਉਠਾਉਣੀ ਹੀ ਸਿੱਖੀ ਸੀ, ਤਾਂ ਉਦੋਂ ਸਾਡਾ ਦੇਸ਼ ਸਾਡੇ ਗਵਾਂਢੀ ਮੁਲਕ ਨਾਲ ਜੰਗ ਦੇ ਵਿੱਚ ਮਸਰੂਫ ਹੋ ਚੁੱਕਾ ਸੀ, ਜਾਂ ਕਹੀਏ ਦੋਨੋਂ ਮੁਲਕ ਇੱਕ ਦੂਜੇ ਦੇ ਖਿਲਾਫ ਲੜ ਰਹੇ ਸਨ ਤੇ ਉਹਨਾਂ ਨੇ ਨਾਟਕ ਕੀਤਾ ਕਾਲਾ ਲਹੂ। ਬਾਅਦ ਦੇ ਵਿੱਚ ਕੁਝ ਸਾਲਾਂ ਬਾਅਦ ਹੀ ਸਾਡੇ ਮੁਲਕ ਨੂੰ ਐਮਰਜੈਂਸੀ ਦਾ ਸਾਹਮਣਾ ਕਰਨਾ ਪਿਆ। ਐਮਰਜੈਂਸੀ ਦੇ ਦਿਨਾਂ ਵਿੱਚ ਉਹਨਾਂ ਨੇ ਨਾਟਕ ਲਿਖਿਆ ਸੂਰਜ ਦਾ ਕਤਲ। ਸੂਰਜ ਦਾ ਕਤਲ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾਲ ਸੰਬੰਧਿਤ ਨਾਟਕ ਸੀ ਤੇ ਕਹਿ ਸਕਦੇ ਹਾਂ ਹੁਣ ਅਸੀਂ ਉਸ ਨਾਟਕ ਦੀ ਇੱਕ ਤਰ੍ਹਾਂ ਨਾਲ 50ਵੀਂ ਵਰ੍ਹੇਗੰਢ ਵੀ ਮਨਾ ਰਹੇ ਹਾਂ, ਕਿਉਂਕਿ ਅਸੀਂ 350 ਸਾਲਾਂ ਦੇ ਉੱਤੇ ਉਹ ਨਾਟਕ ਲਿਖਿਆ ਗਿਆ ਸੀ ਤੇ ਅੱਜ ਅਸੀਂ ਗੁਰੂ ਸਾਹਿਬ ਦਾ 400 ਸਾਲਾ ਮਨਾ ਰਹੇ ਹਾਂ। ਇਸ ਤਰ੍ਹਾਂ ਨਾਲ ਅਸੀਂ ਉਸ ਨਾਟਕ ਦੀ ਅੱਜ ਵਰ੍ਹੇਗੰਢ ਨੂੰ ਵੀ ਇੱਕ ਤਰ੍ਹਾਂ ਨਾਲ ਆਪਣੇ ਦੋਸਤਾਂ ਨਾਲ ਸਾਂਝਾ ਕਰ ਰਹੇ ਹਾਂ। ਹਾਲਾਤ ਜਿਵੇਂ ਜਿਵੇਂ ਬਦਲਦੇ ਰਹੇ, ਤਪਸ਼ ਆਇਆ ਜਦੋਂ ਪੰਜਾਬ ਦੇ ਵਿੱਚ ਬਹੁਤ ਹਾਲਾਤ ਖਰਾਬ ਸਨ, ਉਸ ਤਪਸ਼ ਦੀਆਂ ਵੀ ਕੁਝ ਗੱਲਾਂ ਅਸੀਂ ਕਰਾਂਗੇ। ਜਦੋਂ ਸੋਵੀਅਤ ਯੂਨੀਅਨ ਦੇ ਵਿੱਚ ਤੇ ਸਾਰੀ ਦੁਨੀਆ ਦੇ ਵਿੱਚ ਸਮਾਜਵਾਦ ਦੇ ਉੱਤੇ ਬਹੁਤ ਵੱਡੀ ਚੁਣੌਤੀ ਆਈ, ਉਸ ਨੂੰ ਪਛਾੜਾਂ ਲੱਗੀਆਂ, ਤਾਂ ਉਦੋਂ ਉਹਨਾਂ ਦਾ ਨਾਟਕ ਆਇਆ ਕਤਰਾ ਕਤਰਾ ਜ਼ਿੰਦਗੀ। ਤੇ ਮੈਂ ਹੁਣ ਨਾਂ ਉਹਨਾਂ ਦਾ ਲੈ ਹੀ ਦੇਣਾ ਤੁਹਾਡੇ ਸਾਹਮਣੇ। ਮੈਂ ਗੱਲ ਕਰ ਰਿਹਾ ਦਵਿੰਦਰ ਦਮਨ ਜੀ ਦੀ। ਦਮਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਅਸੀਂ ਤੁਹਾਡੇ ਨਾਲ ਕੁਝ ਗੱਲਾਂ ਕਰਾਂਗੇ। ਦੋਸਤੋ, ਦਮਨ ਜੀ ਬੇਸ਼ੱਕ ਅਕਾਦਮਿਕ ਕਿਸਮ ਦੇ ਲੇਖਕ ਨਹੀਂ ਹਨ, ਪਰ ਇਹਦੇ ਬਾਵਜੂਦ ਉਹਨਾਂ ਦਾ ਬਹੁਤ ਸਾਰਾ ਸਟਾਈਲ, ਬਹੁਤ ਸਾਰਾ ਕੰਮ ਅਕਾਦਮਿਕ ਪੱਧਰ ਦਾ ਹੈ। ਜਦੋਂ ਅਸੀਂ ਪੰਜਾਬੀ ਰੰਗਮੰਚ ਦੇ ਅੰਦਰ ਬੌਧਿਕਤਾ ਦੇ ਦਖਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਇੱਕ ਬਹੁਤ ਪੁਰਾਣਾ ਨਾਟਕ ਇਸ ਮਾਮਲੇ ਵਿੱਚ ਗਿਣਿਆ ਜਾਂਦਾ ਹੈ, ਜਿਸ ਨਾਟਕ ਨੂੰ ਅਸੀਂ ਸ਼ਾਮ ਵਿਹੂਣੇ ਰੁੱਖ ਦੇ ਨਾਂ ਦੇ ਰੂਪ ਦੇ ਵਿੱਚ ਜਾਣਦੇ ਹਾਂ। ਬਦਲਦੇ ਹੋਏ ਹਾਲਾਤ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਹੋਰ ਵੀ ਰਚਨਾਵਾਂ ਕੀਤੀਆਂ, ਪਰ ਅੱਜ ਅਸੀਂ ਜਿਸ ਮੁੱਦੇ ਉੱਤੇ ਗੱਲ ਕਰਨ ਜਾ ਰਹੇ ਹਾਂ, ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਲਹਿਰਾਂ ਦੇ ਰੰਗਮੰਚ ਨੂੰ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਹੁਣ ਵੀ ਸਾਡੇ ਸਾਹਮਣੇ ਬਹੁਤ ਵੱਡੀ ਚੁਣੌਤੀ ਆ। ਈਵਨ ਕਰੋਨਾ ਕਾਲ ਦੇ ਅੰਦਰ ਆ ਕੇ ਉਹ ਚੁਣੌਤੀ ਹੋਰ ਵੀ ਵੱਡੀ ਹੋ ਗਈ, ਕਿਉਂਕਿ ਡੈਮੋਕ੍ਰੇਟਿਕ ਸਿਸਟਮ ਦਾ ਸਕੰਜਾ ਵੱਖ-ਵੱਖ ਮੁਲਕਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਇਸ ਸੰਕਟ ਕਾਲ ਦੇ ਵਿੱਚ ਕੱਸਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਹਦੇ 'ਚ ਸਾਡਾ ਆਪਣਾ ਮੁਲਕ ਵੀ ਸ਼ਾਮਲ ਹੈ, ਹੋਰ ਵੀ ਦੁਨੀਆ ਭਰ ਦੇ ਮੁਲਕ ਸ਼ਾਮਲ ਨੇ। ਅੱਜ ਸਾਡਾ ਵਿਸ਼ਾ ਹੈ ਥੀਏਟਰ ਤੇ ਡੈਮੋਕ੍ਰੇਸੀ। ਇਹ ਥੀਏਟਰ ਤੇ ਡੈਮੋਕ੍ਰੇਸੀ ਦਾ ਆਪੋ ਵਿੱਚ ਕੀ ਨਾਤਾ ਹੈ? ਦਮਨ ਜੀ ਕੁਝ ਚੀਜ਼ਾਂ ਨੂੰ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕਰਨਗੇ, ਖਾਸ ਕਰਕੇ ਜਿਹੜੇ ਕੁਝ ਖਾਸ ਹਵਾਲੇ ਹੋਣਗੇ ਜਿਹੜੇ ਉਹਨਾਂ ਨੇ ਵੱਖ-ਵੱਖ ਵਿਦਵਾਨਾਂ ਦੇ ਲਏ ਹੋਣਗੇ, ਪਰ ਆਮ ਤੌਰ ਤੇ ਗੱਲ ਅਸੀਂ ਜਿਹੜੀ ਕਰਾਂਗੇ ਉਹ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅਸੀਂ ਇਸ ਸੰਕਟ ਨੂੰ ਥੀਏਟਰ ਤੇ ਡੈਮੋਕ੍ਰੇਸੀ ਦੇ ਆਪਸੀ ਰਿਸ਼ਤੇ ਨੂੰ ਸਮਝਣ ਦੇ ਵਿੱਚ ਕੁਝ ਹੈਲਪ ਕਰ ਸਕੀਏ ਤੁਹਾਡੀ। ਆਓ ਜੀ ਦਮਨ ਜੀ, ਤੁਸੀਂ ਆਪਣੀ ਗੱਲ ਸ਼ੁਰੂ ਕਰ ਸਕਦੇ ਹੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕ ਦਿੰਦਾ ਸੁਚੇਤਕ ਰੰਗਮੰਚ ਨੂੰ, ਜਿਨ੍ਹਾਂ ਨੇ ਇਸ ਸੰਕਟ ਕਾਲ ਦੇ ਵਿੱਚ ਵੀ
अपना काम जारी रखा हुआ है और जारी रख रहे हैं। और सारे ही सज्जनों का जो भी नाल जुड़े हुए ने, मैं सारे वेलकम करदा। और मैं बिना होर टाइम लाए अपना रंगमंच ते लोकतंत्र डेमोक्रेसी एंड अपना थिएटर ते डेमोक्रेसी के उपर अपना एक पढ़न का यतन करांगा। दोस्तों, ये एक बहुत बड़े सैमीनार ਦੇ ਵਿੱਚ ਸਾਊਥ ਏਸ਼ੀਅਨ ਡੈਮੋਕ੍ਰੇਸੀ ਵਾਚ ਵੱਲੋਂ ਮੈਨੂੰ ਸੱਦੇ ਦੇ ਉੱਪਰ ਅਮਰੀਕਾ ਵਿੱਚ ਇਹ ਲਿਖਣ ਲਈ ਦਿੱਤਾ ਸੀ। ਉਹਦੇ ਵਿੱਚੋਂ ਮੈਂ ਕੁਝ ਕੱਢ ਕੇ ਲਿਆਂਦਾ, ਉਹ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹਦੇ ਵਿੱਚ ਸਾਊਥ ਏਸ਼ੀਆ ਦੇ ਕਾਫੀ ਸਾਰੇ ਬਹੁਤ ਇੰਟੈਲੈਕਚੁਅਲ ਤੇ ਬਹੁਤ ਐਂਬੈਸਡਰ ਵਗੈਰਾ ਈਵਨ ਉਹ 'ਚ ਸ਼ਾਮਲ ਸੀਗੇ ਜਿਨ੍ਹਾਂ ਨੇ ਬੋਲਿਆ ਸੀ ਉਸ ਸੈਮੀਨਾਰ ਦੇ ਅੰਦਰ। ਤੇ ਮੇਰੀਆਂ ਉੱਥੇ ਗਤੀਵਿਧੀਆਂ ਦੇਖ ਕੇ ਜਿਹੜੀਆਂ ਮੈਂ ਰੰਗਮੰਚ ਦੀਆਂ ਗਤੀਵਿਧੀਆਂ ਯੂਨੀਵਰਸਿਟੀ 'ਚ ਕੁਝ ਲੈਕਚਰ ਸੀਗੇ ਜਾਂ ਮੈਂ ਉੱਥੇ ਐਕਟਿੰਗ ਦੇ ਸਿਲਸਿਲੇ ਦੇ ਵਿੱਚ ਜਿਹੜੇ ਉੱਥੇ ਫੋਰਨ ਲੋਕਾਂ ਨੂੰ ਵੀ ਐਕਟਿੰਗ ਵਗੈਰਾ ਸਿਖਾਈ, ਵਰਕਸ਼ਾਪਸ ਲੱਗੀਆਂ। ਉਹਦੇ ਤਹਿਤ ਉਹਨਾਂ ਨੇ ਮੈਨੂੰ ਇਹ ਚੁਣਿਆ ਕਿ ਮੈਂ ਰੰਗਮੰਚ ਦੇ ਬਾਰੇ 'ਚ ਔਰ ਡੈਮੋਕ੍ਰੇਸੀ ਦੇ ਬਾਰੇ 'ਚ, ਕਿਉਂਕਿ ਸਾਊਥ ਏਸ਼ੀਆ ਡੈਮੋਕ੍ਰੇਸੀ ਵਾਚ ਉਹਦਾ ਸੰਸਥਾ ਦਾ ਨਾਂ ਸੀ। ਉਹਨਾਂ ਨੇ ਕਿਹਾ ਕਿ ਰੰਗਮੰਚ ਨੂੰ ਨਾਲ ਜੋੜ ਕੇ ਕੋਈ ਗੱਲ ਕਰੋ, ਤਾਂ ਮੈਂ ਉਦੋਂ ਇਹ ਲਿਖਿਆ ਸੀ। ਉਹਦਾ ਕੁਛ ਹਿੱਸਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਸੋ ਮੈਂ ਅੱਛਾ ਬੁਲਾਰਾ ਨਹੀਂ ਹਾਂ, ਇਸ ਲਈ ਮੈਂ ਕਾਫੀ ਸਹਾਰਾ ਕਾਗਜ਼ ਦਾ ਲਵਾਂਗਾ ਤੇ ਬੁਲਾਰਾ ਅੱਛਾ ਹੀ ਨਹੀਂ, ਮਤਲਬ ਬੁਲਾਰਾ ਹੈ ਹੀ ਨਹੀਂ। ਸੋ ਮੈਂ ਸ਼ੁਰੂ ਕਰਨ ਲੱਗਿਆ। ਦੋਸਤੋ, ਕਿ ਮਨੁੱਖੀ ਜ਼ਿੰਦਗੀ ਵਿਕਾਸ ਦੇ ਇਤਿਹਾਸ ਵਿੱਚ ਜਿੱਥੇ ਜ਼ਿੰਦਗੀ ਦੇ ਅਲੱਗ-ਅਲੱਗ ਪਹਿਲੂਆਂ ਦੇ ਵਿੱਚ ਹੈਰਾਨੀਜਨਕ ਤਰੱਕੀ ਕੀਤੀ ਹੈ ਉਸਨੇ, ਉੱਥੇ ਸਮਾਜਿਕ ਤੇ ਰਾਜਨੀਤਿਕ ਪਹਿਲੂਆਂ ਦੇ ਵਿੱਚ ਵੀ ਅਹਿਮ ਪ੍ਰਾਪਤੀਆਂ ਹੋਈਆਂ। ਇਹਨਾਂ ਵਿੱਚ ਰੰਗਮੰਚ ਕਲਾ ਅਤੇ ਸਿਆਸੀ ਪ੍ਰਬੰਧ ਦੀ ਆਪਣੀ ਇੱਕ ਅਲੱਗ ਅਹਿਮੀਅਤ ਹੈ। ਵੇਖਿਆ ਜਾਵੇ ਤਾਂ ਦੋਨੇ ਹੀ ਸੰਸਥਾਵਾਂ ਇਨਸਾਨੀ ਜ਼ਿੰਦਗੀ ਦੇ ਮੁੱਢ ਕਦੀਮੀ ਦੌਰ ਵਿੱਚ ਸ਼ੁਰੂ ਹੋ ਗਈਆਂ ਸਨ। ਰੰਗਮੰਚ ਦਾ ਮਤਲਬ ਹੈਗਾ ਪ੍ਰਗਟਾਅ ਤੇ ਸਿਆਸੀ ਪ੍ਰਬੰਧ ਦਾ ਭਾਵ ਹੈ ਸਮਾਜ ਦੀ ਸੰਭਾਲ। ਇਹ ਦੋਨਾਂ ਬਿਨਾਂ ਇਨਸਾਨੀ ਤਰੱਕੀ ਨਾਮੁਮਕਿਨ ਹੈ। ਕਲਾਤਮਕ ਪ੍ਰਗਟਾਅ ਇੱਕ ਵਧੀਆ ਸਿਸਟਮ ਦੀ ਜ਼ਿੰਦਗੀ ਦਾ ਕਿਆਸ ਕਰਨਾ ਹੀ ਆਪਣੇ ਆਪ ਵਿੱਚ ਇੱਕ ਉਲਝਣਾ ਭਰਿਆ ਹੈ, ਕੁਆਇਟਿਕ ਹੈ। ਰੰਗਮੰਚ ਕਲਾ ਭਾਵੇਂ ਪ੍ਰਗਟਾਅ ਹੀ ਆਦਮੀ ਦਾ ਸਮਾਜ ਨੂੰ ਮੁਖਾਤਬ ਹੋਣ ਦਾ ਪਹਿਲਾ ਜ਼ਰੀਆ ਹੈ। ਆਦਮੀ ਦੇ ਪ੍ਰਗਟਾਅ ਕਰਨ ਦੇ ਯਤਨ ਵਿੱਚੋਂ ਹੀ ਸਾਰੀ ਕਲਾ ਪੈਦਾ ਹੋਈ ਹੈ। ਬਿਲਕੁਲ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਨਸਾਨ ਦੇ ਪ੍ਰਗਟਾਅ ਦਾ ਇਤਿਹਾਸ ਵਿੱਚ ਉਸਦੀ ਤਰੱਕੀ ਦਾ ਇਤਿਹਾਸ ਸਮੋਇਆ ਹੋਇਆ ਹੈ। ਜੇ ਦੇਖਿਆ ਜਾਵੇ ਪ੍ਰਗਟਾਅ ਦੇ ਨਜ਼ਰੀਏ ਤੋਂ ਰੰਗਮੰਚ ਕਲਾ ਦੂਜੀਆਂ ਕਲਾਵਾਂ ਤੋਂ ਬਹੁਤ ਅਲੱਗ ਹੈ। ਸਾਰੀਆਂ ਕਲਾਵਾਂ ਪੈਦਾ ਹੁੰਦੀਆਂ ਹੀ ਸਥਿਰ ਫਰੀਜ਼ ਹੋ ਜਾਂਦੀਆਂ ਨੇ, ਜਦੋਂ ਕਿ ਰੰਗਮੰਚ ਹਰਕਤ 'ਚ ਰਹਿੰਦਾ ਹੈ। ਬਾਕੀ ਕਲਾਵਾਂ ਪੁਰਾਣੀਆਂ ਤੇ ਬਾਸੀਆਂ ਵੀ ਹੋ ਜਾਂਦੀਆਂ ਨੇ। ਜਦੋਂ ਰੰਗਮੰਚ ਪੈਦਾ ਹੁੰਦੇ ਹੀ ਦਰਸ਼ਕਾਂ ਦੇ ਦਿਮਾਗਾਂ ਤੇ ਆਪਣੀ ਛਾਪ ਛੱਡ ਕੇ ਆਪ ਉਜਲ ਹੋ ਜਾਂਦਾ ਹੈ। ਇਸ ਨੂੰ ਜਦੋਂ ਵੀ ਪਰੋਸਿਆ ਜਾਂਦਾ ਹੈ ਤਾਂ ਤਾਜ਼ਾ ਹੀ ਪਰੋਸਿਆ ਜਾਂਦਾ ਹੈ। ਇਸ ਲਈ ਇਹਨਾਂ ਖੂਬੀਆਂ ਕਰਕੇ ਹੀ ਇਸ ਵਿੱਚ ਸਮੇਂ ਦੇ ਨਾਲ ਚੱਲਣ ਦੀ ਸਮਰੱਥਾ ਹੈ। ਜਰਾ ਆਦਿਵਾਸੀ ਜੀਵਨ ਤੇ ਗੌਰ ਕਰੀਏ। ਕਬੀਲਾ ਬੈਠਾ ਹੈ, ਅੱਗ ਬਲ ਰਹੀ ਹੈ, ਉਹਦੇ ਉੱਤੇ ਸ਼ਿਕਾਰ ਪੁੰਨਿਆ ਜਾ ਰਿਹਾ ਹੈ ਤਾਂ ਕਬੀਲੇ ਦਾ ਸਰਦਾਰ ਸ਼ਿਕਾਰੀ ਨੂੰ ਪੁੱਛਦਾ, ਕਿਉਂ ਬਈ, ਕਿਵੇਂ ਸ਼ਿਕਾਰ ਮਾਰਿਆ? ਭਾਸ਼ਾ ਹੈ ਨਹੀਂ, ਬੋਲੀ ਨਹੀਂ ਸੀ, ਤਾਂ ਉਹ ਆਪਣਾ ਪੂਰਾ ਐਕਸ਼ਨ ਕਰਕੇ, ਉਹ ਜਿਹੜੇ ਉਹਦੇ ਸਾਥੀ ਸੀ ਐਕਸ਼ਨ ਕਰਕੇ ਇੱਕ ਪੂਰਾ ਨਾਟਕ ਕਰਕੇ ਦਰਸਾਉਂਦੇ ਨੇ ਕਿ ਕਿਸ ਤਰ੍ਹਾਂ ਸ਼ਿਕਾਰ ਦੌੜਿਆ ਸਾਡੇ ਅੱਗੇ, ਕਿਸ ਤਰ੍ਹਾਂ ਅਸੀਂ ਫੜਿਆ, ਕਿਸ ਤਰ੍ਹਾਂ ਉਹਨੂੰ ਉੱਥੇ ਤੱਕ ਪਹੁੰਚੇ ਤੇ ਕਿਵੇਂ ਉਹਨੂੰ ਮਾਰਿਆ। ਸੋ ਇਸ਼ਾਰਿਆਂ ਦੀ ਬੋਲੀ ਮਨੁੱਖ ਦੀ ਪਹਿਲੀ ਬੋਲੀ ਹੈ ਜੋ ਅੱਜ ਵੀ ਬਰਕਰਾਰ ਹੈ। ਅੱਜ ਵੀ ਨਾ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੀ ਕਰਦੇ ਹਾਂ, ਅੱਖਾਂ ਨਾਲ, ਹੱਥਾਂ ਨਾਲ, ਪੈਰਾਂ ਨਾਲ ਜਾਂ ਸਿਰ ਹਿਲਾ ਕੇ ਹਾਂ ਜਾਂ ਨਾ ਕਰ ਦਿੰਦੇ ਹਾਂ। ਆਪਣੀ ਦਲੀਲ ਤੇ ਜ਼ੋਰ ਦੇਣ ਲਈ ਕਈ ਵਾਰੀ ਟੇਬਲ ਤੇ ਮੁੱਕਾ ਵੀ ਮਾਰਦੇ ਨੇ। ਇਹੋ ਜਿਹੇ ਇਹ ਜਿਹੜੇ ਇਸ਼ਾਰੇ ਨੇ, ਇਹ ਰੰਗਮੰਚ ਕਲਾ ਦੀ ਅਦਾਕਾਰੀ ਦਾ ਅਟੁੱਟ ਹਿੱਸਾ ਨੇ, ਅਟੁੱਟ ਹਿੱਸਾ। ਬਲਕਿ ਇਸ਼ਾਰਿਆਂ ਨੇ ਤਾਂ ਬਿਨਾਂ ਭਾਸ਼ਾ ਤੋਂ ਹੀ ਰੰਗਮੰਚ ਦੀ ਦੁਨੀਆ ਵਿੱਚ ਪੈਂਟੋਮਾਈਮ ਨਾਂ ਦਾ ਰੂਪ ਵਿੱਚ ਇੱਕ ਆਜ਼ਾਦ ਤੌਰ ਤੇ ਆਪਣਾ ਸਰੂਪ ਬਰਕਰਾਰ ਰੱਖਿਆ ਹੋਇਆ ਹੈ। ਪੈਂਟੋਮਾਈਮ ਬਿਲਕੁਲ ਆਜ਼ਾਦ ਕਲਾ ਹੈ। ਦੂਜੀ ਗੱਲ ਹੈ ਕਿ ਹਰ ਮਨੁੱਖ ਦੇ ਅੰਦਰ ਐਕਟਿੰਗ ਦੀ ਕਲਾ ਮੌਜੂਦ ਹੈ। ਅਦਾਕਾਰੀ ਦੇ ਗੁਣ ਮਨੁੱਖ ਦੇ ਨਾਲ ਹੀ ਪੈਦਾ ਹੋਏ ਨੇ।
ਅਤੇ ਵਿਕਸਿਤ ਹੁੰਦੇ ਨੇ। ਅਸੀਂ ਸਭ ਕਿਸੇ ਨਾ ਕਿਸੇ ਰੂਪ ਵਿੱਚ ਅਦਾਕਾਰ ਹਾਂ। ਜਦੋਂ ਅਸੀਂ ਕੁਛ ਨਾ ਪੋਜ਼ ਕਰ ਰਹੇ ਹੁੰਦੇ ਹਾਂ ਜਾਂ ਝੂਠ ਬੋਲ ਰਹੇ ਹੁੰਦੇ ਹਾਂ ਤਾਂ ਅਸੀਂ ਉਦੋਂ ਸਭ ਤੋਂ ਵਧੀਆ ਅਦਾਕਾਰੀ ਕਰ ਰਹੇ ਹੁੰਦੇ ਹਾਂ। ਬਿਲਕੁਲ ਜੀ, ਬਿਲਕੁਲ। ਅਦਾਕਾਰੀ ਮਨੁੱਖ ਦੀ ਸਭ ਤੋਂ ਪਹਿਲੀ ਕਲਾ ਹੈ, ਬਾਕੀ ਕਲਾਵਾਂ ਬਾਅਦ ਵਿੱਚ ਪੈਦਾ ਹੋਈਆਂ ਨੇ। ਇਸ ਲਈ ਪਹਿਲੇ ਚਿੱਤਰ ਜੋ ਅੱਜ ਵੀ ਗੁਫਾਵਾਂ ਦੇ ਵਿੱਚ ਉਕਰੇ ਹੋਏ ਨੇ ਉਹ ਵੇਖੇ ਜਾ ਸਕਦੇ ਨੇ ਕਿ ਮਨੁੱਖ ਦੇ ਸ਼ਿਕਾਰ ਖੇਡਣ ਦੇ ਨਜ਼ਾਰੇ ਹੀ ਪ੍ਰਗਟ ਕਰਦੇ ਨੇ। ਇਹ ਚਿੱਤਰਾਂ ਦੇ ਰੂਪ ਵਿੱਚ ਮਨੁੱਖ ਦੀ ਪਹਿਲੀ ਕਹਾਣੀ ਵੀ ਤੁਸੀਂ ਕਹਿ ਸਕਦੇ ਹੋ ਲਿਖਣ ਦੀ ਕਲਾ, ਕਹਾਣੀ ਲਿਖਣ ਦੀ ਕਲਾ ਵੀ ਬਿਰਾਜਮਾਨ ਹੈ ਇਹਦੇ ਵਿੱਚ। ਰੰਗਮੰਚ ਕਲਾ ਦੀ ਪਹਿਲੀ ਖੂਬੀ ਇਹ ਹੈ ਕਿ ਇੱਕੋ ਸਮੇਂ ਇਹ ਹਜ਼ਾਰਾਂ ਲੋਕਾਂ ਨੂੰ ਮੁਖਾਤਬ ਹੋ ਸਕਦਾ ਹੈ। ਵਰ੍ਹਿਆਂ ਚੋਂ ਪੁਸਤਕਾਲਿਆਂ ਵਿੱਚ ਪਈਆਂ ਕਿਤਾਬਾਂ ਪਈਆਂ ਰਹਿ ਜਾਂਦੀਆਂ ਨੇ, ਪਰ ਜਦੋਂ ਇਹਨਾਂ ਨੂੰ ਅਡਾਪਟ ਕਰਕੇ ਨਾਟਕੀ ਰੂਪ ਦੇ ਕੇ ਅਸੀਂ ਮੰਚ ਦੇ ਉੱਪਰ ਲਿਆਉਂਦੇ ਹਾਂ ਤਾਂ ਇੱਕੋ ਸਮੇਂ ਤੇ ਅਸੀਂ ਹਜ਼ਾਰਾਂ ਸਰੋਤਿਆਂ ਨੂੰ ਉਹ ਕਿਤਾਬਾਂ ਪੜ੍ਹਾ ਰਹੇ ਹੁੰਦੇ ਹਾਂ ਜਾਂ ਹਜ਼ਾਰਾਂ ਸਰੋਤੇ ਉਹ ਕਿਤਾਬਾਂ ਪੜ੍ਹ ਰਹੇ ਹੁੰਦੇ। ਮੈਂ ਲੇਖ ਸ਼ੁਰੂ ਕਰਨ ਦੇ ਆਰੰਭ 'ਚ ਜ਼ਿਕਰ ਕੀਤਾ ਸੀ ਕਿ ਮਨੁੱਖ ਦੀ ਦੂਜੀ ਵੱਡੀ ਪ੍ਰਾਪਤੀ ਉਸਦਾ ਸਿਆਸੀ ਪ੍ਰਬੰਧ ਹੈ। ਮਨੁੱਖ ਆਪਣੇ ਸ਼ਿਕਾਰੀ ਜੀਵਨ ਤੋਂ ਲੈ ਕੇ ਉਸ ਦੌਰ ਤੋਂ ਲੈ ਕੇ ਹੁਣ ਤੱਕ ਅਲੱਗ-ਅਲੱਗ ਸਿਆਸੀ ਪ੍ਰਬੰਧਾਂ ਵਿੱਚੋਂ ਗੁਜ਼ਰਿਆ। ਟੱਬਰ ਦਾ ਸੰਗਠਨ, ਕਬੀਲੇ ਦਾ ਸੰਗਠਨ, ਕਬੀਲਿਆਂ ਦੀਆਂ ਪੰਚਾਇਤਾਂ, ਛੋਟੇ-ਛੋਟੇ ਕਬੀਲਿਆਂ ਦੀਆਂ ਸਰਦਾਰੀਆਂ, ਛੋਟੇ-ਛੋਟੇ ਰਾਜਿਆਂ ਦੀਆਂ ਰਜਵਾੜਿਆਂ ਦੀਆਂ ਰਿਆਸਤਾਂ, ਜ਼ਗੀਰਦਾਰੀ ਯੁੱਗ ਔਰ ਵੱਡੇ-ਵੱਡੇ ਬਾਦਸ਼ਾਹਾਂ ਦੀਆਂ ਬਾਦਸ਼ਾਹਤਾਂ, ਤਾਨਾਸ਼ਾਹੀ, ਸਮਾਜਵਾਦ ਤੇ ਅੱਜ ਦਾ ਲੋਕਤੰਤਰ। ਭਾਵੇਂ ਅੱਜ ਪੂਰੀ ਦੁਨੀਆ ਦੇ ਵਿੱਚ ਲੋਕਤੰਤਰ ਬਰਕਰਾਰ ਨਹੀਂ ਹੈ ਅਜੇ ਵੀ, ਪਰ ਬਹੁਤ ਸਾਰੀ ਵੱਡੀ ਰਾਏ ਲੋਕਾਂ ਦੀ ਲੋਕਤੰਤਰ ਦੇ ਹੱਕ 'ਚ ਹੈ। ਇਹ ਵੱਖਰੀ ਗੱਲ ਹੈ ਕਿ ਰਾਜਨੀਤਿਕ ਸਿਧਾਂਤ ਲੋਕਤੰਤਰ ਨੂੰ ਆਪਣੇ ਆਪਣੇ ਨਜ਼ਰੀਏ ਤੋਂ ਦੇਖਦੇ ਨੇ। ਮੈਂ ਇੱਥੇ ਉਦਾਹਰਨ ਦੇਵਾਂਗਾ ਕਿ ਵਲਾਦੀਮੀਰ ਲੈਨਨ, ਉਹਨਾਂ ਦੇ ਅਨੁਸਾਰ ਹੈ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਹੀ ਵਿਸ਼ਾਲ ਲੋਕਤੰਤਰ ਪ੍ਰਦਾਨ ਕਰ ਸਕਦੀ ਹੈ। ਅੱਗੇ ਲੋਕਤੰਤਰ ਸਮਾਜਵਾਦ ਦਾ ਰਾਹ ਵਿਖਾਉਂਦਾ ਹੈ, ਇਹ ਉਹਨਾਂ ਦਾ ਕਥਨ ਹੈ। ਕਾਰਲ ਮਾਰਕਸ ਇਸ ਬਾਰੇ ਕਹਿੰਦੇ ਆ, ਅਸਲ ਲੋਕਤੰਤਰ ਉਦੋਂ ਹੀ ਬਹਾਲ ਹੋ ਸਕਦਾ ਹੈ ਜੇਕਰ ਪੈਦਾਵਾਰ ਦੇ ਵਸੀਲਿਆਂ ਤੇ ਸਭ ਸ਼ਹਿਰੀਆਂ ਦਾ ਇੱਕੋ ਜਿੰਨਾ ਅਧਿਕਾਰ ਹੋਵੇ। ਤੇ ਜੀ.ਬੀ. ਬਰਨਾਰਡ ਸ਼ਾਹ ਵੀ ਪਿੱਛੇ ਨਹੀਂ ਰਹਿੰਦੇ। ਉਹ ਕਹਿੰਦੇ ਨੇ ਡੈਮੋਕ੍ਰੇਸੀ ਉਹ ਜੰਤਰ ਹੈ ਜੋ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਸਾਨੂੰ ਅਜਿਹਾ ਪ੍ਰਬੰਧ ਹੀ ਮਿਲੇਗਾ ਜਿਸ ਦੇ ਅਸੀਂ ਹੱਕਦਾਰ ਹਾਂ। ਅਕਸਰ ਵਾਈਲਡ ਲੋਕਤੰਤਰ ਨੂੰ ਇੱਕ ਬੜਾ ਡੰਡਾ ਮੰਨਦਾ ਹੈ ਜੋ ਕਿ ਲੋਕਾਂ ਦੇ ਹੱਥ ਵਿੱਚ ਹੈ, ਲੋਕਾਂ ਵੱਲੋਂ ਹੈ ਅਤੇ ਲੋਕਾਂ ਵਾਸਤੇ। ਮਹਾਤਮਾ ਗਾਂਧੀ ਜੀ ਵੀ ਚੁੱਪ ਨਹੀਂ। ਉਹਨਾਂ ਦਾ ਵਿਸ਼ਵਾਸ ਹੈ ਕਿ ਸੱਚੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲਾ ਉਹੀ ਮਨੁੱਖ ਹੋ ਸਕਦਾ ਹੈ ਜੋ ਸ਼ਾਂਤਮਈ ਢੰਗ ਨਾਲ ਆਪਣੇ ਦੇਸ਼ ਦੀ ਅਤੇ ਸਮੂਹ ਮਨੁੱਖਤਾ ਦੀ ਰਾਖੀ ਕਰੇ। ਤੇ ਜਨਾਬ ਮੁਹੰਮਦ ਅਲੀ ਜਿਨਾਹ ਕਿਉਂ ਚੁੱਪ ਰਹਿਣਗੇ? ਉਹ ਫਰਮਾਉਂਦੇ ਨੇ ਕਿ ਜਮਹੂਰੀਅਤ ਮੁਸਲਮਾਨਾਂ ਦੇ ਲਹੂ ਵਿੱਚ ਹੈ ਜੋ ਕਿ ਸਭ ਮਨੁੱਖਾਂ ਨੂੰ ਬਰਾਬਰ ਸਮਝਦੇ ਨੇ, ਭਾਈਚਾਰੇ, ਬਰਾਬਰੀ ਅਤੇ ਆਜ਼ਾਦੀ ਵਿੱਚ ਵਿਸ਼ਵਾਸ ਰੱਖਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਲੋਕਤੰਤਰ ਦੀ ਬਹਾਲੀ ਲਈ ਲੋਕ ਜੂਝ ਰਹੇ ਨੇ। ਲੋਕਤੰਤਰ ਦਾ ਮਤਲਬ ਹੈ ਕਿ ਆਮ ਲੋਕਾਂ ਦੀ ਸਿਆਸੀ ਪ੍ਰਬੰਧ ਵਿੱਚ ਸ਼ਮੂਲੀਅਤ ਹੋਵੇ, ਖੁੱਲ੍ਹਾ ਅਤੇ ਆਜ਼ਾਦ ਸਮਾਜ ਜੋ ਕਿ ਆਦਮੀ ਦੇ ਹਿੱਤਾਂ ਅਤੇ ਹੱਕਾਂ ਤੇ ਉਸਦੇ ਗੌਰਵ ਦੀ ਰਾਖੀ ਕਰੇ ਅਤੇ ਉਸ ਦੀਆਂ ਉਮੀਦਾਂ ਤੇ ਖਰਾ ਉਤਰੇ। ਜੇਕਰ ਲੋਕਤੰਤਰ ਦੇ ਸੰਬੰਧ ਵਿੱਚ ਦੁਨੀਆ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਲੋਕਤੰਤਰ ਡੈਮੋਕ੍ਰੇਸੀ ਸ਼ਬਦ, ਡੈਮੋਕ੍ਰੇਸੀ ਢਾਂਚੇ, ਡੈਮੋਕ੍ਰੇਸੀ ਸਿਸਟਮ ਦਾ ਆਰੰਭ ਐਥਨਜ਼ ਮਤਲਬ ਕਿ ਯੂਨਾਨ ਵਿੱਚ ਹੋਇਆ। ਉੱਥੇ ਦੀ ਸ਼ੁਰੂਆਤ, ਉਸ ਤੋਂ ਬਾਅਦ ਅੱਗੇ ਚੱਲ ਕੇ ਯੂਰਪ 'ਚ ਇਸ ਦੀ ਸ਼ੁਰੂਆਤ ਹੁੰਦੀ ਹੈ। ਤੇ ਇਹ ਵੀ ਹੈਰਾਨੀਜਨਕ ਵਰਤਾਰਾ ਹੈ ਕਿ ਉਸੇ ਸਮੇਂ ਯੂਨਾਨ ਦੇ ਵਿੱਚ ਫਿਲਾਸਫੀ, ਰੰਗਮੰਚ, ਚਿੱਤਰਕਲਾ, ਬੁੱਤ ਸ਼ਿਕਨੀ, ਇਮਾਰਤ ਸਾਜੀ ਅਤੇ ਆਜ ਕਲਾਮਾਂ ਦਾ ਆਗਾਜ਼ ਦੀ ਤਰੱਕੀ ਵੀ ਉਦੋਂ ਹੋਈ। ਆਗਾਜ਼ ਵੀ ਹੋਇਆ, ਤਰੱਕੀ ਵੀ ਹੋਈ। ਇਸ ਵਰਤਾਰੇ ਤੋਂ ਇੱਕ ਹੋਰ ਨੁਕਤਾ ਵੀ ਸਮਝ ਆਉਂਦਾ ਹੈ ਕਿ ਕਲਾ ਦੇ ਇੱਕ ਪ੍ਰਗਟਾਓ ਦੀ ਤਰੱਕੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਲਾਕਾਰ ਕਿਸ ਤਰ੍ਹਾਂ ਦੇ ਪ੍ਰਬੰਧ ਵਿੱਚ ਜੀ ਰਿਹਾ ਹੈ। ਬਿਲਕੁਲ ਜੀ। ਕਿ ਉਹ ਇੱਕ ਆਜ਼ਾਦ ਸਮਾਜ ਅੰਦਰ ਇਨਸਾਨੀ ਹੱਕਾਂ ਨਾਲ ਜੀਵਨ ਬਤੀਤ ਕਰ ਰਿਹਾ ਹੈ ਅਤੇ ਉਹ ਕਲਾ ਨੂੰ ਸਮਰਪਿਤ ਹੋਇਆ ਲੋੜੀਂਦਾ ਗੌਰਵ ਹਾਸਲ ਕਰ ਰਿਹਾ ਹੈ। ਐਥਨ ਵਿੱਚ
ਜਿਹੜੀ ਉਸ ਸਮੇਂ ਦੀ ਡੈਮੋਕ੍ਰੇਸੀ ਸੀ, ਕੋਈ ਇਸ ਤਰ੍ਹਾਂ ਦੀ ਆਜ਼ਾਦੀ ਸੀ, ਬੜੀ ਅਜੀਬ ਕਿਸਮ ਦੀ ਆਜ਼ਾਦੀ ਸੀ ਕਿ ਉੱਥੇ ਉਸੇ ਸਮੇਂ ਸੁਕਰਾਤ, ਪਲੈਟੋ, ਐਰਿਸਟੋਟਲ ਸ਼ਰੇਆਮ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੇ ਸੀ, ਉਹਦੇ ਖਿਲਾਫ ਬੋਲ ਰਹੇ ਸੀ। ਸੁਕਰਾਤ ਕਹਿੰਦੇ, ਸੁਕਰਾਤ ਨੂੰ ਸਿਆਸੀ ਪ੍ਰਬੰਧ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਬਿਲਕੁਲ ਹੀ ਪਸੰਦ ਨਹੀਂ ਸੀ। ਪਲੇਟੋ ਕਹਿੰਦਾ ਲੋਕਤੰਤਰ ਵਿੱਚ ਆਜ਼ਾਦੀ ਦੀ ਜ਼ਿਆਦਾ ਖੁੱਲ੍ਹ ਤਾਨਾਸ਼ਾਹੀ, ਜ਼ੁਲਮ ਅਤੇ ਗੁਲਾਮੀ ਨੂੰ ਜਨਮ ਦਿੰਦੀ ਹੈ। ਔਰ ਐਰਿਸਟੋਟਲ ਫਰਮਾਉਂਦਾ ਲੋਕਤੰਤਰ ਵਿੱਚ ਗਰੀਬ ਲੋਕਾਂ ਦੇ ਹੱਥ ਵਿੱਚ ਜ਼ਿਆਦਾ ਤਾਕਤ ਆ ਜਾਂਦੀ ਹੈ ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਤੇ ਅੱਗੇ ਬੋਲਦਾ ਲੋਕਤੰਤਰ ਉਹ ਹੈ ਜਿਸ ਵਿੱਚ ਤਾਕਤ ਨੀਵੀਂ ਜਾਤ ਵਿੱਚ ਜਨਮੇ, ਕਮੀ ਕਮੀਣਾ ਦੇ ਹੱਥ ਵਿੱਚ ਆ ਜਾਂਦੀ ਹੈ। ਹਾਲਾਂਕਿ ਯੂਨਾਨ ਵਿੱਚ ਵੀ ਉਸ ਸਮੇਂ ਲੋਕਤੰਤਰ ਅਜੇ ਅਧੂਰਾ ਸੀ, ਜਿਸ ਵਿੱਚ ਬਹੁਤ ਵੱਡੀ ਤਾਦਾਦ ਔਰਤਾਂ, ਗੁਲਾਮਾਂ ਅਤੇ ਪਰਦੇਸੀ ਕਾਰਾਗਰਾਂ ਨੂੰ ਸਿਆਸਤ ਵਿੱਚ ਹਿੱਸਾ ਲੈਣ ਤੋਂ ਵਰਜ ਰਹੀ ਸੀ। ਖੈਰ, ਯੂਨਾਨੀ ਲੋਕਤੰਤਰ ਦਾ ਇਤਿਹਾਸ ਮੁੱਢਲਾ, ਅਧੂਰਾ, ਜਾਂ ਇਸ ਦਾ ਜਨਮ ਦਾ ਰੰਗਮੰਚ ਦੀ, ਪਰ ਇਸ ਦਾ ਜਿਹੜਾ ਜਨਮ ਸੀ ਉਹ ਰੰਗਮੰਚ ਦੀ ਕੁੱਖ ਚੋਂ ਹੋਇਆ। ਬੜੀ ਹੈਰਾਨੀ ਦੀ ਗੱਲ ਹੈ, ਐਥਨਜ਼ ਵਿੱਚ ਹਰ ਸਾਲ ਰੰਗਮੰਚ ਦੇ ਦੋ ਮੇਲੇ ਕਰਨ ਦਾ ਰਿਵਾਜ ਸੀ, ਇੱਕ ਸ਼ਹਿਰੀ ਤੇ ਇੱਕ ਪੇਂਡੂ। ਇਹ ਕਈ ਮਹੀਨੇ ਚੱਲਿਆ ਕਰਦੇ ਸੀ। ਇਹਨਾਂ ਵਿੱਚ ਗੀਤਾਂ ਤੇ ਨਾਚਾਂ ਦੁਆਰਾ ਇੱਕ ਸਮੂਹ ਟੋਲੀ ਜਿਹੜੀ ਹੁੰਦੀ ਸੀਗੀ ਉਹ ਆਰਾਧਨਾ ਕਰਦੀ ਸੀ ਦੇਵਤਿਆਂ ਦੀ। ਪਰ ਇੱਕ ਵਾਰੀ ਇੱਕ ਘਟਨਾ ਵਾਪਰੀ ਕਿ ਜਿਹੜਾ ਟੋਲੀ ਦਾ ਆਗੂ ਸੀਗਾ ਉਹ ਪਾਸੇ ਹਟ ਕੇ ਖੜਾ ਹੋ ਗਿਆ। ਬਾਕੀ ਸਮੂਹਕ ਟੋਲੀ ਆਪਣਾ ਗੀਤ ਤੇ ਨਾਚ ਕਰਦੀ ਰਹੀ। ਜਦੋਂ ਅੰਤ ਹੋਇਆ ਗੀਤ ਤੇ ਨਾਚ ਦਾ ਤਾਂ ਉਸਨੇ ਰੰਗਮੰਚ ਦੇ ਕੇਂਦਰ ਚ ਆ ਗਿਆ ਤੇ ਉਹ ਡਾਇਲੌਗ ਬੋਲਣੇ ਸ਼ੁਰੂ ਕਰ ਦਿੱਤੇ। ਉਹ ਲੋਕਾਂ ਨੇ ਬਹੁਤ ਪਸੰਦ ਕੀਤੇ। ਉਸਨੇ ਰੰਗਮੰਚ ਦਾ ਸਰੂਪ ਹੀ ਬਦਲ ਦਿੱਤਾ, ਯੂਨਾਨੀ ਰੰਗਮੰਚ ਦਾ। ਔਰ ਇਹ ਹੋਇਆ ਕਿ ਉਸ ਦੀ ਜੋ ਪ੍ਰਦਰਸ਼ਨੀ ਸੀ ਉਸ ਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ। ਇਸ ਤੋਂ ਬਾਅਦ ਦਰਸ਼ਕਾਂ ਵਿੱਚ ਨਵੀਂ ਕਿਸਮ ਦਾ ਰੰਗਮੰਚ ਹਰਮਨ ਪਿਆਰਾ ਹੋ ਗਿਆ, ਕਿਉਂਕਿ ਰੰਗਮੰਚ ਹੁਣ ਕੇਵਲ ਦੇਵਤਿਆਂ ਦੀ ਆਰਾਧਨਾ ਨਹੀਂ ਸੀ ਕਰਦਾ, ਉਹ ਲੋਕਾਂ ਦੀ ਖੁਸ਼ੀ, ਗਮੀ, ਦੁੱਖ, ਸੁੱਖ ਦਾ ਪ੍ਰਗਟਾਓ ਵੀ ਕਰਦਾ ਸੀ। ਇਸ ਅਦਾਕਾਰ ਦਾ ਨਾਮ ਸੀ ਥੈਸਪਿਸ, ਜਿਸ ਨੂੰ ਰੰਗਮੰਚ ਦੇ ਇਤਿਹਾਸ ਵਿੱਚ ਪਹਿਲਾ ਅਦਾਕਾਰ, ਪਹਿਲਾ ਨਿਰਦੇਸ਼ਕ ਤੇ ਪਹਿਲਾ ਨਾਟਕਕਾਰ ਮੰਨਿਆ ਗਿਆ। ਇਸ ਤੋਂ ਬਾਅਦ ਆਉਂਦੇ ਨੇ ਆਪਣਾ ਐਸਕਾਈਲਸ ਵਗੈਰਾ, ਸੋਫੋਕਲੀਜ਼, ਯੂਰੀਪੀਡੀਜ਼, ਇਸ ਤੋਂ ਬਹੁਤ ਬਾਅਦ ਚੱਲਦੇ ਨੇ, ਉਹਨਾਂ ਦਾ ਆਗਮਨ ਹੁੰਦਾ। ਰੰਗਮੰਚ ਦੇ ਪੁਰਾਣੇ ਸਰੂਪ ਨੂੰ ਨਵੇਂ ਸਰੂਪ ਵਿੱਚ ਢਾਲਣ ਦਾ ਸਿਹਰਾ ਜੋ ਥੈਸਪਿਸ ਨੇ ਕੀਤਾ, ਉਹ ਸਿਹਰਾ ਉਹਨੂੰ ਜਾਂਦਾ ਹੈ। ਪਰ ਰੰਗਮੰਚ ਦੁਆਰਾ ਲੋਕਤੰਤਰ ਪੈਦਾ ਕਰਨ ਦਾ ਸਿਹਰਾ ਪਸਿਸਤਰਾਤੋਸ, ਨੌ ਬੜੇ ਔਖੇ ਜਿਹੇ, ਸੌਰੀ, ਪਸਿਸਤਰਾਤੋਸ ਨੂੰ ਜਾਂਦਾ ਹੈ। ਉਹ ਇੱਕ ਜਰਨੈਲ ਸੀ ਔਰ ਬੜਾ ਲਿਆਕਤ ਵਾਲਾ ਸੀ, ਲਿਟਰੇਚਰ ਦਾ ਸ਼ੌਕੀਨ ਸੀ। ਉਸਨੇ ਹੋਮਰ ਦੀਆਂ ਦੋ ਕਵਿਤਾਵਾਂ ਦਾ ਜਿਹੜੀਆਂ ਸੀ, ਈਲੀਅਡ ਤੇ ਓਡੀਸੀ, ਨੂੰ ਲਿਪੀਬੱਧ ਕਰਵਾਇਆ। ਪਹਿਲੀ ਵਾਰ ਉਸਨੇ ਐਥਨ ਦੇ ਵਿੱਚ ਪੁਸਤਕਾਲय ਦੀ ਨੀਂਹ ਰੱਖੀ। ਉਹਨੂੰ ਦੂਜੇ ਵਿਰੋਧੀਆਂ ਵੱਲੋਂ ਇੱਕ ਅਤਿਆਚਾਰੀ ਵੀ ਗਰਦਾਨਿਆ ਗਿਆ, ਪਰ ਐਥਨਜ਼ ਦੀ ਜਿੰਨੀ ਤਰੱਕੀ ਉਸਦੇ ਰਾਜ ਵਿੱਚ ਹੋਈ, ਜਿੰਨੇ ਸ਼ਹਿਰੀ ਉਸਦੇ ਰਾਜ ਵਿੱਚ ਸੁਖੀ ਸਨ, ਉਸ ਤੋਂ ਪਹਿਲਾਂ ਕਦੇ ਨਹੀਂ ਸੀ। ਉਸਦੇ ਰਾਜ ਵਿੱਚ ਚਾਰੇ ਕਬੀਲੇ ਹਮੇਸ਼ਾ ਆਪਸ ਚ ਲੜਦੇ ਰਹਿੰਦੇ ਸਨ। ਉਹਨੂੰ ਬੜੀ ਦੁੱਖ ਦੀ ਗੱਲ ਸੀ। 4 ਕਬੀਲੇ ਸੀ ਉਸਦੇ ਰਾਜ ਐਥਨ ਚ, ਉਹ ਲੜਦੇ ਰਹਿੰਦੇ ਸੀ। ਪਸਿਸਤੋਰਸ ਨੂੰ ਅੱਛਾ ਨਹੀਂ ਸੀ ਲੱਗਦਾ। ਐਥਨ ਵਿੱਚ ਚਾਰੇ ਕਬੀਲੇ ਆਪਣੇ ਰੰਗਮੰਚ ਮੇਲਿਆਂ ਦਾ ਪ੍ਰਯੋਜਨ ਕਰਦੇ ਸੀ। ਪਸਿਸਤੋਰਸ ਨੇ ਚਾਰੇ ਕਬੀਲਿਆਂ ਨੂੰ ਇਕੱਠਾ ਕੀਤਾ, ਉਹਨਾਂ ਨੂੰ ਸਮਝਾਇਆ, ਉਹਨਾਂ ਨੂੰ ਪ੍ਰੇਰਿਆ ਕਿ ਇੱਕੋ ਥਾਂ ਦੇ ਉੱਤੇ ਨਾਟਕ ਮੇਲੇ ਕਰਿਆ ਕਰੋ। ਇਹ ਬੜਾ ਹੀ ਇੱਕ ਇਨਕਲਾਬੀ ਕਦਮ ਸੀ। ਚਾਰੇ ਕਬੀਲੇ ਇੱਕੋ ਜਗ੍ਹਾ ਇਕੱਠੇ ਹੋਣ ਲੱਗ ਗਏ। ਐਥਨ ਵਾਸੀਆਂ ਵਿੱਚ ਮਿਲ ਜੁਲ ਕੇ ਰਹਿਣ ਦੀ ਜਾਗਰੂਕਤਾ ਪੈਦਾ ਹੋਣ ਲੱਗੀ, ਜਿਸ ਦੇ ਆਧਾਰ ਤੇ ਇੱਕ ਅਸੈਂਬਲੀ, ਪਹਿਲੀ ਵਾਰ ਸੰਸਾਰ 'ਚ ਇੱਕ ਅਸੈਂਬਲੀ ਦਾ ਨਿਰਮਾਣ ਹੋਇਆ,
ਜਿਸ ਦੇ ਮੈਂਬਰ ਵੋਟਾਂ ਰਾਹੀਂ ਲਾਟਰੀ ਨਾਲ ਚੁਣੇ ਜਾਂਦੇ ਸੀ ਤੇ ਕਬੀਲਿਆਂ ਦੀ ਗਿਣਤੀ ਦੇ ਹਿਸਾਬ ਜਾਂ ਕਬੀਲਿਆਂ ਦੇ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ਨਹੀਂ ਸੀ ਚੁਣਿਆ ਜਾਂਦਾ। ਸੋ ਇਹ ਪਹਿਲੀ ਡੈਮੋਕ੍ਰੇਸੀ ਨਾਟਕ ਰਾਹੀਂ, ਰੰਗਮੰਚ ਰਾਹੀਂ ਪੈਦਾ ਹੋਈ। ਇਸ ਤਰ੍ਹਾਂ ਦੁਨੀਆ ਵਿੱਚ ਪਹਿਲੀ ਵਾਰ ਲੋਕਤੰਤਰ ਦਾ ਆਰੰਭ ਹੋਇਆ, ਜਿਸ ਨੂੰ 104 ਸਾਲ ਇੱਥੋਂ ਵਾਸੀਆਂ ਨੇ ਮਾਣਿਆ। ਰੰਗਮੰਚ ਦੀ ਪ੍ਰੇਰਨਾ ਸਦਕਾ ਸਰਕਾਰੀ ਪ੍ਰਬੰਧ ਵਿੱਚ ਆਮ ਸੁਧਾਰ ਲੋਕਾਂ ਦੀ ਵੱਧ ਚੜ ਕੇ ਇੰਨੀ ਨੁਮਾਇੰਦਗੀ ਹੋਈ। ਪਲੇਟੋ, ਜੋ ਕਿ ਰੰਗਮੰਚ, ਜੋ ਲੋਕਤੰਤਰ ਦੇ ਖਿਲਾਫ ਸੀ, ਉਹਨੇ ਰੰਗਮੰਚ ਦੇ ਖਿਲਾਫ ਵੀ ਹੋ ਗਿਆ। ਉਹਨੇ ਲਿਖਿਆ, ਦ ਵਰਸਟ ਫਾਰਮ ਆਫ ਗਵਰਨਮੈਂਟ ਵਾਜ਼ ਥੀਏਟੋਕ੍ਰੇਸੀ। ਥੀਏਟਰ ਨੂੰ ਕਹਿੰਦੇ ਥੀਏਟੋਕ੍ਰੇਸੀ। ਔਰ ਜਿਸ ਦਾ ਅਰਥ ਇਹ ਸੀ ਉਹਨੇ ਦਿੱਤਾ, ਨਾਟਕਬਾਜ਼ਾਂ ਦੀ, ਤਮਾਸ਼ਬੀਨਾਂ ਦੀ, ਕੂੜੇ ਕਰਕਟ ਦੀ, ਜਨ ਸਧਾਰਨ ਦੀ ਇਹ ਭੀੜ ਦੀ ਸਰਕਾਰ ਹੈ। ਇਸ ਤੋਂ ਬਾਅਦ ਜੰਗ ਸ਼ੁਰੂ ਹੋ ਗਈ। ਸਪਾਰਟਾ ਦੀ ਔਰ ਐਥਨਸ ਦੀ ਆਪਸ ਵਿੱਚ ਲੜਾਈ ਰਹਿੰਦੀ ਸੀ। ਸਪਾਰਟਾ ਦੇ ਹੱਥੋਂ ਐਥਨਸ ਹਾਰ ਗਿਆ, ਐਥਨਸ ਖੇਰੂ ਹੋ ਗਿਆ। ਇਸੇ ਨਾਲ ਹੀ ਐਥਨਸ ਵਿੱਚ ਰੰਗਮੰਚ ਦਾ ਯੁੱਗ ਖਤਮ ਹੋ ਗਿਆ ਤੇ ਨਾਲ ਹੀ ਲੋਕਤੰਤਰ ਦਾ ਯੁੱਗ ਵੀ ਉੱਥੇ ਐਥਨਸ ਵਿੱਚ ਇੱਕ ਵਾਰੀ ਖਤਮ ਹੋ ਗਿਆ। ਦੋਸਤੋ, ਇਤਿਹਾਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਰੰਗਮੰਚ ਅਤੇ ਲੋਕਤੰਤਰ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ, ਇੱਕ ਦੂਸਰੇ ਬਿਨਾਂ ਨਹੀਂ ਰਹਿ ਸਕਦੇ। ਪਰ ਇਹ ਵੀ ਨਹੀਂ ਕਿ ਰੰਗਮੰਚ ਨਾਲ ਲੋਕਤੰਤਰ ਦਾ ਕੋਈ ਵਿਰੋਧ ਨਹੀਂ ਹੈ। ਜਦੋਂ ਲੋਕਤੰਤਰ ਕੇਵਲ ਨਾਂ ਦਾ ਲੋਕਤੰਤਰ ਰਹਿ ਜਾਂਦਾ, ਜਦੋਂ ਇੱਕ ਖਾਸ ਵਰਗ ਲੋਕਤੰਤਰ ਦਾ ਮਖੌਟਾ ਪਾ ਕੇ ਦੇਸ਼ ਦੇ ਆਰਥਿਕ ਵਸੀਲਿਆਂ ਉੱਤੇ ਕਾਬਜ਼ ਹੋ ਜਾਂਦਾ, ਤਾਂ ਰੰਗਮੰਚ ਇਸ ਬੇਇਨਸਾਫੀ ਦੇ ਖਿਲਾਫ ਲੜਨ ਲਈ ਆਵਾਮ ਨੂੰ ਜਾਗਰੂਕ ਕਰਦਾ। ਉਦੋਂ ਲੋਕਾਂ ਦੀ ਜ਼ਬਾਨ ਬਣਦਾ, ਉਹਨਾਂ ਦੇ ਨਾਲ ਖੜਾ ਹੁੰਦਾ। ਇਹੋ ਕਾਰਨ ਹੈ ਕਿ ਲੋਕਤੰਤਰ ਵਿੱਚ ਵੀ ਰੰਗਮੰਚ ਤੇ ਪਾਬੰਦੀ ਲੱਗ ਜਾਂਦੀ ਹੈ। ਪਰ ਰੰਗਮੰਚ ਡਰ ਕੇ ਨਹੀਂ ਬੈਠਦਾ। ਉਹ ਬੇਇਨਸਾਫੀ ਦੇ ਖਿਲਾਫ ਗੁਰੀਲਾ ਜੰਗ ਲੜਦਾ ਹੈ। ਉਹ ਕਦੇ ਘਰਾਂ ਦੀਆਂ ਛੱਤਾਂ ਤੇ ਜਾਂ ਘਰਾਂ ਦੀਆਂ ਬੇਸਮੈਂਟਾਂ ਭੋਰਿਆਂ 'ਚ, ਕਦੇ ਪਾਰਕਾਂ 'ਚ, ਕਦੇ ਫੈਕਟਰੀਆਂ ਦੇ ਗੇਟਾਂ ਤੇ, ਕਦੇ ਹਾਥਿਆਂ ਦਾ ਇਸਤੇਮਾਲ ਕਰਦਾ। ਰੰਗਮੰਚ ਦੁਨੀਆ ਭਰ ਵਿੱਚ ਅੱਜ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤਸ਼ੱਦਦ ਅਤੇ ਪਾਬੰਦੀਆਂ ਦੇ ਬਾਵਜੂਦ ਸੱਚੀ ਜਮਹੂਰੀਅਤ ਤੇ ਇਨਸਾਨੀ ਹੱਕਾਂ ਦੀ ਬਹਾਲੀ ਲਈ ਜਦੋਜਹਿਦ ਕਰ ਰਿਹਾ, ਆਵਾਮ ਨੂੰ ਜਾਗਰੂਕ ਕਰ ਰਿਹਾ। ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਰੰਗਮੰਚ ਅਤੇ ਲੋਕਤੰਤਰ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਤੇ ਅਸਲ ਲੋਕਤੰਤਰ ਦੀ ਪ੍ਰਾਪਤੀ ਉਪਰੰਤ ਉਸ ਨੂੰ ਸੁਧਾਰਨ, ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ, ਲੋਕਤੰਤਰ ਨੂੰ ਸਿਹਤਮੰਦ ਅਤੇ ਬਰਕਰਾਰ ਰੱਖਣ ਲਈ ਰੰਗਮੰਚ ਜ਼ਰੂਰੀ ਹੈ। ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਵੱਲੋਂ ਬੇਪਰਵਾਹ ਹੋ ਜਾਂਦੇ ਨੇ, ਆਪਣੇ ਫਰਜ਼ ਭੁੱਲ ਜਾਂਦੇ ਨੇ, ਭ੍ਰਿਸ਼ਟ ਤੇ ਬੇਸ਼ਰਮ ਹੋ ਜਾਂਦੇ ਨੇ, ਰੰਗਮੰਚ ਲੋਕਾਂ ਦੀ ਆਵਾਜ਼ ਬਣ ਕੇ ਅਸੈਂਬਲੀ ਅਤੇ ਸੰਸਦਾਂ ਵਿੱਚ ਬਦਮਸਤ ਬੈਠੇ ਨੁਮਾਇੰਦਿਆਂ ਨੂੰ ਝੰਜੋੜਦਾ ਹੈ, ਉਹਨਾਂ ਨੂੰ ਉਹਨਾਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਾਉਂਦਾ ਹੈ ਤੇ ਉਹਨਾਂ ਨੂੰ ਨੰਗਿਆ ਕਰਦਾ ਹੈ। ਰੰਗਮੰਚ ਸੰਸਦਾਂ ਦੇ ਬਰਾਬਰ, ਸੰਸਦ ਦੇ ਪੈਰਲਲ, ਅਸੈਂਬਲੀਆਂ ਦੇ ਪੈਰਲਲ ਇੱਕ ਨਵੀਂ ਸੰਸਦਾਂ ਤੇ ਨਵੀਆਂ ਅਸੈਂਬਲੀਆਂ ਖੜੀਆਂ ਕਰਦਾ ਹੈ। ਪ੍ਰਬੰਧ ਜਿੰਨਾ ਮਰਜ਼ੀ ਜਮਹੂਰੀਅਤ ਦਾ ਦਾਅਵਾ ਕਰੇ, ਪਰ ਉਸਦੀ ਆਪਣੇ ਜਮਾਤੀ ਹਿੱਤ ਵੀ ਹੁੰਦੇ ਨੇ, ਉਹਦੇ ਆਪਣੇ ਜਮਾਤੀ ਲੁਕਵੇਂ ਏਜੰਡੇ ਹੁੰਦੇ ਨੇ, ਜਿਨ੍ਹਾਂ ਬਾਰੇ ਕੇਵਲ ਰੰਗਮੰਚ ਹੀ ਲੋਕਾਂ ਨੂੰ ਸੁਚੇਤ ਕਰਦਾ ਹੈ। ਇਹੋ ਕਾਰਨ ਹੈ ਕਿ ਸਰਕਾਰਾਂ ਅਕਸਰ ਕਿਸੇ ਨਾ ਕਿਸੇ ਢੰਗ ਨਾਲ ਰੰਗਮੰਚ ਦਾ ਵਿਰੋਧ ਕਰਦੀਆਂ ਨੇ ਅਤੇ ਇਸ ਕਲਾ ਦੀ ਹੌਸਲਾ ਅਫਜ਼ਾਈ ਕਰਨ ਤੋਂ ਗੁਰੇਜ਼ ਕਰਦੀਆਂ ਨੇ। ਇਹ ਆਮ ਵੇਖਣ ਵਿੱਚ ਆਇਆ ਕਿ ਸਰਕਾਰ ਦੇ ਬਜਟ ਦੇ ਸੱਭਿਆਚਾਰਕ ਖਾਤੇ ਵਿੱਚ ਰੰਗਮੰਚ ਲਈ ਬਹੁਤ ਹੀ ਨਿਗੂਣੀ ਜਿਹੀ ਰਕਮ ਰੱਖੀ ਜਾਂਦੀ ਤੇ ਕਈ ਵਾਰੀ ਤਾਂ ਰੱਖੀ ਨਹੀਂ ਜਾਂਦੀ। ਸਰਕਾਰ ਜਿੰਨੀ ਲੋਕਾਂ ਤੋਂ ਵੱਧ ਦੂਰੀ ਬਣਾ ਕੇ ਰੱਖਦੀ ਹੈ, ਇਸ ਤੋਂ ਕਈ ਗੁਣਾ ਜ਼ਿਆਦਾ ਸਰਕਾਰ ਲੋਕਾਂ ਨੂੰ ਰੰਗਮੰਚ ਤੋਂ ਦੂਰ ਰੱਖਣ ਦਾ ਯਤਨ ਵੀ ਕਰਦੀ ਹੈ ਤੇ ਤਰੀਕੇ ਲੱਭਦੀ ਹੈ। ਪਰ ਇਤਿਹਾਸ ਗਵਾਹ ਹੈ ਕਿ ਰੰਗਮੰਚ ਹਮੇਸ਼ਾ ਲੋਕਾਂ ਦੇ ਨਾਲ ਖੜਾ ਹੈ। ਲੋਕਾਂ ਦਾ ਰੰਗਮੰਚ ਨਾਲ ਅਟੁੱਟ ਰਿਸ਼ਤਾ ਹੈ, ਕਿਉਂਕਿ ਲੋਕ ਹੀ ਲੋਕਤੰਤਰਤਾ ਹਨ। ਯੂਨਾਨੀ ਭਾਸ਼ਾ ਵਿੱਚ ਡੈਮੋ ਸ਼ਬਦ ਦੇ ਅਰਥ ਹਨ ਆਮ ਲੋਕ,
मतलब कि आवाम इत्थे ये दसना भी जरूरी हो जाता है कि रंगमंच उपर भी बहुत वड्डी जिम्मेवारी है। जिथे रंगमंच लोगों को जागृत रखना चाहता है रखता है, उथे रंगमंच अपने आप उपर निगरानी भी रखने की जिम्मेवारी लेंदा है, क्यों खुद तो भ्रष्ट नहीं हो रहा। जिथे किते लोकतंत्रता नाल उसकी दोस्ती है, उत्थे नाल दी नाल बहुत जगह उसकी विरोधता भी है। जिस तरह मैं ऊपर दस के आया कि जो लोगों के नुमाइंदे अपने फर्ज भुल जाते। सो अपने आप के उत्ते निगरानी रखनी रंगमंच लिए जरूरी है कि वो खुद भ्रष्ट नहीं हो रहा, उस अंदर बिगाड़ तो नहीं पैदा हो रहे, कि अपना राह तो नहीं छड्ड रहा। इत्थे मैं अंत दे विच इस विचार को होर स्पष्ट करने लई स्पैनिश नाटककार गार्सिया लोरका का कथन दोहराऊंगा। तो इस दे नाल ही अपने इस इनू परचा समझ लो या अपनी मेरे विचार समझ लो, ये अंत करांगा। गार्सिया लोरका बड़ा प्रसिद्ध नाटककार होया दुनिया का। वो लिखता है, ओ कौम जो अपने रंगमंच नूं हौसला अते मदद मुहैया नहीं करती। दोबारा मैं दोहराना, ओ कौम जो अपने रंगमंच नूं हौसला अते मदद मुहैया नहीं करती, जे वो मरी नहीं तो मरन दे कागार ते है, जाओ मरन वाले पासे जा रही है। अगे कहता है, इसे तरह जो रंगमंच अपने लोगों के हंझुआं ते हासे दे पिछे समाजिक ते इतिहासक नब्ज नहीं फड़ता, अपने लोगों की सच्ची सुच्ची रूहानी अते कुदरती तस्वीर पेश नहीं करता, उसनू रंगमंच कहण दा हक नहीं है। वो कहता है वो महज एक तमाशा है। शुक्रिया दोस्तों। हाँ जी दमन साहब, तुहाडा बहुत बहुत धन्यवाद। हुण असीं सच्ची मुच्ची जिन्नू गुफ्तगू कहंदे ने ਉਹਦੇ ਵੱਲ ਚੱਲਦੇ ਹਾਂ जी। ਇਸ ਤੋਂ ਪਹਿਲਾਂ ਕਿ ਆਪਾਂ ਕੋਈ ਸਵਾਲ ਤੁਹਾਨੂੰ ਕਰੀਏ, ਮੈਂ ਉਹਨਾਂ ਦੋਸਤਾਂ ਦੇ ਜ਼ਰੂਰ ਨਾਂ ਲੈਣੇ ਚਾਹਾਂਗਾ ਜਿਹੜੇ ਸਾਡੇ ਨਾਲ ਚੱਲ ਰਹੇ ਨੇ, ਜਿਹੜੇ ਸਾਡੀ ਗੱਲ ਨੂੰ ਸੁਣ ਰਹੇ ਨੇ, ਤੁਹਾਡੀਆਂ ਗੱਲਾਂ ਨੂੰ ਜਿਨ੍ਹਾਂ ਨੇ ਬਹੁਤ ਅੱਛੀ ਤਰ੍ਹਾਂ ਸੁਣਿਆ ਔਰ ਲਾਜ਼ਮੀ ਤੌਰ ਤੇ ਹੁਣ ਉਹਨਾਂ ਦੇ ਸਵਾਲ ਵੀ ਹੋਣਗੇ। ਸਾਡੇ ਨਾਲ ਨੇ ਡਾਕਟਰ ਕਮਲੇਸ਼ ਉੱਪਲ ਜੀ, ਡਾਕਟਰ ਸਾਹਿਬ ਸਿੰਘ, ਕਰਮ ਸਿੰਘ ਹੁੰਦਲ, ਚੰਦਰ ਅਦੀਬ ਅਕਸਰ ਰੋਜ਼ ਹੁੰਦੇ ਨੇ, ਇੰਦਰਜੀਤ ਭਾਟੀਆ ਜੀ ਵੀ ਸਾਡੇ ਨਾਲ ਹਮੇਸ਼ਾ ਹੀ ਹਾਜ਼ਰ ਹੁੰਦੇ ਨੇ, ਅੱਜ ਵੀ ਨੇ। ਔਰ ਅਸੀਂ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੇ ਹੋ ਸਕਦਾ ਇੰਨੇ ਲੰਬੇ ਭਾਸ਼ਣ ਦੌਰਾਨ ਜਾਂ ਪਰਚੇ ਦੌਰਾਨ ਕੁਛ ਨਾ ਮੇਰੇ ਕੋਲੋਂ ਰਹਿ ਵੀ ਗਏ ਹੋਣ ਜਿਹੜੇ ਮੈਂ ਲੈ ਨਾ ਸਕਾਂ ਹੋਵਾਂ। ਇੰਦਰਜੀਤ ਗੋਲਡੀ ਦਾ ਨਾਮ ਲੈ ਸਕਦਾ ਮੈਂ, ਜਿਹੜਾ ਮੈਨੂੰ ਇੱਕਦਮ ਯਾਦ ਆ ਗਿਆ। ਸੁਰੇਸ਼ ਮਹਿਤਾ ਜੀ, ਇਹ ਵੀ ਸਾਡੇ ਨਾਲ ਅਕਸਰ ਹੁੰਦੇ ਨੇ, ਕੋਈ ਦਿਨ ਖਾਲੀ ਨਹੀਂ ਜਾਂਦਾ। ਜਗਜੀਤ ਸਰੀਨ ਜੀ ਸਾਡੇ ਨਾਲ ਹਮੇਸ਼ਾ ਹੁੰਦੇ ਨੇ। ਇਹ ਸਾਰੇ ਦੋਸਤ ਸਾਡੇ ਨਾਲ ਨੇ। ਬਲਕਾਰ ਸਿੱਧੂ ਨੇ ਕਿਹਾ ਕਿ ਹੁਣ ਬੌਧਿਕ ਸਵਾਲ ਕਰਨ ਦੀ ਤਵੱਕੋ ਸ਼ਬਦੀਸ਼ ਤੋਂ ਰੱਖੀ, ਜਾਣੀ ਮੇਰੇ ਤੋਂ। ਮੈਨੂੰ ਨਹੀਂ ਪਤਾ ਮੈਂ ਉਸ ਲੈਵਲ ਦੇ ਸਵਾਲ ਕਰਾਂਗਾ ਕਿ ਨਹੀਂ ਕਰਾਂਗਾ। ਦਮਨ ਸਾਹਿਬ, ਮੈਂ ਸਭ ਤੋਂ ਪਹਿਲੀ ਗੱਲ ਤੇ ਇਹੀ ਕਰਨੀ ਚਾਹੁੰਦਾ ਕਿ ਜਦੋਂ ਦੁਨੀਆ ਭਰ ਦੇ ਵਿੱਚ ਪੂੰਜੀਵਾਦ ਨੇ ਪਸਾਰਾ ਕੀਤਾ ਤੇ ਲੋਕਤੰਤਰ ਦੇ ਨਾਂ ਦੇ ਉੱਤੇ ਕਿਹਾ ਗਿਆ ਕਿ ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ ਦੁਨੀਆ ਭਰ ਦੇ ਵਿੱਚ ਸਥਾਪਿਤ ਕੀਤਾ ਜਾਏਗਾ, ਲੋਕਤੰਤਰ ਦੀ ਇਹ ਬੁਨਿਆਦ ਹੈ। ਪਰ ਜੇ ਅਸੀਂ ਸੱਚਮੁੱਚ ਦੁਨੀਆ ਭਰ ਦੇ ਤਜਰਬੇ ਨੂੰ ਦੇਖੀਏ ਤਾਂ ਸ਼ਾਇਦ ਦੁਨੀਆ ਭਰ ਦੇ ਅੰਦਰ ਕੋਈ ਐਸਾ ਮੁਲਕ ਨਹੀਂ ਹੈ ਜਿੱਥੇ ਸੱਚੀ ਮੁੱਚੀ ਇਹ ਤਿੰਨ ਚੀਜ਼ਾਂ ਲਾਗੂ ਹੋਈਆਂ ਹੋਣ, ਸੁਤੰਤਰਤਾ, ਭਾਈਚਾਰਾ ਤੇ ਬਰਾਬਰੀ। ਇਹ ਤਿੰਨੇ ਚੀਜ਼ਾਂ ਕਿਤੇ ਵੀ ਲਾਗੂ ਨਹੀਂ ਹੋ ਸਕੀਆਂ। ਘੱਟ ਵੱਧ ਦੇ ਫਰਕ ਨਾਲ ਅਸੀਂ ਕਹਿ ਸਕਦੇ ਹਾਂ ਕੁਝ ਮੁਲਕਾਂ 'ਚ ਥੋੜ੍ਹਾ ਜ਼ਿਆਦਾ ਦਬਾਅ ਆ ਸੱਤਾ ਦਾ, ਕੁਝ ਮੁਲਕਾਂ ਦੇ ਵਿੱਚ ਥੋੜ੍ਹਾ ਘੱਟ ਦਬਾਅ ਆ, ਪਰ ਆਮ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਬਹੁਤਾ ਸਾਡੇ ਹੁਕਮਰਾਨ ਫੋਲੋ ਨਹੀਂ ਕਰ ਸਕੇ ਜਾਂ ਉਹ ਕਰਨਾ ਚਾਹੁੰਦੇ ਹੀ ਨਹੀਂ ਸਨ। ਜਿਵੇਂ ਤੁਸੀਂ ਵੀ ਕਿਹਾ ਕਿ ਉਹਨਾਂ ਦੇ ਕੁਝ ਕਲਾਸ ਹਿੱਤ ਵੀ ਹੁੰਦੇ ਨੇ, ਉਹਨਾਂ ਦੇ ਕੁਝ ਜਮਾਤੀ ਹਿੱਤ ਵੀ ਹੁੰਦੇ ਨੇ। ਔਰ ਜਮਾਤੀ ਹਿੱਤਾਂ ਦੀ ਦੁਨੀਆ ਦੇ ਵਿੱਚ ਕੀ ਅਸੀਂ ਤਵੱਕੋ ਕਰ ਸਕਦੇ ਹਾਂ ਕਿ ਸੱਚਮੁੱਚ ਲੋਕਤੰਤਰ ਕਿਸੇ ਮੁਲਕ ਦੇ ਵਿੱਚ ਖੜਾ ਹੋ ਸਕਦਾ ਜਦੋਂ ਤੱਕ ਜਮਾਤਾਂ ਦੇ ਆਪਸੀ ਤਣਾਅ ਬਣੇ ਹੋਏ ਨੇ? ਹਾਂਜੀ
इसमें थोड़ा सवाल ਕਿਹੜਾ ਹੈਗਾ ਇਹਦੇ ਵਿੱਚ? ਸਵਾਲ ਮੇਰਾ ਇਹ ਆ ਕਿ ਜਦੋਂ ਤੱਕ ਜਮਾਤੀ ਟਕਰਾਅ ਬਣੇ ਹੋਏ ਨੇ, ਕਲਾਸ ਦੀ ਹੋਂਦ ਹੈ ਦੁਨੀਆ ਭਰ ਦੇ ਅੰਦਰ, ਕੀ ਉਦੋਂ ਤੱਕ ਕਿਸੇ ਵੀ ਮੁਲਕ ਦੇ ਵਿੱਚ ਜਿਸ ਲੋਕਤੰਤਰ ਦੀ ਅਸੀਂ ਤਵੱਕੂ ਕਰਦੇ ਹਾਂ, ਜਿਹਦੇ ਸਾਨੂੰ ਸੁਪਨੇ ਦਿਖਾਏ ਗਏ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ, ਕੀ ਉਹ ਸੱਚੀ ਮੁੱਚੀ ਕਿਤੇ ਆਪਣੀ ਹੋਂਦ ਪ੍ਰਗਟ ਕਰ ਸਕਦਾ ਹੈ? ਨਹੀਂ, ਬਿਲਕੁਲ ਤੁਸੀਂ ਠੀਕ ਕਿਹਾ ਹੈ। ਜਦੋਂ ਤੱਕ ਜਮਾਤਾਂ ਬਰਕਰਾਰ ਨੇ, ਜਮਾਤੀ ਹਿੱਤਾਂ ਲਈ ਜਮਾਤਾਂ ਨੇ ਝਗੜਨਾ ਹੀ ਹੈ। ਮੈਂ ਪਿੱਛੇ ਇਹਦੇ ਅੰਦਰ ਹੀ ਪਰਚੇ ਦੇ ਮੈਂ ਕਾਰਲ ਮਾਰਕਸ ਦੀ ਉਹ ਦੱਸੀ ਸੀ, ਜਿੱਥੇ ਉਹਨੇ ਕਿਹਾ ਕਿ ਜਦੋਂ ਤੱਕ ਜਮਾਤਾਂ ਹਟਣਗੀਆਂ, ਜਦੋਂ ਤੱਕ ਕੁਝ ਲੋਕ ਆਪਣੇ ਅਸਲੀ ਹੱਕਾਂ ਤੋਂ ਵਾਂਝੇ ਰਹਿਣਗੇ, ਉਹਨਾਂ ਕੁਦਰਤੀ ਵਸੀਲਿਆਂ ਤੋਂ ਵਾਂਝੇ ਰਹਿਣਗੇ ਜੋ ਉਹਨਾਂ ਦੇ ਜਿਉਣ ਲਈ ਜ਼ਰੂਰੀ ਨੇ, ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਚੀਜ਼ਾਂ ਤੋਂ ਵਾਂਝੇ ਰਹਿਣਗੇ ਜੋ ਜੀਵਨ ਲਈ ਜ਼ਰੂਰੀ ਨੇ, ਤਾਂ ਲਾਜ਼ਮੀ ਤੌਰ ਦੇ ਉੱਪਰ ਪੂਰੀ ਤਰ੍ਹਾਂ ਕਿਤੇ ਵੀ ਲੋਕਤੰਤਰ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਪਰ ਲੋਕਤੰਤਰ ਦੇ ਬਦਲ ਵਜੋਂ ਜਾਂ ਪੂੰਜੀਵਾਦ ਦੇ ਬਦਲ ਵਜੋਂ ਅਸੀਂ ਸਮਾਜਵਾਦ ਦਾ ਵੀ ਇੱਕ ਲੰਮਾ ਅਰਸਾ ਦੇਖਿਆ। ਸੋਵੀਅਤ ਯੂਨੀਅਨ ਦੀ ਸ਼ਕਲ ਦੇ ਵਿੱਚ ਤਾਂ ਉਹ 72 ਸਾਲ ਕੱਢ ਗਿਆ। ਦੁਨੀਆ ਦਾ ਜਿਹੜਾ ਪਹਿਲਾ ਇਨਕਲਾਬ ਹੋਇਆ ਸੀ, ਪੈਰਿਸ ਕਮਿਊਨ ਅਸੀਂ ਜਿਹਨੂੰ ਕਹਿੰਦੇ ਆ, ਉਹ ਮਸਾਂ 72 ਦਿਨ ਹੀ ਕੱਢ ਸਕਿਆ ਸੀ, ਪਰ ਸੋਵੀਅਤ ਯੂਨੀਅਨ 72 ਸਾਲ ਕੱਢ ਗਿਆ। ਪਰ ਸੋਵੀਅਤ ਯੂਨੀਅਨ ਬਾਰੇ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਉੱਥੇ ਡਿਕਟੇਟਰਸ਼ਿਪ ਸੀ, ਚਾਹੇ ਉਹਨੂੰ ਤੁਸੀਂ ਪ੍ਰੋਲੇਤਾਰੀ ਦੀ ਡਿਕਟੇਟਰਸ਼ਿਪ ਦਾ ਨਾਂ ਹੀ ਦਿੰਦੇ ਹੋ। ਬੇਸ਼ੱਕ ਤੁਸੀਂ ਹਵਾਲਾ ਦਿੱਤਾ ਲੈਨਨ ਦਾ ਕਿ ਅਸਲੀ ਜਿਹੜੀ ਲੋਕਤੰਤਰ ਹੈ ਉਹ ਪ੍ਰੋਲੇਤਾਰੀ ਦੀ ਡਿਕਟੇਟਰਸ਼ਿਪ ਹੀ ਹੋ ਸਕਦੀ ਹੈ, ਪਰ ਕੀ ਸੱਚਮੁੱਚ ਡਿਕਟੇਟਰਸ਼ਿਪ ਸ਼ਬਦ ਤੁਹਾਡੇ ਮੁਤਾਬਕ ਜਸਟੀਫਾਈਡ ਕਿਹਾ ਜਾ ਸਕਦਾ, ਜਾਂ ਇਹਦੇ ਅਰਥ ਕੁਝ ਹੋਰ ਨੇ ਪਰ ਸ਼ਬਦ ਡਿਕਟੇਟਰਸ਼ਿਪ ਹੈ? ਹਾਂ, ਉੱਥੇ ਜਿੱਥੇ ਲੈਨਨ ਦੀ ਤੁਸੀਂ ਗੱਲ ਕੀਤੀ, ਉੱਥੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਡਿਕਟੇਟਰਸ਼ਿਪ ਤੋਂ ਬਾਅਦ ਹੀ ਜੇ ਸੱਚੀ ਕੋਈ ਲੋਕਤੰਤਰ ਹੋ ਸਕਦਾ ਤਾਂ ਬਹਾਲ ਹੋ ਸਕਦਾ ਹੈ। ਪਰ ਇੱਕ ਗੱਲ ਸਮਝਣ ਵਾਲੀ ਹੈ ਕਿ ਅਸੀਂ ਮਨੁੱਖ, ਜਦੋਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਅਸੀਂ ਇੱਕ ਐਵੋਲਿਊਸ਼ਨ ਦੇ ਥਰੂ ਜਾ ਰਹੇ ਹਾਂ, ਜਿਵੇਂ ਮੈਂ ਦੱਸਿਆ ਸੀਗਾ ਕਿ ਟੱਬਰ ਤੋਂ ਕਬੀਲਿਆਂ ਤੋਂ ਜਗੀਰਦਾਰੀ ਤੋਂ ਰਜਵਾੜਿਆਂ ਤੋਂ ਬਾਦਸ਼ਾਹਤਾਂ, ਤਾਨਾਸ਼ਾਹੀਆਂ, ਤੇ ਇਸ ਤਰ੍ਹਾਂ ਸਮਾਜਵਾਦ ਵੀ ਉਸ ਡਿਵੈਲਪਮੈਂਟ, ਉਸ ਐਵੋਲਿਊਸ਼ਨ ਦੀ ਡਿਵੈਲਪਮੈਂਟ ਦੇ ਵਿੱਚੋਂ ਦੀ ਗੁਜ਼ਰ ਰਿਹਾ। ਟੁੱਟਿਆ, ਦੁਬਾਰਾ ਖੜਾ ਹੋਊਗਾ, ਹੋਰ ਤਰ੍ਹਾਂ ਤਰੀਕੇ ਨਾਲ ਹੋਊਗਾ। ਮਨੁੱਖ ਦੀ ਜਿਹੜੀ ਬਹੁਤ ਵੱਡੀ ਵਿਲ, ਜਿਹੜੀ ਪਾਵਰ ਹੈ, ਜਿਹੜੀ ਉਹਦੇ ਅੰਦਰ ਬੈਠੀ ਹੈ, ਉਹ ਸਰਵਾਈਵਲ ਦੀ ਪਾਵਰ ਹੈ, ਜਿਹਦੇ ਕਰਕੇ ਅਸੀਂ ਚੰਦਰਮਾ ਨੂੰ ਦੌੜ ਰਹੇ ਹਾਂ, ਜਿਹਦੇ ਕਰਕੇ ਅਸੀਂ ਮੰਗਲ ਨੂੰ ਦੌੜ ਰਹੇ ਹਾਂ। ਉਹ ਬਹੁਤ ਵੱਡੀ ਇੱਕ ਤਾਕਤ ਉਹਦੇ ਅੰਦਰ ਕੁਦਰਤ ਨੇ ਬਿਠਾਈ ਹੋਈ ਹੈ। ਸੋ ਉਸ ਲਈ ਉਹ ਨਵੇਂ ਤੋਂ ਨਵਾਂ ਐਵੋਲਿਊਸ਼ਨ ਹੁੰਦਾ ਹੀ ਉਹਦੇ ਨਾਲ ਹੈ। ਸੋ ਇਸ ਕਰਕੇ ਹੁਣ ਜੇ ਉਹ ਕੁਛ ਟੁੱਟ ਗਿਆ, 72 ਸਾਲ ਵਾਲਾ ਟੁੱਟ ਗਿਆ, ਚਾਈਨਾ ਵਾਲਾ ਪਰਖਿਆ ਜਾ ਰਿਹਾ ਹੈ ਜੋ ਕੁਛ ਵੀ ਹੋ ਰਿਹਾ ਹੈ, ਔਰ ਉਹਦੇ ਨਾਲ ਹੀ ਇਸ ਵੇਲੇ ਇੱਕ ਹੋਰ ਚੀਜ਼ ਵੀ ਨਜ਼ਰ ਆ ਰਹੀ ਹੈ ਕਿ ਸਰਮਾਏਦਾਰੀ ਬਹੁਤ ਵੱਡੇ ਕ੍ਰਾਈਸਿਸ ਚੋਂ ਗੁਜ਼ਰ ਰਹੀ ਹੈ। ਸਰਮਾਏਦਾਰੀ ਦੇ ਅੰਤਲੇ ਦਿਨ ਵੀ ਆ ਰਹੇ ਨੇ। ਇਹਦੇ ਅੰਤਲੇ ਦਿਨ ਜੰਗਾਂ ਵੀ ਲਾ ਸਕਦੇ ਨੇ, ਜਿਵੇਂ ਕਿ ਹੁਣ ਮੈਂ ਸਮਝਦਾ ਕਿ ਅਮਰੀਕਾ ਬਹੁਤ ਵੱਡਾ ਕਰਜ਼ਈ ਹੈ ਚਾਈਨਾ ਦਾ। ਕਹਿੰਦੇ ਹੁੰਦੇ ਇੱਥੇ ਸਿਆਣੇ, ਜੇ ਤੁਸੀਂ ਕਿਸੇ ਦੇ ਪੈਸੇ ਮੁੱਕਰ ਰਹੇ ਹੋਣ, ਜਦੋਂ ਮੁੱਕਰ ਜਾਓ ਵੀ ਮੈਂ ਤਾਂ ਲੈ ਹੀ ਨਹੀਂ, ਤੇ ਜਾਂ ਫਿਰ ਉਹਦੇ ਨਾਲ ਲੜ ਪਓ। ਇਸ ਵੇਲੇ ਗਰੀਬ ਦੇਸ਼ਾਂ ਦੇ ਚੈਨਲਾਂ ਦੇ ਉੱਪਰ ਅਮਰੀਕਾ ਚਾਈਨਾ ਦੇ ਖਿਲਾਫ ਇੱਕ ਹੋਰ ਹੀ ਤਰ੍ਹਾਂ ਦੀ ਲਫਾਜ਼ੀ ਜੰਗ ਸ਼ੁਰੂ ਕੀਤੀ ਹੋਈ ਹੈ। ਪਰ ਐਵੋਲਿਊਸ਼ਨ ਇਸ ਤਰ੍ਹਾਂ ਹੈਗਾ ਕਿ ਜੇ ਸਭ ਕੁਝ ਹੋ ਵੀ ਜਾਵੇ, ਟੁੱਟ ਭੱਜ ਵੀ ਹੋ ਜਾਵੇ, ਦੁਬਾਰਾ ਕਿਸੇ ਤਰ੍ਹਾਂ ਦੀ ਵੀ ਜੰਗ, ਚਾਹੇ ਲਫਾਜ਼ੀ ਜੰਗ ਹੈ, ਚਾਹੇ ਕਿਸ ਤਰ੍ਹਾਂ ਦੀ ਜੰਗ ਹੈ, ਮਾਰਕੀਟਾਂ ਦੀ ਜੰਗ ਹੈ, ਜੋ ਵੀ ਹੈਗੀ, ਪਿਛਲੀਆਂ ਜਿੰਨੀਆਂ ਜੰਗਾਂ ਹੋਈਆਂ ਉਹ ਮਾਰਕੀਟਾਂ ਕਰਕੇ ਹੋਈਆਂ, ਆਪਸੀ ਸਰਮਾਏਦਾਰੀ ਆਪਸ 'ਚ ਲੜੀ। ਸੋ ਉਹ ਮੇਰਾ ਮਤਲਬ ਹੈਗਾ ਕਿ ਹੁਣ ਅੱਗੇ ਮਨੁੱਖ ਇਹ ਸੋਚੂਗਾ ਕਿ ਕੀ ਘਾਟ ਸੀਗੀ ਸਮਾਜਵਾਦ ਵਿੱਚ, ਕੀ ਘਾਟਾਂ ਨੇ ਕੈਪੀਟਲਿਜ਼ਮ ਦੇ ਵਿੱਚ, ਤੇ ਇਹਦਾ ਤੀਸਰਾ ਬਦਲ ਕੀ ਹੋ ਸਕਦਾ ਹੈ। ਮਨੁੱਖ ਏਦਾਂ ਹੀ ਤਰੱਕੀ ਕਰਦਾ ਹੈ, ਇਸੇ ਨੂੰ ਐਵੋਲਿਊਸ਼ਨ ਕਹਿੰਦੇ ਨੇ। ਮੈਂ ਸਮਝਦਾ ਕਿ ਇਹ ਬਹੁਤ ਜ਼ਰੂਰੀ ਨੇ ਟਕਰਾਓ, ਜਮਾਤੀ ਟਕਰਾਓ ਰਹੂਗਾ। ਮੇਰਾ ਨਹੀਂ ਖਿਆਲ ਕਿ ਜਮਾਤੀ ਟਕਰਾਓ ਕਦੇ ਵੀ ਖਤਮ ਹੋਏਗਾ, ਕਿਉਂਕਿ ਜਮਾਤਾਂ ਵੀ ਨਵੀਆਂ ਉਸਰਦੀਆਂ ਨੇ, ਇਹ ਵੀ ਐਵੋਲਿਊਸ਼ਨ ਦਾ ਪਾਰਟ ਹੈ। ਦਮਨ ਜੀ, ਸਾਡੇ ਇੱਕ ਸਰੋਤੇ ਨੇ SP ਅਰੋੜਾ ਜੀ ਨੇ ਕਿਹਾ ਕਿ ਦਮਨ ਜੀ ਨੇ ਬਿਲਕੁਲ ਨਵੇਕਲੇ ਅੰਦਾਜ਼ ਦੇ ਨਾਲ ਇਹ ਥੀਏਟਰ ਨੂੰ ਦੇਖਣ ਦਾ ਯਤਨ ਕੀਤਾ। ਇੱਕ ਸਵਾਲ ਉਹਨਾਂ ਨੇ ਇਹ ਵੀ ਕੀਤਾ ਕਿ ਕੀ ਦੁਨੀਆ ਦੇ ਵਿੱਚ ਜਦੋਂ ਤੱਕ ਲਿਟਰੇਚਰ ਰਹੇਗਾ ਕਿ ਉਹ ਹਮੇਸ਼ਾ ਐਂਟੀ ਐਸਟੈਬਲਿਸ਼ਮੈਂਟ ਹੀ ਰਹੇਗਾ। ਜਿਹੜਾ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਅਲੱਗ ਨਜ਼ਰੀਏ ਤੋਂ ਦੇਖਣ ਦਾ ਯਤਨ ਕੀਤਾ, ਮੈਂ ਇਸ ਗੱਲ ਨੂੰ ਥੋੜਾ ਤੁਹਾਡੇ ਪਰਸਨਲ ਜਾਂ ਤੁਹਾਡੇ
ਲਿਟਰੇਚਰ ਨਾਲ ਜਾਂ ਤੁਹਾਡੇ ਰੰਗਮੰਚ ਨਾਲ ਜਾਂ ਤੁਹਾਡੇ ਨਾਟਕ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕਰਾਂਗਾ। ਸਵਾਲ ਇਹ ਹੈ ਕਿ ਤੁਸੀਂ ਜਦੋਂ ਨਾਟਕ ਲਿਖ ਰਹੇ ਸੀ ਅਲੱਗ-ਅਲੱਗ ਤਰ੍ਹਾਂ ਦੇ, ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਕਿ ਤੁਸੀਂ ਕਾਲਾ ਲਹੂ ਨਾਟਕ ਉਦੋਂ ਲਿਖ ਰਹੇ ਸੀ ਜਦੋਂ ਦੋ ਜੋੜੇ ਮੁਲਕ ਜਿਹੜੇ ਆਜ਼ਾਦ ਹੋਏ, ਭਾਰਤ ਤੇ ਪਾਕਿਸਤਾਨ ਦੀ ਸ਼ਕਲ ਦੇ ਵਿੱਚ, ਜਦੋਂ ਆਮੋ ਸਾਹਮਣੇ ਬੰਦੂਕਾਂ ਲੈ ਕੇ ਆ ਖੜੇ ਹੋਏ। ਪਰ ਉਸ ਤੋਂ ਵੀ ਅਗਲਾ ਸਵਾਲ ਜਿੱਥੇ ਆ ਕੇ ਸੱਚੀ ਮੁੱਚੀ ਤੁਹਾਨੂੰ ਡੈਮੋਕ੍ਰੇਸੀ ਦੇ ਅਰਥਾਂ ਦਾ ਪਤਾ ਲੱਗਿਆ, ਉਹ ਨਾਟਕ ਸੀ ਤੁਹਾਡਾ ਸੂਰਜ ਦਾ ਕਤਲ। ਬੇਸ਼ੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸ ਨਾਟਕ ਦੇ ਉੱਤੇ ਸਰਕਾਰ ਨੇ ਕੋਈ ਬਕਾਇਦਾ ਨੋਟਸ ਜਾਰੀ ਕਰਕੇ ਪਾਬੰਦੀ ਲਾ ਦਿੱਤੀ ਸੀ, ਪਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਚੇਤਾਵਨੀ ਦਿੱਤੀ ਗਈ ਔਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਕੁਝ ਸਮੇਂ ਲਈ ਉਸ ਨਾਟਕ ਦੇ ਸ਼ੋਅ ਰੋਕਣੇ ਪਏ, ਉਹਦੇ ਬਾਰੇ ਤੁਸੀਂ ਜ਼ਰੂਰ ਗੱਲ ਕਰੋ। ਦੋਸਤੋ, ਮੈਂ ਤੁਹਾਨੂੰ ਨਾਲ ਦੀ ਨਾਲ ਇਹ ਵੀ ਇੱਕ ਗੱਲ ਜੋੜ ਦਿਆਂ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਸੂਰਜ ਦਾ ਕਤਲ ਬਾਰੇ ਦਮਨ ਸਾਹਿਬ ਨੂੰ ਚੇਤਾਵਨੀ ਮਿਲ ਰਹੀ ਸੀ ਕਿ ਇਸ ਨਾਟਕ ਨੂੰ ਨਾ ਅੱਗੇ ਤੋਂ ਖੇਡਿਓ, ਨਹੀਂ ਤੇ ਤੁਹਾਡੇ ਲਈ ਬੜਾ ਸੰਕਟ ਦਾ ਸਮਾਂ ਪੈਦਾ ਹੋ ਸਕਦਾ, ਉਸ ਵੇਲੇ ਤੱਕ ਸਾਡੇ ਰੰਗਕਰਮੀ, ਸਾਡੇ ਰੰਗਮੰਚ ਦੇ ਸ਼ਾਹ ਸਵਾਰ ਗੁਰਸ਼ਰਨ ਸਿੰਘ ਹੋਰਾਂ ਉੱਤੇ ਉਹ ਸੰਕਟ ਦਾ ਸਮਾਂ ਆ ਚੁੱਕਾ ਸੀ। ਉਹ ਆਲਰੇਡੀ ਆਪਣੇ ਇੱਕ ਨਾਟਕ ਤਖਤ ਲਾਹੌਰ ਨੂੰ ਖੇਡਣ ਕਰਕੇ ਜੇਲ੍ਹ ਵਿੱਚ ਜਾ ਕੇ ਬੈਠੇ ਹੋਏ ਸਨ। ਔਰ ਮੈਂ ਚਾਹਾਂਗਾ ਕਿ ਦਮਨ ਜੀ ਆਪਣੇ ਉਸ ਨਾਟਕ ਦੇ ਸੰਕਟ ਬਾਰੇ ਵੀ ਤੇ ਉਸ ਨਾਟਕ ਨਾਲ ਜੁੜੇ ਇਸ ਐਪੀਸੋਡ ਬਾਰੇ ਵੀ ਜ਼ਰੂਰ ਗੱਲ ਕਰਨ, ਜਿਹੜਾ ਨਾਟਕ ਨੂੰ ਉਸ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ। ਦੋਸਤੋ, ਉਹਨਾਂ ਦਾ ਸਵਾਲ ਰੁਲ ਗਿਆ ਜਿਹੜਾ ਉਹਨਾਂ ਨੇ ਕੀਤਾ ਸੀ, ਜਿਹੜਾ ਕਿ ਹਮੇਸ਼ਾ ਐਸਟੈਬਲਿਸ਼ਮੈਂਟ ਦੇ ਖਿਲਾਫ ਰਹੇਗਾ ਥੀਏਟਰ। ਹਾਂ, ਪਹਿਲਾਂ ਇਹ ਗੱਲ ਕਰ ਲਈਏ। ਹਾਂ ਬਿਲਕੁਲ, ਪਹਿਲਾਂ ਇਹਦੇ ਤੇ। ਹਾਂਜੀ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਮੇਰੇ ਖਿਆਲ ਵਿੱਚ ਜੋ ਬੰਦਾ ਸਹੀ ਤੌਰ ਤੇ ਲਿਟਰੇਚਰ ਲਿਖਦਾ ਹੈ ਉਹ ਮਾਨਵਤਾ ਲਈ ਲਿਖਦਾ ਹੈ। ਜੇ ਕੋਈ ਸਰਕਾਰ ਚੰਗਾ ਕੰਮ ਕਰਦੀ ਹੈ ਉਹ ਪ੍ਰੇਜ਼ ਵੀ ਕਰਦਾ, ਤੇ ਜੇ ਸਰਕਾਰ ਮਾੜਾ ਕੰਮ ਕਰਦੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਬਿਨਾਂ ਕਿਸੇ ਦਬਾਅ ਦੇ, ਬਿਨਾਂ ਕਿਸੇ ਡਰ ਤੋਂ, ਇੱਕ ਸੱਚਾ ਜਿਹੜਾ ਲਿਟਰੇਰੀ ਪਰਸਨ ਹੈ, ਜਿਹੜਾ ਮਾਨਵਤਾ ਲਈ ਲਿਖ ਰਿਹਾ ਹੈਗਾ, ਉਹਨੂੰ ਲਿਖਣਾ ਚਾਹੀਦਾ, ਹਰ ਹਾਲਤ 'ਚ ਲਿਖਣਾ ਚਾਹੀਦਾ। ਇਹ ਨਹੀਂ ਵੀ ਜ਼ਰੂਰ ਕਿਸੇ ਵੀ ਤਰ੍ਹਾਂ ਵਿਗਾੜ ਕੇ ਪੇਸ਼ ਕਰਨਾ ਨਹੀਂ ਚਾਹੀਦਾ ਲਿਟਰੇਚਰ ਦੇ ਵਿੱਚ ਉਸ ਤਸਵੀਰ ਨੂੰ ਜੋ ਕਿ ਉਸ ਵੇਲੇ ਵਾਪਰ ਰਹੀ ਹੁੰਦੀ ਹੈ, ਉਹ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਸਰੀ ਗੱਲ ਰਹੀ ਸੂਰਜ ਦੇ ਕਤਲ ਬਾਰੇ। ਦੋਸਤੋ, ਜਦੋਂ ਸੂਰਜ ਦੇ ਕਤਲ, ਉਦੋਂ ਉਹਨਾਂ ਦਾ 300 ਸਾਲਾ ਸ਼ਾਇਦ ਮਨਾਇਆ ਜਾ ਰਿਹਾ ਸੀਗਾ, ਤੇ ਬਹੁਤ ਸਾਰੇ ਲੋਕਾਂ ਨੇ ਨਾਟਕ ਲਿਖੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਪਰ ਮੈਨੂੰ ਸਾਰੇ ਸ਼ਰਧਾਲੂ ਜੇ ਨਾਟਕ ਲੱਗੇ। ਬਿਲਕੁਲ ਜੀ। ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਬਹੁਤ ਵੱਡੀ ਮਾਨਵਤਾ ਦੇ ਹਿੱਤ ਲਈ, ਜਦੋਂ ਕਿ ਉਹਨਾਂ ਦਾ ਆਪਣਾ ਮਜ਼ਹਬ ਵੀ ਨਾ ਹੋਵੇ, ਉਹ ਬੰਦਾ ਆਪਣਾ ਸੀਸ ਲੈ ਕੇ ਤੁਰਦਾ ਦੂਸਰੇ ਮਜ਼ਹਬ ਦੇ ਹਿੱਤਾਂ ਲਈ, ਤੇ ਬਹੁਤ ਵੱਡੀ ਗੱਲ ਸੀ। ਮੈਨੂੰ ਲੱਗਿਆ ਕਿ ਉਹ ਗੱਲਾਂ ਉਹਦੇ ਵਿੱਚ ਨਹੀਂ ਆ ਰਹੀਆਂ, ਤੇ ਮੈਂ ਨਾਟਕ ਸੂਰਜ ਦਾ ਕਤਲ ਲਿਖਣ ਦਾ ਯਤਨ ਕੀਤਾ। ਉਹਨਾਂ ਦਿਨਾਂ ਦੇ ਵਿੱਚ ਹੀ ਉਹਦੀ ਮੈਂ ਜਿਹੜੀ ਹੈਗੀ ਹੈ ਕਿ ਉਹਨਾਂ ਦਿਨਾਂ ਵਿੱਚ ਹੀ ਅਲਕਾਜ਼ੀ, ਅਬਰਾਹਮ ਅਲਕਾਜ਼ੀ, ਜਿਹਨਾਂ ਦੀ ਹੁਣੀ ਡੈਥ ਹੋਈ, ਉਹਨਾਂ ਦੀ ਧੀ ਅਮਾਲ ਇੱਥੇ ਇੱਕ ਗੈਸਟ ਉਸ ਦੇ ਤੌਰ ਤੇ ਆਈ ਸੀ, ਤੇ ਮੈਂ ਉਹ ਨਾਟਕ ਦਾ ਮੈਨੂੰ ਸਮਝ ਨਹੀਂ ਸੀ ਪੈ ਰਹੀ ਦੀ ਫਾਰਮ ਕਿਸ ਤਰ੍ਹਾਂ ਕਰਾਂ, ਕਿਸ ਤਰੀਕੇ ਨਾਲ ਬਣਾਵਾਂ, ਤੇ ਚਾਹੁੰਦਾ ਸਾਂ ਮੈਂ ਕਿ ਉਸ ਤਰ੍ਹਾਂ ਦਾ ਨਾ ਹੋਵੇ ਜਿਸ ਤਰ੍ਹਾਂ ਕਿ ਚਾਲੂ 3 ਐਕਟ ਨਾਟਕ ਹੁੰਦੇ ਨੇ, ਇਸ ਤਰ੍ਹਾਂ ਦੇ ਹੋਵੇ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ। ਉਸ ਅਮਾਲ ਨੇ, ਮੈਂ ਉਹਦਾ ਸ਼ੁਕਰਗੁਜ਼ਾਰ ਸਦਾ ਹੀ ਰਹਾਂਗਾ। ਮੈਂ ਆਪਣੇ ਨਾਟਕ ਦੇ ਵਿੱਚ ਉੱਥੇ ਵੀ ਲਿਖਿਆ, ਕਈ ਜਗ੍ਹਾ ਤੇ ਲਿਖਿਆ, ਜ਼ਿਕਰ ਵੀ ਕੀਤਾ ਕਿ ਉਸਨੇ ਮੈਨੂੰ, ਉਦੋਂ ਤਾਜ਼ਾ ਉਹ ਤੇ ਉਹਦਾ ਹਸਬੈਂਡ ਜਰਮਨ ਤੋਂ ਟ੍ਰੇਨਿੰਗ ਲੈ ਕੇ ਆਏ ਸੀਗੇ, ਆਪਣਾ ਇਹਦੇ ਉੱਤੇ ਸਪੈਸ਼ਲਾਈਜੇਸ਼ਨ ਕਰਕੇ ਆਏ ਸੀ ਬ੍ਰੈਕਟ ਦੇ ਕੰਮ ਦੇ ਉੱਪਰ, ਬ੍ਰੈਕਟ ਦੇ ਬਾਰੇ ਦੇ ਵਿੱਚ, ਤੇ ਉਹ ਮੈਨੂੰ ਟੱਕਰ ਗਏ ਇਸ ਕਰਕੇ ਕਿ ਮੇਰੀ ਬੀਵੀ ਵੀ ਉਹਨਾਂ ਦੇ ਉਸ ਨਾਟਕ ਦੇ ਵਿੱਚ ਕੰਮ ਕਰ ਰਹੀ ਸੀ, ਕਲਾਕਾਰ ਘੱਟ ਸੀ, ਬਾਹਰੋਂ ਕੁਝ ਨਾਟਕ ਲੈਣੇ ਪਏ, ਤੇ ਉਹ 3 ਪੈਨੀ ਓਪੇਰਾ ਪ੍ਰੋਡਿਊਸ ਕਰ ਰਹੇ ਸੀਗੇ। ਉਹਨਾਂ ਨਾਲ ਸਾਡੀ ਵਾਕਫੀਤ ਹੋ ਗਈ, ਬੜਾ ਕਾਫੀ ਪ੍ਰੇਮ ਹੋਇਆ ਦੋਵੇਂ ਪਰਿਵਾਰਾਂ ਦਾ। ਮਿਸਿਸ ਅਲਕਾਜ਼ੀ ਵੀ ਆਇਆ ਸੀ, ਨਿਸਾਰ ਵੀ, ਸਾਡੇ ਘਰ ਆਉਣਾ ਜਾਣਾ ਵੀ ਹੁੰਦਾ ਰਿਹਾ, ਅਸੀਂ ਖਾਣੇ ਖੁਣੇ ਇਕੱਠੇ ਕਰਦੇ ਰਹੇ, ਲਾਈਕ ਦੈਟ, ਬੜਾ ਅੱਛਾ ਜੀ। ਉਹਨਾਂ ਨੇ ਮੈਨੂੰ ਸੂਝ ਦਿੱਤੀ ਬ੍ਰੈਖਟ ਬਾਰੇ, ਦੋਵਾਂ ਜਣਿਆਂ ਨੇ ਅੱਡ ਥਾਂ ਤੋਂ, ਲੇਕਿਨ ਬਹੁਤੀ ਸੂਝ ਜਿਹੜੀ ਸੀਗੀ ਉਹ ਮੈਨੂੰ ਆਪਣਾ ਅਮਾਲ ਜੀ ਨੇ ਦਿੱਤੀ, ਤੇ ਉਹਦੇ ਤਹਿਤ ਮੈਂ ਉਹ ਨਾਟਕ ਦੀ ਜਿਹੜੀ ਫਾਰਮ ਸੀ ਉਹਨੂੰ ਹੋਰ ਹੀ ਫਾਰਮ ਦੇ ਵਿੱਚ ਇੱਕ ਬਿਲਕੁਲ ਬ੍ਰੈਖਟ ਵਾਂਗੂ ਇੱਕ ਗੀਤ ਮੈਂ ਉਹਦੇ ਵਿੱਚ ਲੰਬਾ ਇੱਕ ਗੀਤ ਲਿਖਿਆ, ਜਿਹੜਾ ਕਿ ਮਜ਼ਹਬ ਦਾ ਗੀਤ, ਨਾ ਮੈਂ ਮਜ਼ਹਬ ਦਾ ਗੀਤ ਲਿਖਿਆ ਸੀ। ਉਸ ਗੱਲ ਦੇ ਵਿੱਚ ਲਿਖਦਿਆਂ ਉਹ ਨਾਟਕ ਜਦੋਂ ਅਸੀਂ ਚੰਡੀਗੜ੍ਹ 'ਚ ਪੇਸ਼ ਕੀਤਾ ਤਾਂ ਇੰਡੀਅਨ ਐਕਸਪ੍ਰੈਸ ਨੇ ਇੱਕ ਨੋਟਿਸ ਇੱਕ ਲਿਖਿਆ, ਬੜੀ ਐਮਰਜੈਂਸੀ ਲੱਗੀ ਹੋਈ ਸੀ, ਪੇਪਰਾਂ ਦੇ ਵਿੱਚ ਇਹ ਹਿਸਾਬ ਸੀਗਾ ਵੀ ਜਿਹੜਾ ਕਾਲਮ ਨਹੀਂ ਛਾਪਣਾ ਉਹ ਪ੍ਰੋਟੈਸਟ ਦੇ ਤੌਰ ਤੇ ਪੇਪਰ ਉਹ ਜਗ੍ਹਾ ਖਾਲੀ ਛੱਡ ਦਿੰਦੇ ਸੀ, ਉੱਤੇ ਲਿਖ ਦਿੰਦੇ ਸੀ ਸੈਂਸਰ ਕੀ ਭੇਟ। ਸੋ
ਉਹ ਜਦੋਂ ਮੈਂ ਨਾਟਕ ਖੇਡਿਆ ਤਾਂ ਉਹ ਜਿਹੜਾ ਜਿਨ੍ਹਾਂ ਨੇ ਉਹ ਕੀਤਾ ਆਪਣਾ ਉਹਦਾ ਮੁਲਾਂਕਣ ਕੀਤਾ, ਉਹਨਾਂ ਨੇ ਲਿਖਿਆ ਕਿ ਇਹ ਨਾਟਕ ਉਸ ਸਮੇਂ ਨੂੰ ਨਹੀਂ, ਅੱਜ ਦੇ ਸਮੇਂ ਨੂੰ ਵੀ ਸੰਬੋਧਿਤ ਹੈ ਔਰ ਇਹ ਅੱਜ ਵੀ ਉਨਾ ਹੀ ਢੁਕਦਾ ਹੈ। ਉਹਦੇ ਨਾਲ ਉਹ ਅੰਗਰੇਜ਼ੀ ਉਹ ਲਿਖਿਆ ਕਿ ਦਿਸ ਇਜ਼ ਦਾ ਮੋਸਟ ਬਲੈਟੈਂਟ ਪਲੇ ਔਨ ਐਮਰਜੈਂਸੀ। ਉਦੋਂ ਹਾਲਤ ਇਹ ਸੀ ਕਿ ਗੱਲ ਇਹੀ ਜਿਹੀ ਹੋਈ ਨਹੀਂ ਤੇ IB ਕੋਲੇ ਗੱਲ ਪਹੁੰਚ ਜਾਂਦੀ ਸੀ। IB ਕੋਲੇ ਗੱਲ ਪਹੁੰਚੀ, ਉਹਨਾਂ ਨੇ ਮੈਨੂੰ ਫੋਲੋ ਕੀਤਾ। ਉਦੋਂ ਮੈਂ ਨੀਲੋ ਖੇੜੇ ਦੇ ਵਿੱਚ, ਮੈਨੂੰ 10 ਸ਼ੋਅ ਉੱਥੇ ਮੇਰੇ ਹੋਣੇ ਸੀਗੇ ਆਪਣੇ ਹਰਿਆਣੇ ਦੇ ਵਿੱਚ, ਲੇਕਿਨ ਪਹਿਲੇ ਸ਼ੋਅ ਦੇ ਉੱਪਰ ਹੀ ਮੇਰੇ ਪਿੱਛੇ ਵੱਡੀ ਸਾਰੀ ਗੱਡੀ ਪੁਲਿਸ ਦੀ ਤੇ ਇੱਕ ਜੀਪ ਦੇ ਵਿੱਚ DSP ਤੇ ਇੰਸਪੈਕਟਰ ਵਗੈਰਾ ਆ ਕੇ ਉਹ ਦੂਰੋਂ ਹੀ ਬੋਲਣ ਲੱਗੇ। ਅਸੀਂ ਤਾਂ ਬਲਕਿ ਖੇਡ ਚੁੱਕੇ ਸੀ ਨਾਟਕ, ਤੇ ਉਹ ਸਾਨੂੰ ਦੂਰੋਂ ਹੀ ਕਹਿਣਗੇ ਇਹ ਨਾਟਕ ਨਹੀਂ ਖੇਡਣਾ, ਇਹ ਨਾਟਕ ਨਹੀਂ ਖੇਡਣਾ। ਫਿਰ ਅੱਗੇ ਪੁੱਛਣ ਕੋਲੇ ਆ ਗਏ ਦਮਨ ਕੌਣ ਹੈ, ਦਮਨ ਕੌਣ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹਾਂਜੀ ਮੈਂ ਦਮਨ, ਦੱਸੋ ਇਹ ਨਾਟਕ ਨਹੀਂ ਖੇਡਣਾ। ਮੈਂ ਕਿਹਾ ਜੀ ਕਿਉਂ? ਕਹਿੰਦੇ ਇਹ ਨਾਟਕ ਇਹ ਨਾਟਕ ਨਹੀਂ ਖੇਡ ਸਕਦੇ, ਪਾਬੰਦੀ ਹੈ ਨਾਟਕ ਤੇ। ਮੈਂ ਕਿਹਾ ਮੈਨੂੰ ਤਾਂ ਕੋਈ ਨੋਟਿਸ ਨਹੀਂ ਆਇਆ। ਤੇ ਫਿਰ ਕੋਈ ਇੰਸਪੈਕਟਰ ਸੀ ਯੰਗ ਜਿਹਾ ਸਰਦਾਰ, ਉਹ ਮੈਨੂੰ ਪਾਸੇ ਲੈ ਗਿਆ, ਮੈਨੂੰ ਕਹਿੰਦਾ ਗੱਲ ਇਹ ਹੈ ਵੀ ਅਜੇ ਕੁਛ ਨਹੀਂ ਵਿਗੜਿਆ ਤੇ ਤੁਸੀਂ ਨਾ ਪਲੀਜ਼ ਅੱਗੇ ਹੋਰ ਨਾਟਕ ਨਾ ਕਰਿਓ, ਸਾਨੂੰ ਪਤਾ ਸਾਡੇ ਕੋਲ ਤੁਹਾਡੇ ਦੀ ਰਿਪੋਰਟ ਹੈ, ਤੁਸੀਂ ਗਵਰਨਮੈਂਟ ਐਮਪਲਾਈ ਹੋ, ਤੁਹਾਡੇ ਬੱਚੇ ਨੇ ਜੇ ਹੈ ਉਹ ਉਹਨੇ ਆਪਣੀਆਂ ਗੱਲਾਂ ਕੀਤੀਆਂ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਮੈਨੂੰ ਉਦਾਹਰਨ ਵੀ ਦਿੱਤੀ ਕਿ ਗੁਰਸ਼ਬਦ ਸਿੰਘ ਆਲਰੇਡੀ ਅੰਦਰ ਨੇ, ਤੁਸੀਂ ਜ਼ਰੂਰ ਅੰਦਰ ਜਾਣਾ, ਥੋੜੇ ਦਿਨ ਠਹਿਰ ਜਾਓ ਫਿਰ ਖੇਡ ਲਿਓ ਨਾਟਕ। ਖੈਰ ਮੈਨੂੰ ਵੀ ਗੱਲ ਪਸੰਦ ਆ ਗਈ, ਜਾਂ ਸ਼ਾਇਦ ਮੈਂ ਥੋੜਾ ਬਹੁਤਾ ਸਮਝਿਆ ਵੀ ਹੋਊਗਾ ਕਿ ਗੱਲ ਨਹੀਂ ਬਣਨੀ ਹੈ, ਕੁਝ ਖੇਡਾਂਗੇ ਤਾਂ ਫੜ ਕੇ ਅੰਦਰ ਕਰ ਦੇਣਾ, ਖੇਡਾਂ ਤਾਂ ਫਿਰ ਨਹੀਂ ਜਾਣਾ। ਸੋ ਇਸ ਲਈ ਮੈਂ ਉਹ ਨਾਟਕ ਉਦੋਂ ਉਹ ਨਹੀਂ ਖੇਡਿਆ। ਦਮਨ ਜੀ, ਅਸੀਂ ਕਹਿ ਸਕਦੇ ਹਾਂ ਕਿ ਜਦੋਂ ਇਦਾਂ ਦੇ ਹਾਲਾਤ ਵੀ ਹੁੰਦੇ ਨੇ, ਜਦੋਂ ਸਰਕਾਰਾਂ ਬਹੁਤ ਦਬਾਅ ਬਣਾਉਂਦੀਆਂ, ਤਾਂ ਸਰਕਾਰੀ ਤੰਤਰ ਦੇ ਵਿੱਚ ਵੀ ਕੁਝ ਲੋਕ ਉਹ ਹੁੰਦੇ ਨੇ ਜਿਹੜੇ ਤੁਹਾਡੀ ਗੱਲ ਨੂੰ ਵੀ ਸਮਝਦੇ ਨੇ, ਤੁਹਾਡੇ ਮਸਲੇ ਨੂੰ ਵੀ ਸਮਝਦੇ ਨੇ, ਪਰ ਇਹ ਵੀ ਨਹੀਂ ਚਾਹੁੰਦੇ ਕਿ ਤੁਹਾਡੇ ਉੱਤੇ ਸੰਕਟ ਆਵੇ। ਇਹਦੇ ਨਾਲ ਹੀ ਮੈਂ ਇੱਕ ਸਰਦੀਪ ਜੀ ਹੋਰ ਗੱਲ ਕਰਨੀ ਚਾਹਾਂਗਾ। ਮੇਰਾ ਇੱਕ ਨਾਟਕ ਨਹੀਂ, ਮੇਰੇ 3 ਨਾਟਕ ਬੈਨ ਹੋਏ ਨੇ। ਇਸ ਤੋਂ ਬਾਅਦ ਤਪਸ਼ ਵੀ ਬੈਨ ਹੋਇਆ, ਪਰ ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਜਦੋਂ ਪਤਾ ਲੱਗਿਆ ਵੀ ਖੇਡਣਾ, ਉਹ ਉਦੋਂ ਪਹਿਲਾਂ ਉਹਦਾ ਰਿਵਿਊ ਛਪ ਗਿਆ ਸੀ ਪੇਪਰ ਦੇ ਵਿੱਚ, ਟਾਈਮਜ਼ ਆਫ ਇੰਡੀਆ 'ਚ। ਮੈਂ ਕਿਤੇ ਰੀਡਿੰਗ ਕੀਤੀ ਸੀ ਉਹਦਾ ਵੀ IB ਦਾ ਉੱਥੇ ਆ ਗਿਆ ਬੰਦਾ, ਉਹ ਪਾਰਟੀ ਕਾਨਫਰੰਸ ਦੇ ਉੱਪਰ ਸੀਗਾ। ਉਹ ਮੈਨੂੰ ਜਾਂਦਾ ਹੋਇਆ ਮਿਲ ਕੇ ਵੀ ਗਿਆ ਕਿ ਜੋ ਸਾਨੂੰ ਦੱਸਿਆ ਗਿਆ ਸੀ ਉਹ ਤਾਂ ਨਹੀਂ ਹੈ, ਇੰਨਾ ਖਰਾਬ ਤਾਂ ਨਹੀਂ ਹੈ। ਲੇਕਿਨ ਅੰਦਰੋਂ ਅੰਦਰ ਜਾ ਕੇ ਉਹਨਾਂ ਨੇ ਕੀ ਕੀਤਾ, ਜਿੰਨੀਆਂ ਸੰਸਥਾਵਾਂ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਸੀਗੀਆਂ ਜੋ ਨਾਟਕਾਂ ਨੂੰ ਉਤਸ਼ਾਹ ਦਿੰਦੀਆਂ ਸੀਗੀਆਂ ਜਾਂ ਸਥਾਨ ਦਿੰਦੀਆਂ ਸੀਗੀਆਂ, ਜਗ੍ਹਾ ਦਿੰਦੀਆਂ ਸੀਗੀਆਂ, ਉਹ ਸਾਰੀਆਂ ਨੂੰ ਕਹਿ ਦਿੱਤਾ ਕਿ ਇਹ ਨਾਟਕ ਨੂੰ ਜਗ੍ਹਾ ਨਹੀਂ ਦੇਣੀ, ਜਿਹਦੇ ਵਿੱਚ ਅੰਮ੍ਰਿਤਸਰ ਦਾ ਨਾਟਸ਼ਾਲਾ ਵੀ ਸ਼ਾਮਲ ਸੀਗਾ। ਉਸ ਤੋਂ ਬਾਅਦ ਹੁਣੇ ਹੀ ਥੋੜੇ ਦਿਨ ਪਹਿਲਾਂ ਸਿਰਸਾ ਯੂਨੀਵਰਸਿਟੀ ਦੇ ਵਿੱਚ, ਸਿਰਸਾ ਦੇ ਜਿਹੜੇ ਯੂਨੀਵਰਸਿਟੀ ਚੌਧਰੀ ਦੇਵੀ ਲਾਲ ਦੀ, ਉੱਥੋਂ ਦੇ ਵਾਈਸ ਚਾਂਸਲਰ ਨੇ ਸਟੂਡੈਂਟਸ ਨੂੰ ਭਗਤ ਸਿੰਘ ਦਾ ਜਿਹੜਾ ਮੇਰਾ ਨਾਟਕ ਹੈ ਛਿਪਣ ਤੋਂ ਪਹਿਲਾਂ ਖੇਡਣ ਤੋਂ ਇਨਕਾਰ ਕਰ ਦਿੱਤਾ। ਉਹ ਭੱਜ ਗਿਆ, ਨਾ ਹਾਂ ਕੀਤੀ ਨਾ ਕੀਤੀ। ਉਹ ਕਹਿੰਦੇ ਫਿਰ ਅਸੀਂ ਤਾਂ ਖੇਡਾਂਗੇ। ਉਹਨਾਂ ਨੇ ਬਾਹਰ ਉਹਦੇ ਵਿੱਚ ਖੇਡਿਆ, ਉਹਨੇ ਪੁਲਿਸ ਸੱਦ ਲਈ ਅੰਦਰੋਂ ਅੰਦਰ। ਪੁਲਿਸ ਆ ਗਈ, ਪੁਲਿਸ ਵਾਲਿਆਂ ਨੂੰ ਉਹਨਾਂ ਦੀ ਗੱਲ ਭਾ ਗਈ ਸਟੂਡੈਂਟਸ ਯੂਨੀਅਨ ਦੀ, ਉਹ ਵੀ ਪਾਸੇ ਹੋ ਗਏ। ਫਿਰ ਉਹਨਾਂ ਨੇ ਬਿਜਲੀ ਕਟਾਤੀ। ਤੁਸੀਂ ਹੈਰਾਨ ਮੰਨੋਗੇ ਕਿ ਉੱਥੇ ਉਹ ਨਾਟਕ ਬੱਚਿਆਂ ਨੇ, ਉਹ ਸਟੂਡੈਂਟਸ ਨੇ ਮੋਬਾਈਲਾਂ ਦੀ ਰੋਸ਼ਨੀ ਦੇ ਵਿੱਚ ਉਹ ਨਾਟਕ ਖੇਡਿਆ। ਸੋ ਨਾਟਕ ਕਦੇ ਵੀ ਬੈਨ ਹੋ ਸਕਦੇ ਨੇ, ਕਿਵੇਂ ਵੀ ਬੈਨ ਹੋ ਸਕਦੇ ਨੇ, ਅੱਡ ਢੰਗਾਂ ਨਾਲ ਬੈਨ ਹੋ ਜਾਂਦੇ ਨੇ। ਸੋ ਮੈਂ ਸਮਝਦਾ ਕਿ ਉਹ ਇਸ ਤਰ੍ਹਾਂ ਹੀ ਤਪਸ਼ ਦੇ ਵੀ 5 ਉਹ ਹਿੰਮਤ ਸੀ ਉਹਦੀ, ਕੇਵਲ ਧਾਲੀਵਾਲ ਦੀ, ਕਿ ਉਹਨੇ 5 ਜਗ੍ਹਾ ਸ਼ੋਅ ਕੀਤੇ, ਨਹੀਂ ਉਹ ਵੀ ਤਾਂ ਬੈਨ ਵਰਗਾ ਹੀ ਕੰਮ ਹੋਇਆ ਪਿਆ ਸੀਗਾ। ਸੋ ਬਿਲਕੁਲ ਜੀ, ਬਿਲਕੁਲ ਏਦਾਂ ਹੀ ਹੈ ਕਿ ਸਾਡੇ ਤੰਤਰ ਦੇ ਅੰਦਰ ਇਨ ਰੀਅਲ ਸੈਂਸ ਕੋਈ ਡੈਮੋਕ੍ਰੇਸੀ ਨਹੀਂ ਹੈ। ਬੇਸ਼ੱਕ ਅਸੀਂ ਵੋਟਾਂ ਪਾ ਕੇ ਸਰਕਾਰਾਂ ਚੁਣ ਲੈਂਦੇ ਹਾਂ, ਚੁਣਨ ਤੋਂ ਬਾਅਦ ਉਹ ਸਾਡੀਆਂ ਨਹੀਂ ਹੁੰਦੀਆਂ, ਚੁਣਨ ਤੱਕ ਸਾਨੂੰ ਲੱਗਦਾ ਕਿ ਅਸੀਂ ਆਪਣੀ ਸਰਕਾਰ ਚੁਣ ਰਹੇ ਹਾਂ। ਅਕਸਰ ਲੋਕਤੰਤਰ ਬਾਰੇ ਇਹੀ ਚੁਟਕਲਾ ਚੱਲਦਾ ਹੈ ਕਿ ਇੱਕ ਚੋਰ ਤੇ ਡਾਕੂ ਚੋਂ ਅਸੀਂ ਚੋਰ ਨੂੰ ਚੁਣ ਲੈਂਦੇ ਹਾਂ, ਡਾਕੂ ਨੂੰ ਛੱਡ ਦਿੰਦੇ ਹਾਂ। ਪਰ ਜਦੋਂ 5 ਸਾਲ ਹੋ ਰਹਿੰਦਾ, ਸਾਨੂੰ ਲੱਗਦਾ ਇਹ ਡਾਕੂ ਹੋ ਗਿਆ, ਹੁਣ ਅਸੀਂ ਫਿਰ ਦੂਸਰੇ ਚੋਰ ਨੂੰ ਵਾਪਸ ਲੈ ਆਉਂਦੇ ਹਾਂ। ਕੁੱਲ ਮਿਲਾ ਕੇ ਏਦਾਂ ਹੀ ਚੱਲ ਰਿਹਾ ਸਿਲਸਿਲਾ ਪੰਜਾਬ 'ਚ, ਤੇ ਉੱਤਰ ਕਾਟੋ ਮੈਂ ਚੜ੍ਹਾਂ ਵਾਲਾ ਸਿਲਸਿਲਾ ਇਹ ਸਾਰੀ ਦੁਨੀਆ ਹੀ ਜਾਣਦੀ ਹੈ। ਸਾਨੂੰ ਬਹੁਤ ਸਾਰੇ ਦੋਸਤ ਦੇਖ ਰਹੇ ਨੇ, ਅਰਵਿੰਦਰ ਕੌਰ ਕਾਲੜਾ ਜੀ ਦੇਖ ਰਹੇ ਨੇ, ਪ੍ਰੀਤ ਮਹਿੰਦਰ ਸਿੰਘ ਸਾਨੂੰ ਦੇਖ ਰਹੇ ਨੇ, ਸੰਦੀਪ ਸ਼ਰਮਾ ਜੀ ਯਾਦ ਕਰ ਰਹੇ ਨੇ ਕਿ ਅੰਕਲ ਨਾਲ ਪਹਿਲਾ ਜ਼ਿੰਦਗੀ ਦਾ ਨਾਟਕ ਸਟੇਜ ਦੇ ਉੱਤੇ ਮੈਂ ਦਮਨ ਸਾਹਿਬ ਨਾਲ ਹੀ ਕੀਤਾ ਸੀ। ਦਮਨ ਸਾਹਿਬ, ਤੁਹਾਡੇ ਬਹੁਤ ਸਾਰੇ ਕਲਾਕਾਰ ਤੁਹਾਨੂੰ ਦੇਖ ਰਹੇ ਹੋਣਗੇ ਔਰ ਯਾਦ ਉਹਨਾਂ ਨੂੰ ਆ ਰਿਹਾ ਹੋਏਗਾ ਕਿ ਅਸੀਂ ਤੁਹਾਡੇ ਨਾਲ ਨਾਟਕ ਕੀਤੇ। ਤੁਹਾਨੂੰ ਕੁਮਾਰ ਪਵਨਦੀਪ ਵੀ ਦੇਖ ਰਹੇ ਨੇ, ਔਰ ਮੇਰਾ ਖਿਆਲ ਹੈ ਕਿ ਇੱਕ ਨਾਟਕ ਦੀ ਉਹਨਾਂ ਨੇ ਰਿਕਸ਼ੇ 'ਚ ਬਹਿ ਕੇ ਕਿਸੇ ਵੇਲੇ
ਅਨਾਉਂਸਮੈਂਟ ਵੀ ਕੀਤੀ ਸੀ ਕਿ ਸਾਡਾ ਬਿਲਕੁਲ। ਸਾਡਾ ਅੱਜ ਨਾਟਕ ਹੋਣ ਜਾ ਨਹੀਂ ਰਿਹਾ। ਨਹੀਂ, ਇਹ ਥੀਏਟਰ ਦੀਆਂ ਟਿਕਟਾਂ ਵੀ ਵੇਚਦੇ ਰਹੇ ਨੇ ਟੈਗੋਰ ਥੀਏਟਰ 'ਚ ਮੇਰੇ ਨਾਟਕਾਂ ਦੀਆਂ ਨਾ, ਬਹੁਤ ਇਹਨਾਂ ਨੇ ਹਿੰਮਤ ਕੀਤੀ ਦਿਖਾਈ। ਹਾਂਜੀ। ਹਾਂ, ਅਸੀਂ ਥੋੜਾ ਅੱਗੇ ਚੱਲਦੇ ਹਾਂ ਕਿ ਜਿਹੜੀ ਆਪਣੀ ਗੱਲ ਬੇਸ਼ੱਕ ਪਹਿਲਾਂ ਹੋ ਚੁੱਕੀ ਹੈ, ਕਤਰਾ ਕਤਰਾ ਜ਼ਿੰਦਗੀ ਬਾਰੇ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ। ਇਸ ਪ੍ਰਸੰਗ ਵਿੱਚ ਨਹੀਂ ਕਿ ਉਸ ਨਾਟਕ ਦੇ ਵਿੱਚ ਬਹੁਤ ਸਾਰੇ ਪੋਲੀਟੀਕਲ ਸਵਾਲ ਉਭਾਰੇ ਗਏ ਸਨ, ਬਲਕਿ ਇਸ ਪ੍ਰਸੰਗ ਦੇ ਵਿੱਚ ਕਿ ਉਸ ਨਾਟਕ ਦੇ ਅੰਦਰ ਬੰਦੇ ਦੇ ਘਰ 'ਚ ਡੈਮੋਕ੍ਰੇਸੀ ਕਿਸ ਤਰੀਕੇ ਦੀ ਹੈ, ਜਾਂ ਘਰ ਦੇ ਅੰਦਰ ਕਿਸ ਕਿਸਮ ਦੇ ਸੰਕਟ ਪੈਦਾ ਹੋ ਜਾਂਦੇ। ਵੈਸੇ ਤਾਂ ਇਹ ਸਵਾਲ ਆਂਟੀ ਨੂੰ ਕਰਨਾ ਚਾਹੀਦਾ, ਪਰ ਹੁਣ ਤੁਹਾਨੂੰ ਹੀ ਕਰ ਲੈਂਦੇ ਹਾਂ। ਤੇ ਜੇ ਮੈਨੂੰ ਇਕੱਲੇ ਨੂੰ ਕਰੋਗੇ ਫਿਰ ਡੈਮੋਕ੍ਰੇਸੀ ਕਿਵੇਂ ਹੋਏਗੀ? ਫਿਰ ਤਾਂ ਇੱਕ ਪਾਸੜ ਹੋ ਜਾਊਗਾ ਜੀ, ਫਿਰ ਤਾਂ ਇੱਕ ਪਾਸੜ ਹੋ ਜਾਊਗਾ। ਨਹੀਂ, ਡੈਮੋਕ੍ਰੇਸੀ ਨਹੀਂ ਮਤਲਬ ਜੀਵਨ ਦਾ, ਜਿਵੇਂ ਜੀਵਨ ਗੁਜ਼ਾਰਿਆ ਤੇ ਕੋਈ ਇਕੱਲਾ ਮੇਰਾ ਨਹੀਂ, ਬਹੁਤ ਸਾਰੇ ਲੋਕਾਂ ਦੇ ਇਸ ਤਰ੍ਹਾਂ ਦੇ ਜੀਵਨ ਨੇ। ਉਹ ਸੱਚ ਲਿਆਂਦਾ ਉਹਦੇ ਵਿੱਚ, ਉਹ ਸਾਰਾ ਹੀ ਸੱਚ ਹੈ, ਜੋ ਕੁਝ ਵੀ ਹੈ ਉਹਦੇ ਵਿੱਚ ਉਹ ਸਭ ਸੱਚ ਹੈ। ਜਿਸ ਤਰ੍ਹਾਂ ਵੀ ਬੀਤਿਆ, ਜੋ ਕੁਝ ਵਾਪਰਿਆ, ਔਰ ਉਹ ਸੱਚ ਇੰਨਾ ਚੰਗਾ ਲੱਗਿਆ ਲੋਕਾਂ ਨੂੰ ਕਿ ਬਹੁਤ ਹੀ ਪਿਆਰ ਦਿੱਤਾ ਲੋਕਾਂ ਨੇ, ਬਹੁਤ ਹੀ ਉਸਨੂੰ ਐਪਰੀਸ਼ੀਏਟ ਕੀਤਾ। ਅੰਗਰੇਜ਼ੀ ਦੇ ਵਿੱਚ ਉਹਦਾ ਟ੍ਰਾਂਸਲੇਸ਼ਨ ਵੀ ਹੋ ਚੁੱਕਿਆ ਹੈ, ਬਹੁਤ ਵਧੀਆ। ਪੰਜਾਬੀ ਅਕੈਡਮੀ ਦਿੱਲੀ ਨੇ ਛਾਪਿਆ, ਆਪਣਾ ਕੀ ਕਹਿੰਦੇ ਅੰਗਰੇਜ਼ੀ ਦੇ ਵਿੱਚ ਨਾ ਕੁਛ ਹੈਗਾ ਉਹਦਾ, ਮੈਂ ਨਾ ਭੁੱਲ ਗਿਆ। ਕੋਈ ਗੱਲ ਤੇ ਇਸ ਤਰ੍ਹਾਂ ਕਰਕੇ ਉਹ ਨਾਟਕ ਦੇ ਅੰਦਰ ਮੈਂ ਥੋੜਾ ਜਿਹਾ ਹਰ ਪੱਖ ਨੂੰ ਕੋਸ਼ਿਸ਼ ਕੀਤੀ ਹੈ ਜ਼ਿੰਦਗੀ ਦੀ ਨੂੰ, ਜਿਹਦੇ ਵਿੱਚ ਪੋਲੀਟੀਕਲ ਪੱਖ ਵੀ ਹੈਗਾ, ਜਾਤੀ ਜ਼ਿੰਦਗੀ ਵੀ ਹੈਗੀ ਹੈ, ਔਰ ਉਸ ਦੇ ਵਿੱਚ ਸੁਭਾਵਨਾਵਾਂ ਵੀ ਹਨ ਜੀਵਨ ਦੀਆਂ, ਫਿਲਾਸਫੀ ਵੀ ਹੈਗੀ ਹੈ ਜੀਵਨ ਦੀ। ਉਹਦੇ ਵਿੱਚ ਉਹਨੂੰ ਆਗਾਜ਼ ਤੋਂ ਵੀ ਲੈ ਕੇ ਅਮੀਬਾ ਸੈੱਲ ਤੋਂ ਵੀ ਪਹਿਲਾਂ, ਮੈਂ ਉਸ ਦਿਨ ਰਿਹਰਸਲ ਕਰ ਰਿਹਾ ਸੀ, ਇੱਕ ਸਾਇੰਟਿਸਟ ਮੇਰੀ ਰਿਹਰਸਲ ਦੇਖ ਰਿਹਾ ਸੀਗਾ, ਤੇ ਉਹਦੇ ਵਿੱਚ ਮੈਂ ਗੱਲ ਸ਼ੁਰੂ ਕਰ ਰਿਹਾ ਸੀ ਅਮੀਬਾ ਸੈੱਲ ਤੋਂ। ਬਾਅਦ ਵਿੱਚ ਰਿਹਰਸਲ ਤੋਂ ਬਾਅਦ ਉਹਨੇ ਮੈਨੂੰ ਕਿਹਾ ਕਿ ਅਮੀਬਾ ਤੋਂ ਪਹਿਲਾਂ ਵੀ ਸੈੱਲ ਹੈ। ਫਿਰ ਮੈਂ ਇਸ ਲਈ ਉਹਨੂੰ ਅਮੀਬਾ ਕੱਟ ਕੇ ਉਸ ਤੋਂ ਬਾਅਦ ਮੈਂ ਹੋਰ ਸੈੱਲਾਂ, ਮਤਲਬ ਕਿ ਹੋਰ ਤਰ੍ਹਾਂ ਗੱਲ ਕੀਤੀ, ਉਹਨੂੰ ਚੇਂਜ ਕੀਤਾ। ਸੋ ਕਈ ਵਾਰੀ ਸਹਾਰਾ ਵੀ ਮਿਲ ਜਾਂਦਾ। ਸੋ ਉਹ ਨਾਟਕ ਮੈਨੂੰ ਆਪ ਵੀ ਲੱਗਦਾ ਕਿ ਕਾਫੀ ਮੇਰੀ ਵੱਡੀ ਪ੍ਰਾਪਤੀ ਹੈ, ਤੇ ਬਾਕੀ ਉਹ ਦੇਖਣ ਵਾਲਿਆਂ ਨੂੰ ਵੀ, ਪੜ੍ਹਨ ਵਾਲਿਆਂ ਨੂੰ ਵੀ ਮੇਰੀ ਪ੍ਰਾਪਤੀ ਲੱਗੀ ਹੈ। ਬੜਾ ਸ਼ੁਕਰਗੁਜ਼ਾਰ ਹਾਂ ਲੋਕਾਂ ਦਾ ਜਿਹਨੇ ਐਪਰੀਸ਼ੀਏਟ ਕੀਤਾ ਤੇ ਮੈਨੂੰ ਅੱਗੇ ਹੋਰ ਨਾਟਕ ਲਿਖਣ ਦੀ ਪ੍ਰੇਰਨਾ ਵੀ ਦਿੱਤੀ ਹੈ। ਦਮਨ ਸਾਹਿਬ, ਜੇ ਤੁਹਾਡੇ ਸਾਰੇ ਸਫ਼ਰ ਦੀ ਗੱਲ ਕਰੀਏ, ਨਾਟਕ ਲਿਖਣ ਦੇ ਸਫ਼ਰ ਦੀ, ਖੇਡਣ ਦੇ ਸਫ਼ਰ ਦੀ, ਤਾਂ ਅਸੀਂ ਨੋਟ ਕਰ ਸਕਦੇ ਹਾਂ ਕਿ ਬਹੁਤ ਮੁੱਢਲੇ ਦੌਰ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸਰਗਰਮ ਸੀ। ਈਵਨ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਤੁਸੀਂ ਟਿਕਟਾਂ ਦੇ ਉੱਤੇ ਸ਼ੋਅ ਵੀ ਕਰਦੇ ਰਹੇ, ਪਰ ਫਿਰ ਇੱਕ ਲੰਮੀ ਬ੍ਰੇਕ ਵੀ ਤੁਹਾਡੇ ਨਾਟਕ ਦੇ ਖੇਤਰ ਦੇ ਵਿੱਚ ਆਈ। ਮੇਰਾ ਖਿਆਲ ਇਹ 80 ਵਾਲੇ ਦਹਾਕੇ ਦੇ ਵਿੱਚ ਆਈ ਹੋਏਗੀ ਇਹ ਬ੍ਰੇਕ, ਜੇ ਮੈਂ ਗਲਤ ਨਹੀਂ ਤਾਂ। ਉਸ ਤੋਂ ਬਾਅਦ ਤੁਸੀਂ ਜਦੋਂ ਤਪਸ਼ ਲਿਖਿਆ, ਤਾਂ ਤਪਸ਼ ਤੋਂ ਬਾਅਦ ਲਗਾਤਾਰ ਤੁਸੀਂ ਨਾਟਕ ਲਗਾਤਾਰ ਤੁਸੀਂ ਲਿਖ ਰਹੇ ਹੋ, ਔਰ ਬਹੁਤ ਸਾਰੇ ਇਤਿਹਾਸਕ ਨਾਟਕ ਲਿਖ ਰਹੇ ਹੋ। ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਮਸਲਾ, ਪਰ ਮੇਰਾ ਸਵਾਲ ਇਸ ਗੱਲ ਨਾਲ ਆ ਕਿ ਉਹ ਬ੍ਰੇਕ ਦੇ ਪਿੱਛੇ ਕੀ ਕਾਰਨ ਹੋ ਸਕਦੇ? ਕੀ ਤੁਹਾਨੂੰ ਵਕਤ ਸਮਝ ਨਹੀਂ ਸੀ ਆ ਰਿਹਾ, ਕਿ ਜਾਂ ਤੁਸੀਂ ਆਪਣੇ ਕਿਸੇ ਪਰਸਨਲ ਮਸਲੇ ਦੇ ਵਿੱਚ ਫਸ ਗਏ ਸੀ, ਕਿ ਜਾਂ ਇਤਿਹਾਸ ਦੇ ਦਬਾਅ ਹੀ ਇੰਨੇ ਸੀ ਕਿ ਇੱਕ ਬੰਦਾ ਜਿਵੇਂ ਕਤਰਾ ਕਤਰਾ ਜ਼ਿੰਦਗੀ ਦੇ ਵਿੱਚ ਵੀ ਆ ਜਾਂਦਾ, ਕਿ ਤੁਹਾਡੇ ਕੋਲੇ ਇੱਕ ਤਰ੍ਹਾਂ ਨਾਲ ਇੰਝ ਲੱਗਣ ਲੱਗ ਗਿਆ ਸੀ ਕਿ ਸਿਰਜਣਾ ਦੇ ਸੋਮੇ ਸ਼ਾਇਦ ਸੁੱਕ ਰਹੇ ਨੇ? ਇਹ ਅਚਾਨਕ ਹੀ ਵਾਪਰਿਆ। ਮੈਂ ਸ਼ਾਇਦ ਜਿਸ ਤਰ੍ਹਾਂ ਦੇ ਉਦੋਂ ਹਾਲਾਤ ਸੀ, ਘਰ ਦੇ ਵੀ, ਥੀਏਟਰ ਦੇ ਲਈ ਕੋਈ ਮਦਦਗਾਰੀ ਨਹੀਂ ਸੀ, ਕਿਸੇ ਪਾਸੇ ਕੋਈ ਮਦਦ ਨਹੀਂ ਸੀ। ਮੈਂ ਯੂਟੀ ਸਰਕਾਰ ਨਾਲ ਵੀ ਲੜਿਆ, ਟਿਕਟਾਂ ਤੇ ਵੀ ਕਰਕੇ ਦੇਖੇ, ਔਰ ਟਿਕਟਾਂ ਤੇ ਵੀ ਕੀਤਾ। ਲੋਕਾਂ ਨੇ ਬਹੁਤ ਮੇਰੇ, ਇਹ ਨਹੀਂ ਮੈਂ ਕਹਿੰਦਾ, ਮੈਨੂੰ ਬਹੁਤ ਸਹਾਰਾ ਦਿੱਤਾ, ਲੋਕ ਟਿਕਟਾਂ ਤੇ ਵੀ ਆਉਂਦੇ ਸੀਗੇ, ਪਰ ਫਿਰ ਵੀ ਮੈਂ ਸੋਚ ਰਿਹਾ ਸੀ ਕਿ ਉਹ ਕੁਛ ਨਹੀਂ ਹੋ ਰਿਹਾ ਜੋ ਕਿ ਕਰਨਾ ਚਾਹੀਦਾ। ਮੈਂ ਇੱਕ ਤਰ੍ਹਾਂ ਨਾਲ ਸਬਦੀਸ਼ ਜੀ ਡਿਪਰੈਸ਼ਨ 'ਚ ਚਲਿਆ ਗਿਆ ਸੀ। ਤਾਂ ਡਿਪਰੈਸ਼ਨ ਇੰਨਾ ਲੰਬਾ ਹੋਇਆ ਕਿ ਮੇਰੇ ਖਿਆਲ 'ਚ ਕਈ ਸਾਲ ਡਿਪਰੈਸ਼ਨ ਚੱਲਿਆ। ਪਰ ਮੇਰੀ ਬੀਵੀ ਨੇ, ਜਸਵੰਤ ਨੇ, ਮੈਨੂੰ ਬਹੁਤ ਸਹਾਰਾ ਦਿੱਤਾ, ਬਹੁਤ ਕੀਤਾ। ਹੋਰਾਂ ਦੋਸਤਾਂ ਨੂੰ ਵੀ ਕਿਹਾ, ਕੇਵਲ ਧਾਲੀਵਾਲ ਨੂੰ ਨਾਲ ਲੈ ਕੇ ਉਹਨਾਂ ਨੇ ਮੈਨੂੰ ਪ੍ਰੇਰਨਾ ਇਸ ਤਰ੍ਹਾਂ ਸੀਗਾ ਕਿ ਮੇਰੇ ਕੋਲ ਉਹਨਾਂ ਨੇ ਨਾਟਕ ਲਿਖਵਾਇਆ ਧੱਕੇ ਨਾਲ। ਇਹ ਜਿਹੜਾ ਤਪਸ਼ ਸੀਗਾ, ਤਪਸ਼ ਨਾਟਕ ਲਿਖਣ ਨਾਲ ਮੈਂ ਮੁੜ ਕੇ ਮਤਲਬ ਲਿਖਣ ਵਾਲੇ ਪਾਸੇ ਮੇਰਾ ਉਹ ਕੰਮ ਕਰਨਾ, ਤੇ ਮੇਰੀ ਜਿਹੜਾ ਡਿਪਰੈਸ਼ਨ ਸੀ ਉਹ ਦੂਰ ਹੋਣਾ ਸ਼ੁਰੂ ਹੋਇਆ। ਦੋਸਤਾਂ ਦਾ ਸਹਾਰਾ ਮਿਲਿਆ, ਕਾਫੀ ਕੁਛ। ਮੈਂ ਸ਼ੁਕਰਗੁਜ਼ਾਰ ਹਾਂ ਕੇਵਲ ਦਾ ਇਸ ਗੱਲੋਂ, ਤੇ ਆਪਣੀ ਪਤਨੀ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਮੁੜ ਕੇ ਉਸ ਲੀਹ ਦੇ ਉੱਤੇ ਪਾਇਆ। ਔਰ ਮੈਨੂੰ ਨਹੀਂ ਪਤਾ ਲੱਗਿਆ ਅਚਾਨਕ ਉਹ ਡਿਪਰੈਸ਼ਨ ਕਿਵੇਂ ਸ਼ੁਰੂ ਹੋ ਗਿਆ। ਮੈਂ ਪੱਗ ਬੰਨਣੀ ਸ਼ੁਰੂ ਕਰਤੀ, ਲੰਬੀ ਲੰਬੀ ਦਾੜੀ ਰੱਖ ਲਈ, ਪਤਾ ਨਹੀਂ ਮੈਨੂੰ ਕੀ ਹੋ ਗਿਆ। ਮੈਨੂੰ ਲੱਗਿਆ ਸੀ ਮੈਂ ਸ਼ਾਇਦ ਕੁਛ
ਸਾਧ ਬਣ ਨਹੀਂ ਜਾ ਰਿਹਾ, ਆਈ ਡੋਂਟ ਨੋ, ਮੈਨੂੰ ਕੁਝ ਨਹੀਂ ਪਤਾ ਉਸ ਸਮੇਂ ਦਾ, ਰੀਅਲੀ ਮੈਂ ਉਸ ਸਮੇਂ ਬਾਰੇ ਕੁਝ ਨਹੀਂ ਕਹਿ ਸਕਦਾ। ਤੇ ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਜਿਹੜਾ ਬਾਅਦ ਦੇ ਵਿੱਚ ਮੈਨੂੰ ਇਹ ਜ਼ਰੂਰ ਲੱਗਿਆ ਕਿ ਆਈ ਵਾਜ਼ ਇਨ ਡੀਪ ਡਿਪਰੈਸ਼ਨ। ਕਈ ਵਾਰੀ ਹੋ ਜਾਂਦਾ ਇਹੋ ਜਿਹਾ ਡਿਪਰੈਸ਼ਨ, ਕਈ ਵਾਰੀ ਖੁਦਕੁਸ਼ੀ ਵਾਲੇ ਪਾਸੇ ਵੀ ਲੈ ਜਾਂਦਾ, ਪਰ ਸ਼ੁਕਰਗੁਜ਼ਾਰ ਹੈ ਕਿ ਮੈਂ ਉਹਨਾਂ ਲੋਕਾਂ ਦਾ, ਉਹਨਾਂ ਦੋਸਤਾਂ ਦਾ, ਜਿਨ੍ਹਾਂ ਸਦਕਾ ਮੈਂ ਮੁੜ ਕੇ ਲੀਹ ਦੇ ਉੱਤੇ ਪੈ ਗਿਆ। ਤੁਸੀਂ ਦਮਨ ਜੀ ਕੇਵਲ ਦੀ ਗੱਲ ਕੀਤੀ, ਕੇਵਲ ਧਾਲੀਵਾਲ ਦੀ, ਕਿ ਪਰਸਨਲੀ ਤੁਹਾਨੂੰ ਉਹਨਾਂ ਨੇ ਬਚਾ ਲਿਆ ਇੱਕ ਤਰ੍ਹਾਂ ਦੇ ਨਾਲ ਉਸ ਡਿਪਰੈਸ਼ਨ ਤੋਂ ਕੱਢਣ ਦੇ ਵਿੱਚ। ਪਰ ਮੈਂ ਕਹਾਂਗਾ ਕਿ ਕੇਵਲ ਧਾਲੀਵਾਲ ਦਾ ਤੁਸੀਂ ਤਾਂ ਇੱਕ ਵਿਅਕਤੀਗਤ ਪੱਧਰ ਦੇ ਉੱਤੇ ਕਰ ਹੀ ਰਹੇ ਹੋ ਮਾਣ, ਜਾਂ ਉਹਨੂੰ ਵਿਅਕਤੀਗਤ ਪੱਧਰ ਦੇ ਉੱਤੇ ਤੁਸੀਂ ਦੇ ਹੀ ਰਹੇ ਹੋ ਕ੍ਰੈਡਿਟ, ਪਰ ਮੈਂ ਸਮਝਦਾ ਕਿ ਸਾਨੂੰ ਸਾਰੇ ਪੰਜਾਬੀ ਰੰਗਮੰਚ ਨੂੰ, ਨਾਟ ਜਗਤ ਨੂੰ, ਕੇਵਲ ਨੂੰ ਇਸ ਗੱਲ ਲਈ ਜ਼ਰੂਰ ਕ੍ਰੈਡਿਟ ਦੇਣਾ ਚਾਹੀਦਾ ਹੈ ਕਿ ਉਹਨਾਂ ਦੀ ਵਜ੍ਹਾ ਕਰਕੇ ਸਾਡੇ ਕੋਲੇ ਜਿਹੜੇ ਇੱਕ ਬਹੁਤ ਅੱਛੇ ਨਾਟਕਕਾਰ ਸੀ, ਔਰ ਜਿਹੜੇ ਇੱਕ ਤਰ੍ਹਾਂ ਨਾਲ ਬ੍ਰੇਕ ਹੋ ਗਏ ਸੀ, ਉਹਨਾਂ ਦੀ ਇੱਕ ਤਰ੍ਹਾਂ ਨਾਲ ਵਾਪਸੀ ਹੋਈ। ਮੈਂ ਹੁਣ ਸਵਾਲ ਤੁਹਾਨੂੰ ਇਹ ਕਰਨਾ ਚਾਹੁੰਦਾ ਕਿ ਜਿਹੜਾ ਤੁਹਾਡਾ ਸ਼ਾਂ ਵਿਹੂਣੇ ਨਾਟਕ ਸੀ, ਉਸ ਨਾਟਕ ਦੀ ਆਮਦ ਦੇ ਨਾਲ ਇੱਕ ਸਵਾਲ ਇਹ ਵੀ ਪੈਦਾ ਹੋਇਆ ਕਿ ਪੰਜਾਬੀ ਦੇ ਵਿੱਚ ਸਿਰਫ ਗੱਲਬਾਤ ਪੱਧਰ ਦੇ ਜਿਹੜੇ ਡਾਇਲਾਗ ਲਿਖੇ ਜਾਂਦੇ ਸੀ, ਉਹਦੀ ਜਗ੍ਹਾ ਦੇ ਉੱਤੇ ਇੱਕ ਬੌਧਿਕਤਾ ਦਾ ਦਖਲ ਨਾਟਕ ਦੀ ਦੁਨੀਆ ਦੇ ਵਿੱਚ ਹੋਣ ਨੂੰ ਕੁਝ ਲੋਕਾਂ ਨੇ ਪ੍ਰਵਾਨ ਕੀਤਾ। ਬੇਸ਼ੱਕ ਬਹੁਤ ਲੋਕਾਂ ਨੇ ਨਹੀਂ, ਕਿਉਂਕਿ ਅਕਾਦਮਿਕ ਪੱਧਰ ਦੇ ਉੱਤੇ ਕੁਝ ਹੋਰ ਲੋਕਾਂ ਨੂੰ ਵਿਚਾਰਿਆ ਜਾ ਰਿਹਾ ਸੀ, ਤੇ ਜਿਹੜੇ ਵੈਸੇ ਦੁਨੀਆ, ਨਾਟਕ ਦੀ ਦੁਨੀਆ ਨਾਲ ਜੁੜੇ ਸੀ, ਉਹ ਤੁਹਾਡੇ ਬਾਰੇ ਵੀ ਕੁਝ ਗੱਲਾਂ ਕਰਦੇ ਸੀ। ਇਸ ਤਰੀਕੇ ਦੇ ਜਿਹੜਾ ਨਾਟਕ, ਇਹ ਬੌਧਿਕਤਾ ਦਾ ਦਖਲ ਤੁਹਾਡੇ ਨਾਟਕ ਦੇ ਵਿੱਚ ਹੋਣ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ, ਜੇ ਤੁਸੀਂ ਉਹਨੂੰ ਕਦੇ ਨੋਟ ਕੀਤਾ ਹੋਵੇ? ਦੇਖੋ, ਨਾਟਕ ਮੈਂ ਬੜਾ ਸਿੰਪਲੀ ਜਿਹਾ ਸ਼ੁਰੂ ਕੀਤਾ ਸੀ, ਮਿਡਲ ਕਲਾਸ ਦੀ ਕ੍ਰਾਈਸਿਸ ਦਾ, ਰੋਟੀ ਦਾ, ਇੱਕ ਘਰ ਨੂੰ ਚਲਾਉਣ ਦਾ, ਜਿਹਦਾ ਖਾਸ ਤੌਰ ਤੇ ਜਿਹਦਾ ਹੈਡ ਜਿਹੜਾ ਉਹ ਗੁਜ਼ਰ ਜਾਂਦਾ ਹੈ ਔਰ ਉਹ ਇੱਕਦਮ ਸੰਕਟ ਪਰਿਵਾਰ ਦੇ ਉੱਪਰ ਆ ਜਾਂਦਾ ਹੈ। ਪਰ ਉਸ ਪਰਿਵਾਰ ਦੇ ਕੁਛ ਜਿਹੜੇ ਉਹ ਨੇ, ਉਹਨਾਂ ਦੀ ਸੋਚ ਥੋੜੀ ਜਿਹੀ ਅਲੱਗ-ਅਲੱਗ ਸੋਚ ਹੈ, ਤੇ ਉਹਨਾਂ ਦੇ ਵਿੱਚ ਇੱਕ ਸੁਧੀਰ ਜਿਹੜਾ ਨਾਂ ਦਾ ਪਾਤਰ ਹੈ, ਉਹ ਥੋੜਾ ਜਿਹਾ ਮਤਲਬ ਪੜ੍ਹਿਆ ਲਿਖਿਆ ਹੈ, ਉਹਦੇ ਅੰਦਰ ਜਿਸ ਤਰ੍ਹਾਂ ਦਾ ਮੇਰੀ ਸੋਚ ਸੀ, ਇਸ ਤਰ੍ਹਾਂ ਦਾ ਉਹ ਪਾਤਰ ਘੜਿਆ ਗਿਆ। ਸਿਚੁਏਸ਼ਨ ਉਸ ਤਰ੍ਹਾਂ ਆਪ ਹੀ ਬਣਦੀਆਂ ਗਈਆਂ, ਤੇ ਸੁਧੀਰ ਉਹਦੇ ਵਿੱਚ ਇੱਕ ਇੰਟੈਲੈਕਚੁਅਲ ਲੈਵਲ ਦੇ ਉੱਪਰ ਗੱਲ ਕਰਦਾ ਹੈ। ਹਰ ਉਹ ਭੁੱਖ ਨੰਗ ਦੇ ਵਿੱਚੋਂ ਕੱਢਦੇ ਹੋ, ਜਦੋਂ ਕੋਈ ਉਹਨਾਂ ਨੇ ਭੁੱਖ ਹੜਤਾਲ ਕਰਨ ਦਾ 2 ਦਿਨ ਲਈ ਫੈਸਲਾ ਵੀ ਕਰ ਲਿਆ, ਉਦੋਂ ਉਹ ਭੁੱਖ ਨੰਗ ਨੂੰ ਵੀ ਮਤਲਬ ਉਹ ਜਿਹੜਾ ਟਾਈਮ ਨੂੰ ਗੁਜ਼ਾਰ ਰਿਹਾ, ਉਹਦੇ ਵਿੱਚ ਵੀ ਉਹ ਫਿਲਾਸਫੀ ਦੀ ਗੱਲ ਕਰਦਾ ਹੈ, ਰੱਬ ਦੀ ਗੱਲ ਕਰਦਾ ਹੈ, ਹਾਂਜੀ, ਤੇ ਉਹ ਜਮਾਤ ਦੀ ਗੱਲ ਕਰਦਾ ਹੈ, ਤੇ ਇਸ ਤਰ੍ਹਾਂ ਦੀ ਉਹ ਸਿਚੁਏਸ਼ਨ ਇਹ ਜਿਹੀ ਕ੍ਰੀਏਟ ਕਰਦਾ ਹੈ, ਹੋਈ ਜਾਂਦੀ ਹੈ ਆਟੋਮੈਟਿਕਲੀ। ਸ਼ਾਇਦ ਉਹ ਮੇਰੇ ਖਿਆਲ ਚ ਉਹ ਮੈਂ ਹੀ ਸਾਂ, ਉਹ ਸੁਧੀਰ ਮੈਂ ਹੀ ਸਾਂ ਸ਼ਾਇਦ, ਜਿਹਦੇ ਅੰਦਰ ਇੱਕ ਸਿਆਸੀ ਸੋਚ ਸੀ, ਜਿਹਦੇ ਅੰਦਰ ਇੱਕ ਜਿਹਨੇ ਇੱਕ ਜ਼ਿੰਦਗੀ ਨੂੰ ਕਈ ਪੱਖਾਂ ਦੇ ਵਿੱਚ ਉਹਦੀ ਗੁਜ਼ਰਿਆ ਸੀ, ਜਿਹੜਾ ਬੰਦਾ, ਉਹ ਬੰਦਾ ਉਹਦੇ ਅੰਦਰ, ਸੁਧੀਰ ਦੇ ਅੰਦਰ ਪਾਤਰ ਬਣ ਕੇ ਬੋਲਿਆ, ਉਹ ਮੈਂ ਹੀ ਸੀ ਸ਼ਾਇਦ। ਤੇ ਲੇਕਿਨ ਉਹ ਜਦੋਂ ਮੈਂ ਉਹਨੂੰ ਅੱਡ ਦੇਖਦਾ ਤਾਂ ਬਿਲਕੁਲ ਇੱਕ ਅਲੱਗ ਲੱਗਦਾ, ਫਿਰ ਮੈਨੂੰ ਲੱਗਦਾ ਕਈ ਵਾਰੀ ਨਹੀਂ, ਇਹ ਸੁਧੀਰ ਹੀ ਹੈ, ਮੈਂ ਨਹੀਂ ਹਾਂ। ਸੋ ਇਸ ਤਰ੍ਹਾਂ ਕਰਕੇ ਉਹ ਸਿਚੁਏਸ਼ਨ ਕ੍ਰੀਏਟ ਹੁੰਦੀ ਗਈ। ਤੇ ਮਾਂ ਵਰਗੀ ਉਹ ਸੀ, ਮਾਮਾ ਜਿਵੇਂ ਹੁੰਦੀਆਂ ਉਦਾਂ ਹੀ ਸੀਗੀ, ਧੀ ਵਰਗੀ ਉਹ ਸੀਗੀ, ਤੇ ਜਿਹੜਾ ਵੱਡਾ ਮੁੰਡਾ ਉਹ ਇੱਕ ਕੰਜ਼ਰਵੇਟਿਵ ਹੋਣ ਦੇ ਨਾਤੇ, ਕੰਜ਼ਰਵੇਟਿਵ ਸੋਚ ਰੱਖਣ ਕਰਕੇ, ਜਾਂ ਬਹੁਤਾ ਉਹਦਾ ਰੁਚੀ ਨਹੀਂ ਸੀ ਸਾਹਿਤ ਵੱਲ ਵੱਡੇ ਮੁੰਡੇ ਦੀ, ਇਸ ਕਰਕੇ ਉਹ ਬਹੁਤਾ ਨਾ ਹੀ ਉਹਨੂੰ ਕੋਈ ਜਮਾਤੀ ਸੂਝ ਸੀ ਬਹੁਤ ਜ਼ਿਆਦਾ। ਤੇ ਉਹ ਅੱਛਾ, ਉਹਦੇ ਵਿੱਚ ਇੱਕ ਦਰਦ ਜਿਹੜਾ ਪੈਦਾ ਹੋਇਆ, ਉਸ ਜਿਹੜਾ ਮੈਂ ਦਰਦ ਦਿਖਾਇਆ ਉਸਦਾ, ਕਿ ਉਹ ਆਪਣਾ ਜੇ ਬਚਪਨ ਵੀ ਨਹੀਂ ਉਹ ਸਮਝ ਰਿਹਾ ਕਿ ਮੈਂ ਬਚਪਨ ਚੋਂ ਗੁਜ਼ਰ ਰਿਹਾ। ਉਹ ਕਹਿੰਦਾ ਤੁਸੀਂ ਤਾਂ ਬਚਪਨ ਜੀ ਰਹੇ ਹੋ, ਪਰ ਮੈਨੂੰ ਨੌਕਰੀ ਜਿਹੜੀ ਕਰਨੀ ਪੈ ਰਹੀ ਹੈ, ਮੈਂ ਬਚਪਨ ਗਵਾ ਲਿਆ ਆਪਣਾ। ਇਦਾਂ ਦਾ ਇੱਕ ਦਰਦ ਵੀ ਉਸਦੇ ਸੀਨੇ ਦੇ ਅੰਦਰ ਸੀਗਾ। ਦਮਨ ਸਾਹਿਬ, ਬਲਕਾਰ ਸਿੱਧੂ ਜੀ ਕਹਿ ਰਹੇ ਨੇ ਕਿ ਦਮਨ ਸਾਹਿਬ ਬਹੁਤ ਹੀ ਕਾਮਯਾਬ ਲੇਖਕ ਦੇ ਨਾਲ ਨਾਲ ਨਿਰਦੇਸ਼ਕ ਵੀ ਨੇ। ਡਾਕਟਰ ਸਾਹਿਬ ਸਿੰਘ ਕਹਿ ਰਹੇ ਨੇ ਕਿ ਤੁਸੀਂ ਬਹੁਤ ਸੂਖਮ ਅੰਦਾਜ਼ ਵਾਲੇ ਮਸਲਿਆਂ ਨੂੰ ਛੂਹਦੇ ਹੋ। ਆਖਰਕਾਰ ਇਹਨਾਂ ਮਸਲਿਆਂ ਨੂੰ ਛੂਹਣ ਦਾ ਸੰਬੰਧ ਤੁਹਾਡੇ ਉਸ ਸਾਹਿਤ ਨਾਲ ਵੀ ਜ਼ਰੂਰ ਹੋਏਗਾ ਜਿਹੜਾ ਤੁਸੀਂ ਪੜ੍ਹਦੇ ਹੋ। ਕੀ ਤੁਸੀਂ ਉਹ ਜਿਹੜਾ ਸਾਹਿਤ ਤੁਸੀਂ ਜਿਹਦੇ ਤੋਂ ਪ੍ਰਭਾਵਿਤ ਹੁੰਦੇ ਹੋ, ਉਹਦੇ ਬਾਰੇ ਜੇ 2 ਗੱਲਾਂ ਕਰ ਸਕੋ? ਮੈਂ ਸਾਹਿਤ ਉਹਨਾਂ ਤਾਂ ਨਹੀਂ ਪੜ੍ਹਿਆ ਜਿੰਨਾ ਅਕਾਦਮਿਕ ਲੋਕ ਪੜ੍ਹਦੇ ਨੇ ਜਾਂ ਹੋਰ ਲੋਕ ਪੜ੍ਹਦੇ ਨੇ, ਪਰ ਮੈਂ ਪੜ੍ਹਦਾ ਰਿਹਾ। ਮੈਨੂੰ ਬਹੁਤ ਹੀ ਨਾਨਕ ਸਿੰਘ ਹੋਰਾਂ ਦੇ ਨਾਵਲਾਂ ਤੋਂ ਸ਼ੁਰੂ ਕਰਕੇ ਜਸਵੰਤ ਸਿੰਘ ਕਮਲ ਹੋਰਾਂ ਦੇ ਨਾਵਲ ਸਾਡੇ ਉਸ 'ਚ ਪੜ੍ਹੇ, ਫਿਰ ਗੁਰਦਿਆਲ ਸਿੰਘ ਬੇਰਾ ਹੋਰਾਂ ਦੇ ਪੜ੍ਹੇ ਪੰਜਾਬੀ ਦੇ ਵਿੱਚ, ਜੋਗਾ ਸਿੰਘ ਵਰਗਿਆਂ ਦੀਆਂ ਕਵਿਤਾਵਾਂ ਪੜ੍ਹੀਆਂ, ਤੇ ਮੋਹਨ ਸਿੰਘ ਦੀਆਂ ਕਵਿਤਾਵਾਂ ਪੜ੍ਹੀਆਂ, ਉਹਦੇ ਵਿੱਚ ਕਾਫੀ ਮੇਰੇ ਤੇ ਪ੍ਰਭਾਵ ਰਿਹਾ।
ਸੱਚੀ ਗੱਲ ਹੈ ਕਿ ਮੈਂ ਥੋੜਾ ਜਿਹਾ ਨਾ ਮੇਰਾ ਧਾਰਮਿਕ ਕਿਤਾਬਾਂ ਵੱਲ ਵੀ ਵਿਚਾਰ ਸੀ। ਮੈਂ ਰਿਗਵੇਦ ਬਹੁਤ ਛੋਟੀ ਉਮਰ 'ਚ ਮਤਲਬ ਸਮਲਿਕ ਤਰ੍ਹਾਂ ਨਾਲ ਪੜ੍ਹ ਲਿਆ ਸੀਗਾ, ਤੇ ਮੈਂ ਗੁਰਬਾਣੀ ਵੀ ਮੇਰੇ ਘਰ, ਮੈਂ ਗੁਰਬਾਣੀ ਵਾਲਿਆਂ ਦੇ ਘਰ 'ਚ ਹੀ ਪੈਦਾ ਹੋਇਆ, ਲੇਕਿਨ ਫਾਦਰ ਤਾਂ ਮੇਰੇ ਉਸ ਤੋਂ ਬਾਅਦ ਕਾਮਰੇਡ ਹੋ ਗਏ, ਤੇ ਲੇਕਿਨ ਉਹ ਵੀ ਮੈਂ ਉਹਦਾ ਵੀ ਮੇਰੇ ਤੇ ਪ੍ਰਭਾਵ ਸੀਗਾ, ਇਹ ਨਾਲੋਂ ਨਾਲ ਜੁੜਦਾ ਗਿਆ ਨਵੇਂ ਸਾਹਿਤ ਦੇ ਨਾਲ। ਉਸ ਤੋਂ ਬਾਅਦ ਮੈਂ ਸੋਵੀਅਤ ਯੂਨੀਅਨ ਦਾ ਲਿਟਰੇਚਰ ਕਾਫੀ ਪੜ੍ਹਿਆ, ਜਿਸ 'ਚ ਮੈਂ ਗੋਰਕੀ ਨੂੰ ਪੜ੍ਹਿਆ, ਟੋਲਸਟਾਏ ਨੂੰ ਪੜ੍ਹਿਆ, ਚੈਖੋਵ ਨੂੰ ਪੜ੍ਹਿਆ, ਹਾਂਜੀ, ਪੁਸ਼ਕਿਨ ਨੂੰ ਪੜ੍ਹਿਆ, ਬਹੁਤ ਸਾਰੇ ਉਸ ਤਰ੍ਹਾਂ ਲੋਕਾਂ ਨੂੰ ਪੜ੍ਹਿਆ। ਇਸ ਤੋਂ ਇਲਾਵਾ ਬਰਨਾਰਡ ਸ਼ਾਹ ਪੜ੍ਹਿਆ, ਸ਼ੇਕਸਪੀਅਰ ਪੜ੍ਹਿਆ, ਤੇ ਆਪਣਾ ਇੱਥੇ ਆਰਥਰ ਮਿਲਰ ਪੜ੍ਹਿਆ ਅਮਰੀਕਨ, ਉਸਦਾ ਲੋਰ ਕਬ ਗਿਆ, ਬਹੁਤ ਸਾਰੇ ਲੋਕਾਂ ਨੂੰ, ਵਿਦੇਸ਼ੀ ਲੋਕਾਂ ਨੂੰ ਵੀ ਪੜ੍ਹਿਆ। ਉਹ ਹੌਲੀ ਹੌਲੀ ਕਰਕੇ ਮੇਰੇ ਅੰਦਰ ਉਹਦਾ ਪ੍ਰਭਾਵ ਪੈਂਦਾ ਰਿਹਾ। ਕੁਛ ਮੈਨੂੰ ਕਾਫੀ ਸੂਝ ਜਿਹੜੀ ਆ ਥੀਏਟਰ ਦੇਖ ਕੇ ਵੀ ਆਈ। ਮੈਂ ਵਿਦੇਸ਼ੀ ਥੀਏਟਰ ਇੰਡੀਆ 'ਚ ਦੇਖਿਆ, ਕਿਉਂਕਿ ਮੈਨੂੰ ਚੰਡੀਗੜ੍ਹ ਆ ਕੇ ਪਤਾ ਲੱਗਿਆ ਕਿ ਇੱਥੇ ਵਿਦੇਸ਼ੀ ਥੀਏਟਰ ਵੀ ਆਉਂਦਾ, ਬਹੁਤ ਸਾਰੇ, ਬਹੁਤ ਥਾਵਾਂ ਤੋਂ, ਫਰਾਂਸ ਤੋਂ, ਰੂਸ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ, ਇੱਥੇ ਬਹੁਤ ਸ਼ੋਅ ਹੁੰਦੇ ਸੀਗੇ ਟੈਗੋਰ ਥੀਏਟਰ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ। ਉਸ ਤੋਂ ਜਿਹੜਾ ਦਿੱਲੀ ਸ਼ੋਅ ਆ ਜਾਂਦਾ ਸੀ ਐਮਬੈਸੀ ਵੱਲੋਂ ਸੱਦਿਆ ਹੋਇਆ, ਉਹ ਕਿਉਂਕਿ ਉਹਨਾਂ ਨੂੰ ਜਗ੍ਹਾ ਨਹੀਂ ਜਦੋਂ ਮਿਲਦੀ ਕਿਤੇ, ਤਾਂ ਉਹ ਚੰਡੀਗੜ੍ਹ ਯੂਟੀ ਹੋਣ ਕਰਕੇ ਵੀ ਉੱਥੇ ਸ਼ੋਅ ਇੱਕ ਕਰਵਾ ਦਿੰਦੇ ਸੀ ਹਰ ਹਾਲਤ ਦੇ ਵਿੱਚ, ਤਾਂ ਸਾਨੂੰ ਬੜਾ ਮੌਕਾ ਮਿਲਿਆ ਉਸਦਾ। ਉਸ ਤੋਂ ਬਾਅਦ ਜਾ ਕੇ ਅਮਰੀਕਾ ਦੇ ਅੰਦਰ ਜਦੋਂ ਮੈਂ 1981 ਦੇ ਵਿੱਚ ਪਹਿਲੀ ਵਾਰ ਅਮਰੀਕਾ ਦੇ ਵਿੱਚ ਅਸੀਂ ਆਪਣੇ ਸ਼ੋਅ ਕਰਨ ਗਏ, ਉੱਥੇ ਮੈਂ ਵਿੱਚੋਂ ਦੌੜ ਦੂੜ ਕੇ ਟਾਈਮ ਕੱਢ ਕੇ ਜਿੱਥੇ ਵੀ ਮੈਨੂੰ ਟਾਈਮ ਮਿਲਦਾ ਸੀ ਮੈਂ ਉਹ ਸ਼ੋਅ ਦੇਖੇ, ਉਹਨਾਂ ਦੇ ਵਰਕ ਦੇਖਿਆ, ਉਹਨਾਂ ਦਾ ਕੰਮ ਦੇਖਿਆ। ਲੇਕਿਨ 2002 ਤੋਂ ਬਾਅਦ ਤਾਂ ਮੈਂ ਲਗਾਤਾਰ ਅਮਰੀਕਨ ਥੀਏਟਰ ਨਾਲ, ਕੈਨੇਡੀਅਨ ਥੀਏਟਰ ਨਾਲ ਜੁੜਿਆ ਰਿਹਾ। ਇੱਥੇ ਜੁੜਿਆ ਨਹੀਂ ਰਿਹਾ, ਬਲਕਿ ਮੈਂ ਆਪਣੀ ਇੱਕ ਨਵੀਂ ਥਿਊਰੀ ਤੇ ਐਕਟਿੰਗ ਦੀ ਕ੍ਰੀਏਟ ਕੀਤੀ, ਯੋਗਿਕ ਐਕਟਿੰਗ, ਜਿਹਦੇ ਵਿੱਚ ਮੈਂ ਵਰਕਸ਼ਾਪਸ ਲਾਈਆਂ, ਜਿਹਦੇ ਵਿੱਚ ਸਪੈਨਿਸ਼ ਲੋਕਾਂ ਨੂੰ, ਜਿਹੜੇ ਥੀਏਟਰ ਤੇ ਫਿਲਮਾਂ ਦੇ ਲੋਕ ਸੀ ਉਹਨਾਂ ਨੂੰ, ਸਪੈਨਿਸ਼, ਨਾਈਜੀਰੀਅਨ, ਅਮਰੀਕਨ, ਇਟਾਲੀਅਨ, ਇਹਨਾਂ ਲੋਕਾਂ ਨੂੰ ਵੀ, ਉਹ ਲੋਕਾਂ ਨੇ ਮੈਨੂੰ ਇੱਕ ਉਹਦੇ ਵਿੱਚ ਇੱਕ ਬਹੁਤ ਸਿਆਣੀ, ਜਿਹਨੂੰ 3-4 ਬੋਲੀਆਂ ਆਉਂਦੀਆਂ ਸੀ, ਉਹ ਮੇਰੀ ਮਦਦ ਕਰਦੀ ਸੀ ਲੇਡੀ, ਜਿਹਨੇ ਮੈਂ ਉਹਨਾਂ ਨਾਲ ਮੈਂ ਵਾਸਤਾ ਰੱਖਦਾ ਸੀਗਾ ਭਾਸ਼ਾ ਰਾਹੀਂ, ਤੇ ਉਹਨਾਂ ਨੂੰ ਮਤਲਬ ਬਹੁਤ ਸਾਰਾ ਕੰਮ ਕਰਦਾ। ਉੱਥੇ ਦੀ 1-2 ਲੋਰਾ ਯੂਨੀਵਰਸਿਟੀ, ਸੈਂਟ ਕਲਾਰਾ ਯੂਨੀਵਰਸਿਟੀ ਸੀ, ਉਹਨਾਂ ਨੇ ਇੱਕ ਵਾਰੀ ਮੈਨੂੰ ਸੱਦਿਆ, ਮੈਂ ਉੱਥੇ ਆਪਣਾ ਪੇਪਰ ਪੜ੍ਹਿਆ। ਇਸ ਤਰ੍ਹਾਂ ਹੀ ਮੈਂ ਜਿਹੜੀ ਆਪਣੀ ਮੇਰੀ ਬੇਟੀ ਨੇ ਇੱਕ ਵਾਰੀ ਮੈਨੂੰ ਦੱਸਿਆ ਕਿ ਇੱਥੇ ਸਾਡੇ ਥੀਏਟਰ ਡਿਪਾਰਟਮੈਂਟ ਹੈ, ਜਿਹੜੀ ਯੂਨੀਵਰਸਿਟੀ 10ਵੀਂ ਵੱਡੀ ਯੂਨੀਵਰਸਿਟੀ ਹੈ ਯੂਟੀ ਦੀ, ਯੂਟੀ ਦਾ ਮਤਲਬ ਹੈਗਾ ਕਿ ਯੂਨੀਵਰਸਿਟੀ ਆਫ ਨਾਰਥ ਟੈਕਸਸ ਅਮਰੀਕਾ ਦੀ, ਉਹਦੇ ਵਿੱਚ ਵੀ ਮੈਨੂੰ ਬੁਲਾਇਆ ਗਿਆ, ਉੱਥੇ ਮੈਂ ਉਹ ਪੜ੍ਹਿਆ। ਉੱਥੇ ਮੈਨੂੰ ਜਿਹੜਾ ਹੁਣ ਮੈਂ ਜਿਹੜਾ ਪੇਪਰ ਪੜ੍ਹ ਕੇ ਹਟਿਆ, ਇਸੇ ਪੇਪਰ ਦਾ ਸੱਦਾ ਵੀ ਮੈਨੂੰ ਉਹ ਜਿਹੜੇ ਸਾਊਥ ਏਸ਼ੀਅਨ ਲੋਕ ਜੁੜੇ ਹੋਏ ਸੀ ਇਹਨਾਂ ਅਦਾਰਿਆਂ ਦੇ ਨਾਲ, ਉਹਨਾਂ ਨੇ ਮੈਨੂੰ ਬੁਲਾਇਆ। ਸੋ ਮੈਨੂੰ ਥੀਏਟਰ ਰਾਹੀਂ ਵੀ ਬਹੁਤ ਸਾਰਾ ਲਿਟਰੇਚਰ ਮੇਰੇ ਅੰਦਰ ਗਿਆ, ਜਿਹੜਾ ਮੈਂ ਪੜ੍ਹਿਆ ਨਹੀਂ ਹੋਊਗਾ, ਲੇਕਿਨ ਮੈਂ ਸਮਝਦਾ, ਜੀ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਜੇ ਤੁਸੀਂ ਕਿਤਾਬ ਨਹੀਂ ਵੀ ਪੜ੍ਹ ਸਕੇ, ਜੇ ਥੀਏਟਰ ਕਈ ਵਾਰੀ ਦੇਖਦੇ ਹੋ, ਤੇ ਉਹ ਕਿਤਾਬ ਤੁਹਾਡੇ ਅੰਦਰ ਉਦੋਂ ਵੀ ਚੰਗੀ ਤਰ੍ਹਾਂ ਆ ਜਾਂਦੀ ਹੈ, ਜਿੰਨਾ ਸ਼ਾਇਦ ਤੁਸੀਂ ਪੜ੍ਹ ਕੇ ਵੀ ਨਾ ਹੋ, ਕਿਉਂਕਿ ਉਹ 'ਚ ਇੱਕ ਇੰਟਰਪ੍ਰੇਟਰ ਵੀ ਬੈਠਾ ਹੁੰਦਾ। ਬਿਲਕੁਲ ਜੀ, ਸੱਚੀ-ਮੁੱਚੀ ਜਿਹੜਾ ਲਿਟਰੇਚਰ ਤੁਸੀਂ ਪੜ੍ਹਦੇ ਹੋ, ਜਦੋਂ ਉਹਨੂੰ ਤੁਸੀਂ ਸਕ੍ਰਿਪਟ ਦੇ ਵਿੱਚ ਢਾਲ ਕੇ ਮੰਚ ਦੇ ਉੱਤੇ ਲੈ ਆਉਂਦੇ ਹੋ, ਤਾਂ ਉਹ ਲਾਜ਼ਮੀ ਤੌਰ ਦੇ ਉੱਤੇ ਬਹੁਤ ਵਿਸਥਾਰ ਦੇ ਵਿੱਚ ਲੋਕਾਂ ਕੋਲੇ ਚਲਾ ਜਾਂਦਾ। ਔਰ ਮੈਨੂੰ ਯਾਦ ਆ ਰਿਹਾ ਕਿ ਤੁਸੀਂ ਇਹ ਜਿਹੜਾ ਪਹਿਲਾ ਨਾਟਕ ਸ਼ਾਇਦ ਲਿਖਿਆ ਸੀ, ਉਹ ਧਰਤੀ ਹੇਠਲਾ ਬਲਦ ਸੀ, ਜਿਹੜਾ ਕੁਲਵੰਤ ਸਿੰਘ ਵਿਰਕ ਹੋਣਾ ਦੀ ਕਹਾਣੀ ਨੂੰ ਇੱਕ ਤਰ੍ਹਾਂ ਨਾਲ ਮੰਚ ਤੇ ਲਿਆਂਦਾ ਗਿਆ ਸੀ। ਬੇਸ਼ੱਕ ਵਿਰਕ ਜੀ ਬਹੁਤ ਪਾਪੂਲਰ ਕਹਾਣੀਕਾਰ ਸਨ, ਉਹਨਾਂ ਨੂੰ ਬਹੁਤ ਲੋਕ ਪੜ੍ਹਦੇ ਸਨ, ਪਰ ਇਹਦੇ ਬਾਵਜੂਦ ਜਦੋਂ ਨਾਟਕ ਖੇਡਿਆ ਗਿਆ ਹੋਏਗਾ ਤਾਂ ਕੁਦਰਤੀ ਗੱਲ ਹੈ ਕੁਝ ਉਹ ਲੋਕ ਵੀ ਉਹਨੂੰ ਦੇਖ ਸਕੇ ਹੋਣਗੇ ਜਿਨ੍ਹਾਂ ਨੇ ਉਹਨੂੰ ਪੜ੍ਹਿਆ ਨਹੀਂ ਹੋਏਗਾ। ਜਿਹੜੀ ਤੁਸੀਂ ਯੋਗਾ ਵਾਲੀ ਗੱਲ ਕੀਤੀ ਦਮਨ ਸਾਹਿਬ, ਮੈਂ ਇੱਕ ਵਾਰੀ ਤੁਹਾਡੀ ਕਾਫੀ ਸਾਲ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਕਿਸੇ ਪਰਚੇ ਲਈ, ਤੇ ਉਹਦੇ ਵਿੱਚ ਤੁਸੀਂ ਇੱਕ ਘਟਨਾ ਦੱਸੀ ਸੀ ਬੜੀ ਦਿਲਚਸਪ, ਕਿ ਰੋਪੜ ਦੇ ਵਿੱਚ ਰਿਹਰਸਲ ਤਾਂ ਕੋਈ ਦੇਖਣ ਲਈ ਬਹੁਤਾ ਹੈ ਨਹੀਂ ਸੀ, ਔਰੰਗਜ਼ੇਬ ਦਾ ਰੋਲ ਤੁਸੀਂ ਆਪ ਕਰ ਰਹੇ ਸੀ, ਤੇ ਉਸ ਵੇਲੇ ਤੁਸੀਂ ਇਹ ਕਿਵੇਂ, ਉਦੋਂ ਪਹਿਲੀ ਵਾਰ ਤੁਸੀਂ ਇਹ ਫੀਲ ਕੀਤਾ ਸੀ ਕਿ ਯੋਗਾ ਸ਼ਾਇਦ ਥੀਏਟਰ ਦੇ ਲਈ ਇਸਤੇਮਾਲ ਹੋਣ ਯੋਗ ਇੱਕ ਕਲਾ ਹੋ ਸਕਦੀ ਹੈ? ਥੋੜਾ ਜਿਹਾ ਉਸ ਗੱਲ ਬਾਰੇ ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਯੋਗਾ ਨੂੰ ਲੈ ਕੇ ਤਾਂ ਵੈਸੇ ਹੁਣ ਅੱਜ ਕੱਲ੍ਹ ਕਈ ਐਕਟਿੰਗ ਸਕੂਲ ਗੱਲ ਕਰ ਰਹੇ ਨੇ, ਲੇਕਿਨ ਉਹਨਾਂ ਨੂੰ ਅਜੇ ਵੀ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਕਰਦੀ ਹੈ ਕੰਮ। ਉਹ ਇਸ ਤਰ੍ਹਾਂ ਸੀਗਾ ਕਿ ਮੈਂ ਨਵਾਬ ਵਜ਼ੀਰ ਖਾਨ ਦਾ ਰੋਲ ਕਰ ਰਿਹਾ ਸੀਗਾ, ਉੱਥੇ ਥੀਏਟਰ ਦਾ ਕੋਈ ਬੰਦਾ ਨਹੀਂ ਸੀਗਾ, ਉਹ ਸਿੰਗਲ ਕਰੈਕਟਰ ਹੈ, ਇਕੱਲਾ ਹੀ ਕਰੈਕਟਰ ਹੈਗਾ। ਉਹ ਇਤਿਹਾਸਬਾਬ ਦਾ ਨਾਟਕ ਡਾਕਟਰ ਹਰਚਰਨ ਸਿੰਘ ਹੋਰਾਂ ਦਾ ਸੀਗਾ, ਹਰਪਾਲ ਹੋਰੀ ਉਹਨੂੰ ਕਰਦੇ ਹੁੰਦੇ ਸੀ, ਮੈਂ ਪਿੱਛੋਂ ਬੋਲਦਾ ਹੁੰਦਾ ਸੀਗਾ, ਆਵਾਜ਼ ਆਉਂਦੀ ਸਿਰਫ ਮੇਰੀ। ਸੋ ਲੇਕਿਨ ਮੈਂ ਕਦੇ ਵੀ ਹਰਪਾਲ ਹੋਰਾਂ ਨੂੰ ਨਹੀਂ ਸੀ ਦੇਖਿਆ ਕਿ ਉਹ ਕਿਸ ਤਰ੍ਹਾਂ ਰੋਲ ਕਰਦੇ ਨੇ, ਤਾਂ ਮੈਨੂੰ ਬਿਲਕੁਲ ਨਹੀਂ ਸੀ ਇਸ ਗੱਲ ਦਾ ਪਤਾ, ਕਿਉਂਕਿ ਮੈਂ ਤਾਂ ਪਿੱਛੇ ਸਕ੍ਰਿਪਟ ਤੇ ਬੈਠਾ ਰਹਿੰਦਾ ਸੀ। ਸੌਰੀ।
ਸੋ ਉਹ ਨਾ ਜਦੋਂ ਅਸੀਂ ਰੋਪੜ ਆਏ, ਉੱਥੇ ਕੋਈ ਨਹੀਂ ਸੀਗਾ। ਮੈਂ ਆਪਣੀ ਬੀਵੀ ਨੂੰ ਕਿਹਾ ਕਿ ਆਪਾਂ ਸਿੰਗਲ ਨਾਟਕ ਖੇਡ ਕੇ ਲੋਕਾਂ ਨੂੰ ਨਾਲ ਜੋੜਾਂਗੇ। ਅਸੀਂ ਸਿੰਗਲ ਨਾਟਕ, ਉਹ ਸਿੰਗਲ ਕਰੈਕਟਰ ਦਾ ਨਾਟਕ ਇਤਿਹਾਸਬਾਬ ਮੰਗਦਾ ਸ਼ੁਰੂ ਕਰਤਾ। ਮੈਨੂੰ ਥੋੜੀ ਜਿਹੀ ਆਦਤ ਸੀ, ਮੈਂ ਕਦੇ ਆਨੰਦ ਮਾਰਗ ਨਾਲ ਵੀ ਜੁੜਿਆ ਰਿਹਾ। ਆਨੰਦ ਮਾਰਗ ਵਾਲਿਆਂ ਦੇ ਤੋਂ ਮੈਂ ਥੋੜਾ ਜਿਹਾ ਯੋਗਾ ਸਿੱਖਿਆ ਸੀ, ਕੰਸਨਟਰੇਟ ਕਰਦੇ ਸੀ, ਮੈਡੀਟੇਟ ਕਰਦਾ ਸੀ। ਜਦੋਂ ਮੈਂ ਆਪਣੇ ਰੋਜ਼ਾਨਾ ਜੀਵਨ ਅਨੁਸਾਰ ਕਰਦਾ ਸੀਗਾ ਉਹ ਆਪਣਾ ਕੀ ਕਹਿੰਦੇ ਮੈਡੀਟੇਸ਼ਨ, ਤਾਂ ਨਾਲ ਮੈਨੂੰ ਉਧਰ ਮੈਂ ਹਾਲ ਬੁੱਕ ਕਰ ਲਿਆ। ਮੈਨੂੰ ਫਿਕਰ ਇਹ ਸੀ ਵੀ ਮੈਂ ਕਰੂੰਗਾ ਕਿਵੇਂ ਉਹ ਨਾਟਕ, ਉਹ ਕਿਵੇਂ ਹੋਊਗਾ, ਕਰੈਕਟਰ ਕਿਵੇਂ ਹੋਊ, ਮੈਂ ਤਾਂ ਕਰੈਕਟਰ ਕਿਸ ਤਰ੍ਹਾਂ ਉਹ ਕਰੈਕਟਰ ਕਰਾਂ। ਰੋਲ ਯਾਦ ਸੀ, ਸਭ ਕੁਝ ਸੀਗਾ, ਲੇਕਿਨ ਇਹਨਾਂ ਪਤਾ ਲੱਗਿਆ ਪੇਸ਼ ਕਿਵੇਂ ਕਰੂੰਗਾ, ਮੇਰੀ ਕੀ ਅਦਾਇਗੀ ਹੋਣੀ ਚਾਹੀਦੀ ਹੈ। ਖੈਰ ਉਹ ਕਰਦਿਆਂ ਕਰਾਉਂਦਿਆਂ ਜੀ ਨਾਟਕ ਹੋ ਗਿਆ। ਬੜੀ ਉਹਦੀ ਕਪੂਰ ਸਿੰਘ ਘੁੰਮਣ ਸਪੈਸ਼ਲਿਸਟ ਤੋਂ ਆਏ, ਰੇਡੀਓ ਤੋਂ ਲੋਕ ਆਏ, ਰੇਡੀਓ ਵਾਲਿਆਂ ਨੇ ਵੀ ਜਲੰਧਰ ਤੋਂ ਪ੍ਰਸਾਰਨ ਕੀਤਾ ਉਸ ਨਾਟਕ ਦੀ ਪ੍ਰਦਰਸ਼ਨ ਬਾਰੇ, ਤੇ ਕੁਝ ਫੋਟੋਆਂ ਆਈਆਂ। ਉਸ ਤੋਂ ਬਾਅਦ ਫੋਟੋਗ੍ਰਾਫਰ ਲੈ ਕੇ ਆਇਆ, ਮੈਂ ਫੋਟੋ ਦੇਖੀਆਂ। ਫੋਟੋ ਦੇ ਵਿੱਚ ਦੇਖਿਆ ਕਿ ਇਹ ਜਿਹੜੀ ਇਹ ਮੈਂ ਕਿਤੇ ਇਸ ਤਰ੍ਹਾਂ ਕਰਦਿਆਂ ਬੰਦੇ ਨੂੰ ਦੇਖਿਆ ਹੋਇਆ, ਤੇ ਮੈਨੂੰ ਸਮਝ ਨਹੀਂ ਪਈ ਇਹ ਕਿੱਥੇ ਦੇਖਿਆ ਹੋਇਆ। ਫਿਰ ਮੈਨੂੰ ਖਿਆਲ ਆਇਆ ਕਿ ਓਹੋ, ਜਦੋਂ ਤੂੰ ਮੈਡੀਟੇਟ ਕਰਦਾ ਸੀ ਫਿਕਰ ਦੇ ਵਿੱਚ, ਤੂੰ ਉਸ ਕਰੈਕਟਰ ਦੇ ਨਾਲ ਖੇਡੀ ਜਾਂਦਾ ਸੀ। ਮੈਡੀਟੇਸ਼ਨ ਹੋਰ ਕਿਤੇ ਨਹੀਂ ਸੀ ਹੁੰਦੀ, ਉਹ ਕਰੈਕਟਰ ਨਾਲ ਖੇਡੀ ਜਾਂਦਾ ਸੀ ਕਿ ਇਸ ਡਾਇਲੌਗ ਦੇ ਉੱਪਰ ਇਹਦਾ ਇਹ ਅੰਦਾਜ਼ ਹੋਣਾ ਚਾਹੀਦਾ, ਇਸ ਡਾਇਲੌਗ ਦੇ ਉੱਪਰ ਇਹਦਾ ਇਹ ਅੰਦਾਜ਼ ਹੋਣਾ ਚਾਹੀਦਾ। ਉਹ ਮਨ ਦੇ ਵਿੱਚ ਸਬਕੌਂਸ਼ੀਅਸ ਮਾਈਂਡ 'ਚ ਬਹਿ ਗਈ। ਤੇ ਜਦੋਂ ਮੈਂ ਉਹ ਸਟੇਜ ਦੇ ਉੱਪਰ ਪ੍ਰਦਰਸ਼ਨ ਕੀਤਾ, ਉਹ ਆਪਣੇ ਆਪ ਮੇਰੇ ਉਹ ਹਾਵ ਭਾਵ, ਸਰੀਰ ਦੀਆਂ ਹਰਕਤਾਂ, ਮੇਰੇ ਜੈਸਚਰਸ, ਮੇਰੇ ਪੋਸਚਰਸ ਤੇ ਮੇਰੀ ਲੁਕਸ ਹੈ ਜੀ, ਉਹ ਸਾਰਾ ਕੁਝ ਉਸ ਤਰ੍ਹਾਂ ਹੀ ਉਹ ਜੋ ਮੈਂ ਕਲਪਨਾ ਦੇ ਵਿੱਚ ਕੀਤਾ ਸੀਗਾ, ਮੈਨੂੰ ਨਹੀਂ ਸੀ ਪਤਾ ਵੀ ਕੀ ਬਣ ਜਾਣਾ। ਤੇ ਇਹ ਫਿਰ ਮਤਲਬ ਇਸ ਤਰ੍ਹਾਂ ਉਜਾਗਰ ਹੋਇਆ। ਤੇ ਉਹ ਫਿਰ ਮੈਂ ਧਿਆਨ ਦਿੱਤਾ, ਕੰਸਲਟੇਟ ਕੀਤਾ। ਤੇ ਪਹਿਲੀ ਵਾਰ ਟ੍ਰਿਬਿਊਨ ਨੇ ਖਬਰ ਛਾਪੀ ਸੀ ਜਦੋਂ ਮੈਂ ਅਨਾਉਂਸ ਕੀਤਾ ਕਿ ਮੈਂ ਇੱਕ ਐਕਟਿੰਗ ਥਿਊਰੀ ਦੇਣ ਜਾ ਰਿਹਾ ਚੰਡੀਗੜ੍ਹ ਜਾ ਕੇ, ਆਪਣਾ ਉਹ ਕੋਈ 71 ਦੇ ਵਿੱਚ। ਸੋ ਹਾਂਜੀ, ਦਮਨ ਸਾਹਿਬ, ਸਾਨੂੰ ਲਾਭ ਸਿੰਘ ਖੀਵਾ ਜੀ ਦੇਖ ਰਹੇ ਨੇ, ਹਰਵਿੰਦਰ ਕੌਰ ਬਬਲੀ ਜੀ ਦੇਖ ਰਹੇ ਨੇ, ਹੋਰ ਵੀ ਬਹੁਤ ਸਾਰੇ ਦੋਸਤ ਦੇਖ ਰਹੇ ਨੇ, ਕੁਮਾਰ ਪਵਨਦੀਪ ਵੀ ਆ ਗਏ ਨੇ, ਵਿੱਚੋਂ ਸ਼ਾਇਦ ਉਹ ਚਲੇ ਗਏ ਸੀ, ਸ਼ਾਇਦ ਦੁਬਾਰਾ ਵਾਪਸ ਆ ਗਏ ਨੇ, ਤੇ ਹੋਰ ਵੀ ਬਹੁਤ ਦੋਸਤ ਨੇ। ਦਿਲਚਸਪ ਗੱਲ ਇਹ ਆ ਜੀ ਕਿ ਜਿਹੜਾ ਸਵਾਲ ਤੁਹਾਡੀ ਜ਼ਿੰਦਗੀ ਦੇ ਨਾਲ ਜੇ ਜੋੜ ਕੇ ਦੇਖੀਏ ਤੇ ਬਹੁਤ ਮੁੱਢਲੇ ਦੌਰ 'ਚ ਆ ਜਾਂਦਾ ਹੈ ਕਿ ਤੁਸੀਂ ਇਪਟਾ ਦੀਆਂ ਸਰਗਰਮੀਆਂ ਰਾਹੀਂ ਰੰਗਮੰਚ ਨਾਲ ਜਾਂ ਸੰਗੀਤ ਨਾਲ ਪਹਿਲੀ ਵਾਰ ਜੁੜੇ ਸੀ। ਮੈਂ ਬਿਲਕੁਲ ਲਗਭਗ ਉਦੋਂ ਸਵਾਲ ਪੁੱਛ ਰਿਹਾ ਜਦੋਂ ਅਸੀਂ ਆਪਣੀ ਗੱਲ ਨੂੰ ਖਤਮ ਕਰਨ ਵੱਲ ਵੱਧ ਰਹੇ ਹਾਂ, ਪਰ ਮੈਂ ਇਸ ਸਵਾਲ ਨੂੰ ਵੀ ਡੈਮੋਕ੍ਰੇਸੀ ਦੇ ਨਾਲ ਜੋੜ ਕੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ। ਜਿਸ ਤਰੀਕੇ ਦੇ ਨਾਲ ਸੱਤਾ ਸਾਡੇ ਨਾਲ ਕਰਦੀ ਆ, ਹਰ ਵਾਰੀ ਉਹ ਜ਼ੁਲਮ ਹੀ ਨਹੀਂ ਕਰਦੀ, ਐਮਰਜੈਂਸੀ ਨਹੀਂ ਲਾਉਂਦੀ, ਉਹਦੇ ਕੋਲੇ ਹੋਰ ਵੀ ਬਹੁਤ ਸਾਰੇ ਤਰੀਕੇ ਹੋ ਸਕਦੇ ਨੇ। ਔਰ ਮੈਨੂੰ ਕਦੇ ਕਦੇ ਲੱਗਦਾ, ਹੋ ਸਕਦਾ ਤੁਸੀਂ ਮੇਰੇ ਨਾਲ ਐਗਰੀ ਨਾ ਕਰੋ, ਬਹੁਤ ਸਾਰੇ ਦੋਸਤ ਵੀ ਸ਼ਾਇਦ ਐਗਰੀ ਨਾ ਕਰਨ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਅਕੈਡਮੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦੇ ਵਿੱਚ ਲੈਫਟ ਵਾਲੇ ਲੋਕਾਂ ਨੂੰ, ਖਾਸ ਕਰਕੇ ਇਪਟਾ ਨਾਲ ਜੁੜੇ ਲੋਕਾਂ ਨੂੰ, ਅਮਨ ਲਹਿਰ ਨਾਲ ਜੁੜੇ ਲੋਕਾਂ ਨੂੰ ਉਹਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕੀਤਾ, ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਉੱਤੇ ਸੌਂਪੀਆਂ ਗਈਆਂ। ਤੁਹਾਨੂੰ ਨਹੀਂ ਲੱਗਦਾ ਕਿ ਉਹ ਜ਼ਿੰਮੇਵਾਰੀਆਂ ਸੌਂਪ ਕੇ ਇੱਕ ਬਹੁਤ ਹੀ ਸੂਖਮ ਤਰੀਕੇ ਦੇ ਨਾਲ ਸੱਤਾ, ਸਾਡਾ ਜਿਹੜਾ ਕ੍ਰਾਂਤੀਕਾਰੀ ਮੰਚ ਸੀ, ਉਹਨੂੰ ਬਿਲਕੁਲ ਹੋਰ ਰੂਪ ਦੇਣ ਦਾ ਉਹਨਾਂ ਨੇ ਯਤਨ ਕੀਤਾ, ਕਿਉਂਕਿ ਆਖਿਰਕਾਰ ਅਕੈਡਮੀਆਂ ਨੂੰ ਸੱਤਾ ਦੀਆਂ ਕੁਝ ਸ਼ਰਤਾਂ ਤਾਂ ਮੰਨਣੀਆਂ ਹੀ ਪੈਣੀਆਂ ਸੀ ਤੇ ਮੰਨ ਉਹੀ ਲੋਕ ਰਹੇ ਸੀ ਜਿਹੜੇ ਕਿਸੇ ਵੇਲੇ ਸੱਤਾ ਦੇ ਖਿਲਾਫ ਲੜ ਰਹੇ ਸੀ। ਤੁਸੀਂ ਇਹਨੂੰ ਡੈਮੋਕ੍ਰੇਸੀ ਨਾਲ ਜੋੜ ਕੇ ਕਿਵੇਂ ਵੇਖਦੇ ਹੋ? ਦੇਖੋ, ਅਸੀਂ ਮੁਨਕਰ ਨਹੀਂ ਹੋ ਸਕਦੇ ਜੇ ਡੈਮੋਕ੍ਰੇਸੀ ਚਾਹੇ ਨਾ ਦੀ ਹੋਵੇ, ਜੇ ਸਾਨੂੰ ਕੋਈ ਸਹੂਲਤਾਂ ਮਿਲਦੀਆਂ ਨੇ, ਅਵਾਰਡ ਮਿਲਦੇ ਨੇ, ਤਾਂ ਮੈਂ ਹੱਸਦਾ ਹੁੰਦਾ ਕਈ ਵਾਰੀ। ਇੱਕ ਵਾਰੀ ਮੈਂ ਅਵਾਰਡ ਲੈ ਰਿਹਾ ਸੀਗਾ ਤੇ ਉੱਥੇ ਜਦੋਂ ਮੈਨੂੰ ਕਿਹਾ ਕਿ ਤੁਸੀਂ ਕੁਝ ਬੋਲੋ, ਤਾਂ ਮੈਂ ਕਿਹਾ ਕਿ ਮੈਨੂੰ ਤਾਂ ਅਵਾਰਡ ਦਿੱਤਾ ਜਾ ਰਿਹਾ ਹੈ, ਮੈਂ ਕਿਹਾ, ਤੇ ਲੇਕਿਨ ਇਹ ਜਿਸ ਕਰਕੇ ਮੈਨੂੰ ਅਵਾਰਡ ਮਿਲ ਰਿਹਾ, ਜਿਸ ਕਲਾ ਕਰਕੇ ਅਵਾਰਡ ਮਿਲ ਰਿਹਾ ਹੈ, ਹੁਣ ਤਾਂ 10 ਸਾਲਾਂ ਤੋਂ ਗ੍ਰਾਂਟ ਵੀ ਨਹੀਂ ਮਿਲੀ ਹੈਗੀ। ਤੇ ਕਾਫੀ ਦੇਰ ਉਸ ਤੋਂ ਬਾਅਦ ਜਦੋਂ ਮਿਨਿਸਟਰ ਸਾਹਿਬ ਨੂੰ ਬੋਲੇ ਤਾਂ ਕਾਫੀ ਦੇਰ ਬੋਲਦੇ ਰਹੇ ਤੇ ਮੇਰੇ ਪਿੱਛੇ ਪਿੱਛੇ ਆਪਣਾ ਨੋਨਕਾ ਸਿੰਘ, ਉਦੋਂ ਟਾਈਮਸ ਆਫ ਇੰਡੀਆ ਸ਼ਾਇਦ ਹੁੰਦੀ ਸੀਗੀ, ਮੇਰੇ ਪਿੱਛੇ ਪਿੱਛੇ ਬਾਹਰ ਆ ਗਈ, ਮੈਂ ਬੋਲ ਕੇ ਬਾਹਰ ਆ ਗਿਆ ਸੀਗਾ, ਹਿੰਦੁਸਤਾਨ ਟਾਈਮਸ ਦੇ ਵਿੱਚ ਹੁੰਦੇ ਸੀ। ਹਾਂਜੀ, ਤੇ ਕਿ ਤੁਸੀਂ ਕੀ ਕਹਿ ਇਹ ਜਿਹਾ ਮਿਨਿਸਟਰ ਤੁਹਾਡੇ ਬਾਰੇ ਬੋਲੀ ਜਾ ਰਿਹਾ। ਸੋ ਮਤਲਬ ਕਹਿਣ ਦਾ ਇਹ ਹੈਗਾ, ਬਿਲਕੁਲ ਤੁਸੀਂ ਠੀਕ ਕਿਹਾ, ਕਈ ਚੀਜ਼ਾਂ ਨੂੰ ਖੇਰੂ ਕਰਨ ਦੇ ਅਲੱਗ-ਅਲੱਗ ਯਤਨ ਹੁੰਦੇ ਨੇ।
ਸਾਨੂੰ ਵੀ ਅਵਾਰਡ ਦੇ ਕੇ, ਹੁਣ ਮੈਨੂੰ 550 ਸਾਲਾਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ 'ਚ ਵੀ ਅਵਾਰਡ ਮਿਲਿਆ, ਮੈਨੂੰ ਸ਼੍ਰੋਮਣੀ ਅਕਾਲੀ ਅਵਾਰਡ ਵੀ ਮਿਲਿਆ, ਅਵਾਰਡ ਤੇ ਅਵਾਰਡ ਮਿਲੀ ਗਿਆ। ਤੇ ਮਤਲਬ ਉਹ ਪਰ ਕੁਛ ਚੁੱਪ ਕਰਾਉਣ ਦੇ ਤਰੀਕੇ ਵੀ ਹੁੰਦੇ ਨੇ, ਕੁਛ ਵਿੱਚ ਸ਼ਮੂਲੀਅਤ ਕਰਕੇ ਤੁਹਾਡੀ ਹੋਂਦ ਨੂੰ ਖਤਮ ਕਰਨ ਦੇ ਤਰੀਕੇ ਵੀ ਹੁੰਦੇ ਨੇ। ਪਰ ਮੈਂ ਇੱਕ ਗੱਲ ਕਹਿਣਾ, ਤੁਸੀਂ ਕਿਤੇ ਵੀ ਹੋਵੋ, ਅਵਾਰਡ ਵੀ ਲੈ ਲਓ, ਮੈਂ ਅਵਾਰਡ ਲੈਣ ਦੇ ਖਿਲਾਫ ਨਹੀਂ ਹਾਂ। ਜੇ ਕੋਈ ਕਹੇ ਜੀ ਅਵਾਰਡ ਨਹੀਂ ਲੈਣਾ ਚਾਹੀਦਾ, ਪ੍ਰੋਟੈਸਟ ਕਰੋ ਜੀ, ਨੋ। ਮੈਂ ਇੱਕ ਗੱਲ ਇਹ ਕਹਿਣਾ ਕਿ ਆਪਣੀ ਗੱਲ ਕਹਿੰਦੇ ਰਹੋ, ਔਰ ਜਦੋਂ ਵੀ ਮੌਕਾ ਮਿਲਦਾ ਉਦੋਂ ਹੀ ਕਹੋ। ਜੋ ਤੁਹਾਡੀ ਆਪਣੀ ਅਸੈਂਬਲੀ 'ਚ ਬਿਠਾ ਕੇ ਵੀ ਤੁਹਾਨੂੰ ਉਹ ਕੋਈ ਕਹਿੰਦੇ ਨੇ ਕਿ ਆਪਣੀ ਗੱਲ, ਉੱਥੇ ਵੀ ਉੱਥੇ ਆਪਣੀ ਗੱਲ ਕਰੋ। ਆਪਣੀ ਗੱਲ ਕਹਿਣ ਨਾਲ ਹੀ ਤੁਸੀਂ ਆਪ ਰਹੋਗੇ, ਨਹੀਂ ਤਾਂ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜੇ ਤੁਸੀਂ ਚਾਪਲੂਸੀ, ਜੇ ਤੁਸੀਂ ਚਾਪਲੂਸੀ ਵਾਲੇ ਪਾਸੇ, ਹਾਂ, ਤੁਹਾਡੇ ਲਈ ਡੈਮੋਕ੍ਰੇਸੀ ਦਾ ਅਰਥ ਇਹੀ ਹੈ ਕਿ ਤੁਸੀਂ ਪੀਪਲਸ ਦੀ ਗੱਲ ਕਰ ਸਕਦੇ ਹੋ ਕਿ ਨਹੀਂ। ਜੇ ਤੁਸੀਂ ਨਹੀਂ ਕਰ ਸਕਦੇ ਤੇ ਤੁਸੀਂ ਵੀ ਡੈਮੋਕ੍ਰੇਸੀ ਨੂੰ ਬਿਲਕੁਲ ਉਹਨਾਂ ਦੀ ਪੱਧਰ ਦੇ ਉੱਤੇ ਵੇਖ ਰਹੇ ਹੋ, ਜਿਨ੍ਹਾਂ ਦੇ ਨਾਲ ਤੁਹਾਡਾ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਵੀ ਇੱਕ ਰੌਲਾ ਚੱਲ ਰਿਹਾ ਜਾਂ ਝਗੜਾ ਚੱਲ ਰਿਹਾ, ਜਾਂ ਜਿਨ੍ਹਾਂ ਦੇ ਨਾਲ ਤੁਸੀਂ ਟਕਰਾਅ ਦੀ ਸਿਚੁਏਸ਼ਨ ਦੇ ਵਿੱਚ ਚੱਲ ਰਹੇ ਹੋ। ਬਿਲਕੁਲ, ਕਰਨੋਂ ਨਾ ਹਟੋ, ਬੇਸ਼ੱਕ ਤੁਹਾਨੂੰ ਸਜ਼ਾ ਵੀ ਦਿੰਦੇ, ਕੁਛ ਵੀ ਕਰਦੇ, ਆਪ ਨੰਗੇ ਹੋਣਗੇ ਜਦੋਂ ਤੁਹਾਨੂੰ ਸਖਤੀ ਕਰਨਗੇ। ਸੋ ਇਸ ਲਈ ਜਿੱਥੇ ਵੀ ਬੈਠੇ ਹੋ, ਜਿਵੇਂ ਵੀ ਬੈਠੇ ਹੋ, ਉੱਥੇ ਗੱਲ ਲੋਕਾਂ ਦੀ ਕਰੋ, ਲੋਕਾਂ ਲਈ ਕਰੋ, ਲੋਕਾਂ ਦੇ ਵਾਸਤੇ ਕਰੋ। ਦਮਨ ਸਾਹਿਬ, ਅਸੀਂ ਇਸ ਗੱਲ ਲਈ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਅਸੀਂ ਇੱਕ ਐਸੇ ਮਸਲੇ ਦੇ ਉੱਤੇ ਗੱਲਾਂ ਕੀਤੀਆਂ ਔਰ ਕਲਾ ਦੇ ਨਾਲ ਜੋੜ ਕੇ ਕੀਤੀਆਂ, ਜਿਹੜੇ ਮਸਲੇ ਨੂੰ ਸਾਡੇ ਉਹਨਾਂ ਸਾਰੇ ਲੋਕਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸਮਝਣਾ ਚਾਹੀਦਾ, ਜਿਹੜੇ ਲੋਕ ਸੱਚੀ ਮੁੱਚੀ ਲੋਕਾਂ ਦਾ ਰੰਗਮੰਚ ਕਰਨਾ ਚਾਹੁੰਦੇ ਨੇ, ਲੋਕਾਂ ਦਾ ਲਿਟਰੇਚਰ ਲਿਖਣਾ ਚਾਹੁੰਦੇ ਨੇ, ਲੋਕਾਂ ਲਈ ਈਵਨ ਫਿਲਮਾਂ ਵੀ ਬਣਾਉਣੀਆਂ ਚਾਹੁੰਦੇ ਨੇ। ਬੇਸ਼ੱਕ ਫਿਲਮ ਇੱਕ ਵਪਾਰਕ ਕਿਸਮ ਦਾ ਮਸਲਾ ਵਾ, ਉਹਦੇ 'ਚ ਸਾਰੇ ਲੋਕ ਸ਼ਾਮਲ ਨਹੀਂ ਹੋ ਸਕਦੇ। ਤੁਹਾਡਾ ਇਹ ਸਿਲਸਿਲਾ ਗੱਲਾਂ ਦਾ ਮੁੱਕਿਆ ਨਹੀਂ ਹੈ, ਪਰ ਸਾਡੇ ਕੋਲੇ ਟਾਈਮ ਦੀ ਜ਼ਰੂਰ ਕਮੀ ਹੈ। ਅਸੀਂ ਬਹੁਤ ਜ਼ਿਆਦਾ ਲੰਬੀਆਂ ਗੱਲਾਂ ਨਹੀਂ ਕਰ ਸਕਦੇ। ਅਸੀਂ ਫਿਰ ਵੀ ਕਦੇ ਮੌਕਾ ਮਿਲੇ ਤਾਂ ਹੋਰ ਗੱਲਾਂ ਵੀ ਕਰ ਸਕਦੇ ਹਾਂ, ਪਰ ਅੱਜ ਦੇ ਲਈ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਤੇ ਨਾਲ ਦੀ ਨਾਲ ਅਸੀਂ ਆਪਣੇ ਦੋਸਤਾਂ ਨੂੰ ਇਹ ਸੂਚਨਾ ਦੇ ਦੇਣੀ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਥੀਏਟਰਸ ਪ੍ਰਾਈਮ ਟਾਈਮ ਤੇ ਅਵੀ ਸਿੰਘ ਆਉਣਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਕੁਮਾਰ ਪਵਨਦੀਪ। ਤੇ ਕੱਲ੍ਹ ਦਾ ਜਿਹੜਾ ਅਸੀਂ ਸਬਜੈਕਟ ਰੱਖਿਆ ਹੋਇਆ ਹੈ ਉਹ ਇਹ ਹੈ ਕਿ ਅਵੀ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹ ਕੇ ਗਏ ਨੇ, ਮਤਲਬ ਉਹਨਾਂ ਨੇ ਥੀਏਟਰ ਦੀ ਮੁੱਢਲੀ ਐਜੂਕੇਸ਼ਨ ਇੰਡੀਆ ਦੇ ਵਿੱਚ ਲਈ ਆ। ਅੱਜ ਕੱਲ੍ਹ ਉਹ ਅਮਰੀਕਾ ਦੇ ਵਿੱਚ ਥੀਏਟਰ ਪੜ੍ਹਾ ਰਹੇ ਨੇ, ਤੇ ਅਸੀਂ ਉਹਨਾਂ ਤੋਂ ਇਹ ਗੱਲਾਂ ਜਾਣਨ ਦਾ ਯਤਨ ਕਰਾਂਗੇ ਕਿ ਦੋਨਾਂ ਮੁਲਕਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦਾ ਜਿਹੜਾ ਟੀਚਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਤਜਰਬੇ ਹੋ ਰਹੇ ਨੇ। ਇੱਕ ਵਿਦਿਆਰਥੀ ਦੇ ਤੌਰ ਤੇ ਉਹਨਾਂ ਨੇ ਕਿਵੇਂ ਦੇਖਿਆ ਤੇ ਇੱਕ ਟੀਚਰ ਦੇ ਤੌਰ ਤੇ ਉਹ ਅੱਜ ਕੱਲ੍ਹ ਕਿਵੇਂ ਦੇਖ ਰਹੇ ਨੇ। ਇੱਕ ਵਾਰ ਤੁਹਾਡਾ ਫਿਰ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਦੋਸਤੋ। ਅਸੀਂ ਫਿਰ ਤੁਹਾਡੇ ਨਾਲ ਮਿਲਦੇ ਰਹਾਂਗੇ ਇਸੇ ਹੀ ਮੰਚ ਦੇ ਉੱਤੇ, ਔਰ ਘੱਟੋ ਘੱਟ ਜਿੰਨੇ ਦਿਨ ਅਸੀਂ ਤੈਅ ਕੀਤੇ ਨੇ ਉਹਨੇ ਦਿਨ ਅਸੀਂ ਸਾਰੇ ਸੰਕਟਾਂ ਦੇ ਬਾਵਜੂਦ ਤੁਹਾਡੇ ਨਾਲ ਹਾਜ਼ਰ ਰਹਿਣ ਦੀ ਕੋਸ਼ਿਸ਼ ਕਰਾਂਗੇ। ਕਦੇ ਕਦੇ ਸੰਕਟ ਆ ਜਾਂਦੇ ਨੇ, ਪਰ ਕਰੋਨਾ ਕਾਲ ਹੈ ਤੇ ਇਹਨਾਂ ਸੰਕਟਾਂ ਦੇ ਵਿੱਚ ਵੀ ਅਸੀਂ ਇੱਕ ਤਰ੍ਹਾਂ ਨਾਲ ਲੜਦੇ ਹੀ ਰਹਿਣਾ। ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਕੱਲ ਮਿਲਦੇ ਹਾਂ ਠੀਕ 8 ਵਜੇ ਥੀਏਟਰਸ ਪ੍ਰਾਈਮ ਟਾਈਮ ਤੇ। ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਸੁਚੇਤਕ ਰੰਗਮੰਚ ਦਾ ਸ਼ੁਕਰੀਆ, ਸਾਰੇ ਦੋਸਤਾਂ ਦਾ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ।